ਸਭ ਤੋਂ ਪਹਿਲਾਂ ਤਾਂ ਇਹ ਆ ਵੀ ਇੱਥੇ ਇੱਕ ਰੂਲ ਹੈਗਾ, ਵੈਸੇ ਤਾਂ ਪਰ ਪਰਸਨ ਇੱਕ ਹੀ ਸਟੂਡੈਂਟ ਅਲਾਓ ਆ, ਹੈ ਨਾ। ਕਈ ਏਰੀਆਜ਼ 'ਚ ਮਤਲਬ ਵੀ ਇੱਕ ਰੂਮ ਆ ਜਿਹੜਾ ਉਹ ਇੱਕ ਪਰਸਨ ਨੂੰ ਦਿੱਤਾ ਜਾਂਦਾ, ਕਿਸੇ ਏਰੀਆ 'ਚੋਂ ਡਿਪੈਂਡ ਵੀ ਕਰਦਾ, ਹੈ ਨਾ। ਤੇ ਜਿੱਥੇ ਮੈਂ ਸ਼ੁਰੂ 'ਚ ਗਿਆ ਸੀਗਾ ਉੱਥੇ ਉਹ ਅਲਾਓ ਨਹੀਂ ਸੀ ਕਰਦਾ ਵੀ ਇੱਕ ਰੂਮ 'ਚ 2 ਪਰਸਨ ਰਹਿਣ, ਹੈ ਨਾ। ਤੇ ਕਿਤੇ ਡਿਪੈਂਡ ਕਰਦਾ ਵੀ ਤੁਹਾਨੂੰ ਅਲਾਓ ਕਰ ਵੀ ਸਕਦੇ ਨੇ। ਤੇ ਪਰ ਸਭ ਤੋਂ ਪਹਿਲਾਂ ਤਾਂ ਮੇਨ ਚੀਜ਼ ਇਹੀ ਆ ਜਾਂਦੀ ਵੀ ਤੁਹਾਡਾ ਰੈਂਟ ਜੇ ਤੁਸੀਂ ਇਕੱਲੇ ਰਹਿਣੇ ਹੋਗੇ ਤਾਂ ਥੋੜ੍ਹਾ ਜ਼ਿਆਦਾ ਹੁੰਦਾ, ਤੇ ਪਰ ਜੇ ਤੁਸੀਂ ਸ਼ੇਅਰਿੰਗ 'ਚ ਕਾਫੀ ਜਾਣੇ ਮਿਲ ਕੇ ਬੇਸਮੈਂਟ ਲੈ ਲੈਂਦੇ ਹੋ ਜਾਂ ਪੂਰਾ ਘਰ ਲੈ ਲੈਂਦੇ ਹੋ ਤਾਂ ਤੁਹਾਡਾ ਰੈਂਟ ਡਿਵਾਈਡ ਹੋ ਜਾਂਦਾ ਗਾ। ਤਾਂ ਮੇਨ ਚੀਜ਼ ਇਹੀ ਆ। ਤੇ ਲੱਭਣ ਲਈ ਮੈਂ ਪਿਛਲੀ ਵੀਡੀਓ 'ਚ ਦੱਸ ਹੀ ਚੁੱਕਿਆ ਗਾ ਵੀ ਜਿਹੜੀ ਵੈਬਸਾਈਟ ਆ ਉਹ Kijiji ਦੀ ਵੈਬਸਾਈਟ ਆ, KIJIJI, ਤੇ ਉਹਦੇ 'ਤੇ ਜਾ ਕੇ ਤੁਸੀਂ ਸਾਰੇ ਲੱਭ ਸਕਦੇ ਹੋ। ਤੇ ਇਹਦੇ 'ਚ ਇੱਕ ਮੇਨ ਕੁਐਸਚਨ ਇਹ ਆਉਂਦਾ ਹੁੰਦਾ ਵੀ ਰੂਮ ਲੱਭਣਾ ਕਿੱਥੇ ਆ। ਹਾਂਜੀ, ਇਹ ਆ ਸਭ ਤੋਂ ਵੱਡਾ ਸਵਾਲ ਹੈਗਾ ਕਿ ਕਿੰਨੇ ਕੁ ਕਿ ਡਿਸਟੈਂਸ ਕਿੰਨਾ ਕੁ ਹੋਵੇ, ਕਿੱਥੇ ਤੁਹਾਨੂੰ ਸਾਰਾ ਕੁਝ ਐਕਸੈਸਿਬਲ ਹੋਵੇ। ਤੇ ਉਹਦੇ 'ਚ ਮੇਰੇ ਹਿਸਾਬ ਨਾਲ 2 ਆਪਸ਼ਨ ਹੁੰਦੀਆਂ ਨੇ ਤੁਹਾਡੇ ਕੋਲ, ਜਾਂ ਤਾਂ ਤੁਸੀਂ ਕਾਲਜ ਦੇ ਨੀਅਰ ਅਬਾਊਟ ਲੱਭ ਸਕਦੇ ਹੋ ਜਾਂ ਤੁਸੀਂ ਲੱਭ ਸਕਦੇ ਹੋ ਆਪਣੇ ਕੰਮ ਦੇ ਨੀਅਰ ਅਬਾਊਟ, ਹੈ ਨਾ। ਦੋ ਚੋਇਸਿਸ ਹੁੰਦੀਆਂ ਨੇਗੀਆਂ ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ। ਮੈਂ ਪ੍ਰੈਫਰ ਕਰਦਾ ਹੁੰਦਾ ਵੀ ਕੰਮ ਦੇ ਨੇੜੇ ਤੁਹਾਡਾ ਰੂਮ ਹੋਵੇ, ਕਿਉਂਕਿ ਕੰਮ ਤੇ ਲੇਟ ਪਹੁੰਚੋਗੇ ਦਿੱਕਤ ਆ ਸਕਦੀ ਹੈ। ਕਾਲਜ 'ਚ ਇੰਨੀ ਦਿੱਕਤ ਨਹੀਂ ਆਉਂਦੀ ਹੈਗੀ ਲੇਟ ਪਹੁੰਚੋਗੇ, ਹੈ ਨਾ। ਤੇ ਕੰਮ ਤੇ ਤੁਸੀਂ 2 ਵਾਰ ਲੇਟ ਹੋ ਗਏ ਮੇਬੀ ਹੋ ਸਕਦਾ ਤੁਹਾਨੂੰ ਕੱਢ ਵੀ ਦੇਣ, ਹੈ ਨਾ। ਬਿਲਕੁਲ, ਹਾਂਜੀ, ਤੁਹਾਨੂੰ ਰਿਪਲੇਸ ਕਰ ਦੇਣ ਵੀ ਤੁਸੀਂ ਲੇਟ ਆ ਰਹੇ ਹੋ। ਤੇ ਕਾਲਜ 'ਚ ਚਲੇ ਜਾਂਦਾ, ਕਾਲਜ 'ਚ ਕਈ ਸਟੂਡੈਂਟ ਲੇਟ ਆਉਂਦੇ ਨੇ, ਕੁਝ ਵੀ ਕਰਦੇ ਨੇ, ਅਟੈਂਡੈਂਸ ਹੁੰਦੀ ਉਹ ਲੱਗ ਜਾਂਦੀ ਹੈ, 15 ਮਿੰਟ 10 ਮਿੰਟ ਲੇਟ ਨਾ ਤੁਹਾਡੇ ਕੁਝ ਨਹੀਂ। ਪਰ ਤੁਸੀਂ ਕੰਮ ਤੇ ਲੇਟ ਜਾਂਦੇ ਹੋ, ਤੁਸੀਂ 10-15 ਮਿੰਟ ਲੇਟ ਗਏ, ਤੁਹਾਡੇ ਜਾਂ ਤਾਂ ਅੱਧੇ ਪੌਣੇ ਘੰਟੇ ਦੇ ਪੈਸੇ ਕੱਟ ਜਾਣੇ, ਹਨ। ਤੇ ਜੇ ਤੁਸੀਂ ਜਾਂ ਵਾਰਨਿੰਗ ਦੇ ਦਿੰਦੇ ਆ, ਜੇ ਤੁਸੀਂ ਲਗਾਤਾਰ ਲੇਟ ਹੋਈ ਜਾਂਦੇ ਹੋ ਤਾਂ ਤੁਹਾਨੂੰ ਕੱਢ ਵੀ ਸਕਦੇ ਆ। ਤਾਂ ਇਹ ਇੱਕ ਚੋਇਸ ਹੈਗੀ। ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਰੂਮ ਲੱਭਣ 'ਚ ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਮੈਨੂੰ ਤਾਂ ਜਿਵੇਂ ਦੇਖੋ, ਸਾਡੀ ਤਾਂ ਜਿਵੇਂ ਜਦੋਂ ਮੈਂ ਇੱਥੇ ਆਉਣਾ ਸੀਗਾ ਮੈਨੂੰ ਤਾਂ ਕੰਸਲਟੈਂਟ ਨੇ ਬੁੱਕ ਕਰਾ ਕੇ ਦਿੱਤਾ ਸੀਗਾ। ਤੇ ਆਈ ਥਿੰਕ ਜਿਹੜੇ ਵੀ ਬਾਕੀ ਇੱਥੇ ਬੱਚੇ ਆਉਂਦੇ ਆ, ਮੈਨੂੰ ਨਹੀਂ ਲੱਗਦਾ ਕਿ ਜੇ ਮੈਨੂੰ ਇੱਥੇ ਮੋਡਲ ਨਹੀਂ ਮਿਲਦਾ ਜਦੋਂ ਮੇਰੇ ਕੰਸਲਟੈਂਟ ਨੇ ਬੁੱਕ ਕਰਾਇਆ ਕਿ ਮੇਰੇ ਲਈ ਇੰਨਾ ਈਜ਼ੀ ਹੁੰਦਾ ਕਿ ਮੈਂ ਰੂਮ ਲੱਭ ਲੈਂਦਾ। ਕਿਉਂਕਿ ਨਵੀਂ ਸਿਟੀ 'ਚ ਜਾਣਾ ਤੁਹਾਨੂੰ ਹੁੰਦਾ ਕਿ ਤੁਸੀਂ ਕਿੱਥੇ ਜਾ ਕੇ ਲੱਭੋਗੇ, ਕਿਉਂਕਿ ਤੁਹਾਨੂੰ ਇੰਨਾ ਐਕਸਪੋਜ਼ਰ ਨਹੀਂ ਹੁੰਦਾ। ਕਿਉਂਕਿ ਫੇਸਬੁੱਕ ਮਾਰਕੀਟ ਪਲੇਸ ਬਾਰੇ ਵੀ ਨਹੀਂ ਪਤਾ ਸੀਗਾ ਜ਼ਿਆਦਾ ਕਿ ਉੱਥੇ ਵੀ ਰੂਮਸ ਵਗੈਰਾ ਉਦੋਂ ਮੈਨੂੰ ਲੱਗਦਾ ਉਸ ਟਾਈਮ ਇੰਨਾ ਕੋਈ ਹੈ ਵੀ ਨਹੀਂ ਸੀ ਫੇਸਬੁੱਕ ਮਾਰਕੀਟ ਪਲੇਸ। ਹਾਂਜੀ, ਤੇ ਆਈ ਥਿੰਕ ਜਿਹੜੇ ਬਨਾਲ ਦੇ ਜਿਹੜੇ ਆਪਣੇ ਬੱਚੇ ਆਏ ਸੀਗੇ, ਆਈ ਥਿੰਕ ਉਹਨਾਂ ਦੇ ਰਿਲੇਟਿਵਸ ਵਗੈਰਾ ਸੀਗੇ। ਕਈਆਂ ਨੇ ਪਹਿਲਾਂ ਮੋਟਲ 'ਚ ਲੈ ਲਈ 1 ਸਾਲ 1 ਮਹੀਨੇ ਲਈ ਉਹਨਾਂ ਨੇ ਅਕੋਮੋਡੇਸ਼ਨ ਲੈ ਲਈ, ਫਿਰ ਲੱਭਣੇ ਸ਼ੁਰੂ ਕੀਤੇ, ਇਹਨਾਂ ਲੋਕਾਂ ਨਾਲ ਕੰਟੈਕਟ ਕੀਤਾ। ਤੇ ਆਈ ਥਿੰਕ ਉਹ ਵੀ ਤਰੀਕਾ ਹੈਗਾ ਕਿ ਤੁਸੀਂ ਇੱਕ ਵਾਰ ਤੁਸੀਂ ਕੋਈ ਟੈਂਪਰੇਰੀ ਸ਼ੈਲਟਰ ਲੈ ਲਓ ਕਿਸੇ ਮੋਟਲ ਦੇ ਵਿੱਚ, ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਇੱਥੇ ਲੋਕਲ ਜਿਵੇਂ ਤੁਸੀਂ ਆਪਣੇ ਮੰਦਿਰਾਂ 'ਚ ਜਾ ਸਕਦੇ ਹੋ, ਜਿੱਥੇ ਆਪਣੀ ਕਮਿਊਨਿਟੀ ਵਗੈਰਾ ਹੁੰਦੀ ਹੈ ਉੱਥੇ ਨਾਲ ਤੁਸੀਂ ਕੰਟੈਕਟ ਬਣਾ ਕੇ ਫਿਰ ਅੱਗੇ ਤੋਂ ਅੱਗੇ ਫਿਰ ਜਿਹੜੇ ਹੈਗੇ ਆ ਤੁਹਾਨੂੰ ਅਕੋਮੋਡੇਸ਼ਨ ਦਾ ਪਤਾ ਲੱਗਦਾ ਰਹਿੰਦਾ। ਮੇਨ ਚੀਜ਼ ਇਹੀ ਹੈ ਵੀ ਤੁਸੀਂ ਆਪਣੇ ਕੰਟੈਕਟ ਬਣਾ ਕੇ ਰੱਖਣੇ ਆ ਸ਼ੁਰੂ 'ਚ, ਹੈ ਨਾ। ਹਾਂਜੀ, ਤੇ ਮੈਂ ਪਿਛਲੀ ਵੀਡੀਓ 'ਚ ਵੀ ਦੱਸ ਚੁੱਕਿਆ ਵੀ ਜਿਹੜੇ ਕੰਸਲਟੈਂਟ ਤੁਹਾਡਾ ਵੀਜ਼ਾ ਲਵਾਇਆ ਜਿਨ੍ਹਾਂ ਨੇ, ਤੁਸੀਂ ਉਹਨਾਂ ਨਾਲ ਹੀ ਗੱਲ ਕਰ ਲਓ। ਇੱਕ ਕਾਲਜ 'ਚ ਕਈ ਸਟੂਡੈਂਟਸ ਦੇ ਵੀਜ਼ਾ ਲਵਾ ਰਹੇ ਹੁੰਦੇ ਹੈਗੇ ਜਾਂ ਲਵਾ ਚੁੱਕੇ ਹੁੰਦੇ ਹਨ। ਤੁਹਾਡੇ ਸੀਨੀਅਰ ਵੀ ਕੋਈ ਆ ਚੁੱਕੇ ਹੋਣਗੇ 4 ਮਹੀਨੇ ਪਹਿਲਾਂ ਨਵੇਂ ਸਮੈਸਟਰ 'ਚ, ਤੇ ਉਹ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਸਕਦੇ ਆ। ਜਾਂ ਤੁਸੀਂ ਫੇਸਬੁੱਕ 'ਤੇ ਅੱਜ ਕੱਲ੍ਹ ਗਰੁੱਪਸ ਹੁੰਦੇ ਹਨ, ਉਹਦੇ 'ਤੇ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਹਾਂ। ਕਾਲਜ ਬਾਰੇ ਪੁੱਛ ਸਕਦੇ ਹਾਂ, ਲੋਕੇਸ਼ਨ ਬਾਰੇ ਪੁੱਛ ਸਕਦੇ ਹਾਂ, ਕੰਮ ਬਾਰੇ ਪੁੱਛ ਸਕਦੇ ਹਾਂ, ਜਾਂ ਸੇਫਟੀ ਬਾਰੇ ਪੁੱਛ ਸਕਦੇ ਹਾਂ ਵੀ ਇਲਾਕਾ ਕਿਵੇਂ ਦਾ, ਹੈ ਨਾ। ਤੇ ਉਹ ਤੁਹਾਡੀ ਮਤਲਬ ਵੀ ਕਾਫੀ ਡਾਊਟਸ ਕਲੀਅਰ ਕਰ ਦਿੰਦੇ ਆ, ਹੈ ਨਾ। ਜਿੰਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਨਰਵਸਨੈਸ ਹੁੰਦੀ ਹੈ ਵੀ ਅਸੀਂ ਗਲਤ ਜਗ੍ਹਾ 'ਤੇ ਤਾਂ ਨਹੀਂ ਜਾ ਰਹੇ, ਹੈ ਨਾ। ਤੇ ਸਭ ਤੋਂ ਪਹਿਲੀ ਮੇਨ ਚੀਜ਼ ਆ ਤੁਸੀਂ ਕਾਲਜ ਦਾ ਕੈਂਪਸ ਜ਼ਰੂਰ ਚੈੱਕ ਕਰ ਲਿਓ, ਕਿਉਂਕਿ ਨਾਇਗਰਾ ਕਾਲਜ ਦਾ ਹੀ ਇੱਕ ਕੈਂਪਸ ਟੋਰਾਂਟੋ ਡਾਊਨਟਾਊਨ 'ਚ, ਇੱਕ ਨਾਇਗਰਾ 'ਚ। ਇਹ ਵੀ ਮੈਨੂੰ ਆਈ ਥਿੰਕ ਕਾਫੀ ਥੋੜਾ ਟਾਈਮ ਪਹਿਲੇ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਹੋਰ ਕੈਂਪਸ ਡਾਊਨਟਾਊਨ ਟੋਰਾਂਟੋ ਹੈ, ਜਿਹੜਾ ਇੱਥੋਂ ਕਿਵੇਂ ਲਾ 150-200 ਕਿਲੋਮੀਟਰ ਦੂਰ ਹੈ। ਤੇ ਦੇਖ ਲਓ ਇੱਕ ਕੈਂਪਸ 'ਚ ਵੀ ਕਿੰਨਾ ਫਰਕ ਹੁੰਦਾ। ਇੱਕ ਕੈਂਪਸ ਇੱਥੇ ਨਾਇਗਰਾ 'ਚ 150 ਕਿਲੋਮੀਟਰ ਦੂਰ, ਇੱਕ ਡਾਊਨਟਾਊਨ 'ਚ ਹੈਗਾ, ਟੋਰਾਂਟੋ ਡਾਊਨਟਾਊਨ 'ਚ। ਨਾਇਗਰਾ 'ਚ ਫਿਲਹਾਲ ਵੈਸੇ 2 ਕੈਂਪਸ ਨੇ, 2 ਕੈਂਪਸ ਨੇ, ਹੈ ਨਾ। ਕਿਸੇ ਕਾਲਜ ਦੇ 3 ਵੀ ਹੋ ਸਕਦੇ ਆ, ਕਿਸੇ ਦੇ 2 ਵੀ ਹੋ ਸਕਦੇ ਆ। ਤੇ ਇਹ ਚੀਜ਼ ਆਪਦੀ ਖਾਸ ਕਰਕੇ ਸਾਡੇ ਨਾਲ ਦੇ ਨੇ ਕਾਫੀਆਂ ਨੇ ਇਹ ਗਲਤੀ ਕੀਤੀ ਸ਼ੁਰੂ 'ਚ ਆਉਣ ਵੇਲੇ। ਅੱਛਾ ਜੀ। ਉਹਨਾਂ ਨੇ ਦੇਖਿਆ ਹੀ ਨਹੀਂ ਵੀ ਸਾਡਾ ਕੈਂਪਸ ਜਿਹੜਾ ਉਹ ਲਿੰਸੀ ਬਣਦਾ, ਉਹ ਪੀਟਰਬਰੋ ਚਲੇ ਗਏ ਕਈ, ਉੱਥੇ ਜਾ ਕੇ ਰੂਮ ਲੈ ਲਏ ਕਈਆਂ ਨੇ। ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਉੱਥੇ ਆਪਣੇ ਜਿਹੜੇ ਕੈਂਪਸ ਹੁੰਦੇ ਆ ਕਾਲਜਸ ਦੇ ਨਾ, ਉਹ ਨੇੜੇ ਹੁੰਦੇ ਆ। ਜਾਂ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਸੀਗਾ ਨਾ, UIT ਸੀਗਾ, ਉਹ ਨਾਲ ਹੀ ਸੀਗਾ, ਇੱਕ ਸੈਕਟਰ ਟੱਪ ਕੇ ਉਹ ਆ ਗਿਆ। ਇਹ ਨਹੀਂ ਪਤਾ ਹੁੰਦਾ ਵੀ ਕਿਸੇ 'ਚ 100 ਕਿਲੋਮੀਟਰ ਦਾ ਫਰਕ ਵੀ ਹੋ ਸਕਦਾ। ਬਿਲਕੁਲ, ਆਪਾਂ ਨੂੰ ਚੱਲ ਜੇ ਦੂਰ ਵੀ ਹੁੰਦਾ ਮਾੜਾ ਮੋਟਾ ਦੂਰ ਆਪਾਂ ਨੂੰ ਲੱਗ ਜਾਂਦਾ ਵੀ
ਮੇਬੀ 4 ਸਟਰੀਟਾਂ ਛੱਡ ਕੇ ਹੋਊਗਾ ਜਾਂ ਕੁਝ ਵੀ ਹੋਊਗਾ ਨਾ, ਬਿਲਕੁਲ। ਤਾਂ ਇੰਨਾ ਫਰਕ ਪੈ ਸਕਦਾ ਹੁੰਦਾ। ਕਾਲਜ ਦਾ ਕੈਂਪਸ ਜ਼ਰੂਰ ਚੈੱਕ ਕਰ ਲਿਓ, ਤੇ ਕੈਂਪਸ ਦੇ ਹਿਸਾਬ ਨਾਲ ਉਹਦਾ ਸ਼ਹਿਰ ਚੈੱਕ ਕਰ ਲਿਓ, ਤੇ ਸ਼ਹਿਰ 'ਚ ਫਿਰ ਰੂਮ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਨਾ। ਹਾਂਜੀ ਹਾਂਜੀ ਬਿਲਕੁਲ। ਇਹ ਜ਼ਰੂਰੀ ਹੈ ਕਿ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਵਿੱਚ ਤੁਸੀਂ ਕਰ ਸਕਦੇ ਹੋ ਕਿ ਉਧਰ ਦੇ ਜਿਵੇਂ ਕੋਈ ਕਮਿਊਨਿਟੀ ਗਰੁੱਪ ਹੈਗਾ ਲੋਕਲ ਉਸ ਸ਼ਹਿਰ ਦਾ, ਉਹਦੇ ਨਾਲ ਤੁਸੀਂ ਇਨ ਟੱਚ ਹੋ ਸਕਦੇ ਹੋ, ਜਾਂ ਕੋਈ ਉਧਰ ਦਾ ਕੋਈ ਪਰਸਨ, ਕੋਈ ਰੈਂਡਮ ਪਰਸਨ ਨਾਲ ਤੁਸੀਂ ਕਨੈਕਟ ਕਰਕੇ ਜੇ ਤੁਸੀਂ ਹੈਲਪ, ਕਿਆ ਪਤਾ ਉਹਦੀ ਹੈਲਪ ਵੀ ਲੈ ਸਕਦੇ ਹੋ। ਤੇ ਕੰਟੈਕਟ, ਜਿਵੇਂ ਹੈਰੀ ਦੱਸਿਆ ਕਿ ਕੰਟੈਕਟਸ ਬਣਾਉਣੇ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਹੈਲਪ ਕਰਦੇ ਨੇ, ਕਿਉਂਕਿ ਨਾ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਲੀਡਸ ਵਗੈਰਾ ਮਿਲਦੀ ਰਹਿੰਦੀਆਂ ਨੇ ਕਿ ਇੱਧਰ ਕੋਈ ਰੂਮ ਅਵੇਲੇਬਲ ਹੈਗਾ, ਜਾਂ ਸਾਡੇ ਘਰੇ ਕੋਈ ਰੂਮ ਅਵੇਲੇਬਲ ਹੈਗਾ, ਜਾਂ ਜਿੱਦਾਂ ਵੀ। ਤੇ ਰਾਈਟ ਪਰਸਨ ਕਈ ਵਾਰ ਤੁਹਾਨੂੰ ਰਾਈਟ ਅਕੋਮੋਡੇਸ਼ਨ ਦਿਲਵਾਉਣ 'ਚ ਵੀ ਹੈਲਪਫੁਲ ਕਰ ਦਿੰਦਾ। ਇਹ ਚੀਜ਼ ਤੁਹਾਨੂੰ ਬਹੁਤ ਆਪਣੇ ਧਿਆਨ 'ਚ ਰੱਖਣੀ ਪਊਗੀ, ਕਿਉਂਕਿ ਕਈ ਇੰਟਰੋਵਰਟ ਟਾਈਪ ਹੁੰਦੇ ਆ ਹਨਾ, ਜਦੋਂ ਉੱਥੋਂ ਆਉਂਦੇ ਹੈਗੇ ਗੱਲ ਕਰਨ 'ਚ ਤੁਹਾਨੂੰ ਦਿੱਕਤ ਲੱਗਦੀ ਹੈ ਨਵੇਂ ਬੰਦਿਆਂ ਨਾਲ, ਵੀ ਮੈਨੂੰ ਕੋਈ ਬੁਲਾਉਂਦਾ ਬੁਲਾ ਲਈ, ਮੈਂ ਕਿਸੇ ਨੂੰ ਨਹੀਂ ਬੁਲਾ ਸਕਦਾ ਹਨਾ। ਪਰ ਇੱਥੇ ਆ ਕੇ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ, ਕਿਉਂਕਿ ਕੋਸ਼ਿਸ਼ ਕਰੋ ਕੋਈ ਵੀ ਪਰਸਨ ਆ ਜਿਹਦੇ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਇੱਥੇ ਆਪਣਾ ਬੰਦਾ ਕੋਈ ਮੂੰਹ ਨਹੀਂ ਫੇਰਦਾ ਹੈਗਾ। ਜੇ ਤੁਸੀਂ ਗੱਲ ਕਰਦੇ ਹੋ ਤਾਂ ਅੱਗੇ ਤੋਂ ਜਵਾਬ ਦਊਗਾ ਹਨਾ, ਹੋ ਸਕਦਾ ਤੁਹਾਡੀ ਹੈਲਪ ਵੀ ਕਰਦੇ। ਤਾਂ ਮੇਬੀ ਤੁਹਾਨੂੰ ਕੋਈ ਬੱਸ ਸਟੈਂਡ ਤੇ ਖੜਾ ਮਿਲ ਗਿਆ ਹਨਾ, ਕਾਲਜ ਨੂੰ ਜਾਂਦਾ ਮਿਲ ਗਿਆ, ਕੋਈ ਆਪਦੇ ਕੰਮ ਤੇ ਜਾਂਦਾ ਮਿਲ ਗਿਆ, ਕੋਈ ਵੀ ਮਿਲ ਗਿਆ, ਉਹਦੇ ਨਾਲ ਗੱਲ ਕਰਕੇ ਦੇਖੋ ਹਨਾ, ਹੋ ਸਕਦਾ ਉਹਨਾਂ ਦੇ ਕੰਮ ਤੇ ਜਗ੍ਹਾ ਤੁਹਾਨੂੰ ਕੰਮ ਦਵਾ ਦੇ ਹਨਾ। ਤੇ ਹੋ ਸਕਦਾ ਤੁਸੀਂ ਕਿਸੇ ਰਿਲੇਟਿਵ ਨਾਲ ਰਹਿ ਰਹੇ ਹੋ ਜਾਂ ਕਿਤੇ ਰਹਿ ਰਹੇ ਹੋ, ਤੁਸੀਂ ਇਨ ਫਿਊਚਰ ਜਦੋਂ ਮੂਵ ਆਊਟ ਕਰਨਾ ਉਹਨਾਂ ਨਾਲੋਂ, ਤਾਂ ਤੁਹਾਡੇ ਕੋਲ 3-4 ਬੰਦਿਆਂ ਦਾ ਕੰਟੈਕਟ ਹੋਣਾ ਚਾਹੀਦਾ। ਕਿਉਂਕਿ ਜੇ ਤੁਸੀਂ ਮੂਵ ਆਊਟ ਕਰਦੇ ਹੋ ਉਹਨਾਂ ਦੇ ਘਰ 'ਚੋਂ, ਤੁਸੀਂ ਰਹੋਗੇ ਕਿਹਦੇ ਨਾਲ? ਕੋਈ ਤੁਹਾਨੂੰ ਇੱਕ ਸਮੈਸਟਰ ਰੱਖ ਲੇਗਾ ਹਨਾ, 4 ਮਹੀਨੇ ਰੱਖ ਲੇਗਾ, 6-8 ਮਹੀਨੇ ਰੱਖ ਲੇਗਾ, ਤੇ ਉਦੋਂ ਬਾਅਦ ਤੁਹਾਨੂੰ ਮੂਵ ਆਊਟ ਕਰਨਾ ਹੀ ਪਊਗਾ। ਤਾਂ ਤੁਹਾਡੇ ਕੋਲ ਕੰਟੈਕਟਸ ਹੋਣੇ ਚਾਹੀਦੇ ਆ ਜਿਹਦੇ ਨਾਲ ਤੁਸੀਂ ਅੱਗੇ ਜਾ ਕੇ ਰਹਿਣਾਗਾ, ਤੇ ਉਹੀ ਲੋਕ ਤੁਹਾਡੀ ਹੈਲਪਫੁਲ ਕਰਨਗੇ ਰੂਮ ਲੱਭਣ ਦੇ ਵਿੱਚ ਹਨਾ, ਜਾਂ ਤੁਹਾਡਾ ਰੈਂਟ ਜਿਵੇਂ ਘੱਟ ਕਰਨਾ ਹਨਾ, ਜਿੰਨੇ ਜ਼ਿਆਦਾ ਤੁਸੀਂ ਹੋਵੋਗੇ। ਤੁਸੀਂ ਗਰੁੱਪ 'ਚ ਆਉਂਦਾ ਤੁਹਾਡਾ ਰੈਂਟ ਉਹਨੇ ਹਿਸਾਬ ਨਾਲ, ਜੇ ਤੁਸੀਂ ਸਿੰਗਲ ਰੂਮ ਲੈਣਾ ਪ੍ਰੈਫਰ ਕਰਦੇ ਹੋ ਤਾਂ ਉਹ ਵੀ ਠੀਕ ਹੈ, ਜੇ ਤੁਹਾਡੀ ਇਨਕਮ ਸਪੋਰਟ ਕਰਦੀ ਹੈ ਉਸ ਤਰ੍ਹਾਂ ਦੇ ਅਕੋਮੋਡੇਸ਼ਨ ਨੂੰ, ਤਾਂ ਸਿੰਗਲ ਰੂਮ ਵਰਗੀ। ਕਿਉਂਕਿ ਆਈ ਥਿੰਕ ਹੈਰੀ ਥੋੜੇ ਟਾਈਮ ਬਾਅਦ ਸਿੰਗਲ ਰਹਿਣ ਲੱਗ ਪਿਆ ਸੀਗਾ ਸਿੰਗਲ ਰੂਮ ਦੇ ਵਿੱਚ, ਕਿਉਂਕਿ ਉਹਦਾ ਆਈ ਥਿੰਕ ਉਹਦਾ ਵੀ ਆਪਣਾ ਇੱਕ ਬੈਨੀਫਿਟਸ ਹੈਗਾ, ਉਹ ਵੀ ਆਪਾਂ ਹੁਣ ਥੋੜੀ ਦੇਰ ਤੱਕ ਆਪਾਂ ਡਿਸਕਸ ਕਰਾਂਗੇ। ਬਟ ਕੰਟੈਕਟ ਬਣਾ ਕੇ ਰੱਖੋ, ਕਈ ਵਾਰ ਇਹ ਨਹੀਂ ਕਿ ਸਿਰਫ ਆਪਣੀ ਕਮਿਊਨਿਟੀ ਨਾਲ, ਕਈ ਵਾਰ ਕੈਨੇਡੀਅਨਸ ਵੀ, ਕਈ ਵਾਰ ਉਹਨਾਂ ਦੇ ਘਰ 'ਚ ਜਗ੍ਹਾ ਹੁੰਦੀ ਹੈ, ਕਈ ਵਾਰ ਉਹ ਵੀ ਅੱਗੇ ਹੈਲਪ ਕਰ ਦਿੰਦੇ ਆ, ਜਾਂ ਦੇ ਵਿਲ ਗੈਟ ਯੂ ਇਨ ਟੱਚ ਵਿਦ ਦ ਰਾਈਟ ਪਰਸਨ, ਜਾਂ ਜਿਹਦਾ ਉਹਨਾਂ ਦੇ ਸ਼ਾਇਦ ਕੋਈ ਅੱਗੇ ਯਾਰ ਦੋਸਤ ਹੋਣ ਜਿਨ੍ਹਾਂ ਕੋਲ ਕੋਈ ਰੈਂਟਲੀ ਯੂਨਿਟ ਕੋਈ ਅਵੇਲੇਬਲ ਹੋਵੇ ਰੂਮਸ ਲਈ। ਤੇ ਕਮਿਊਨੀਕੇਸ਼ਨ ਆਪਣੀ ਕਮਿਊਨਿਟੀ ਨਾਲ ਨਹੀਂ, ਬਾਕੀ ਹਰ ਇੱਕ ਕਮਿਊਨਿਟੀ ਨਾਲ, ਫਿਲੀਪੀਨੋਜ਼ ਵੀ ਹੈਗੇ ਨੇ ਇੱਥੇ, ਵੀਅਤਨਾਮੀਜ਼ ਨੇ, ਚਾਈਨੀਜ਼ ਨੇ, ਏਸ਼ੀਅਨਸ ਨੇ, ਆਪਣੇ ਮਿਡਲ ਈਸਟ ਤੋਂ ਲੋਕ ਆਏ ਨੇ, ਤਾਂ ਉਹਨਾਂ ਨਾਲ ਤੁਸੀਂ ਜੇ ਰਾਈਟ ਕਮਿਊਨੀਕੇਸ਼ਨ ਰੱਖੋਗੇ ਤੇ ਆਈ ਥਿੰਕ ਉਹ ਤੁਹਾਡੇ ਲਈ ਬੈਨੀਫਿਟ ਬਹੁਤ ਅੱਗੇ ਮੈਟਰ। ਕੰਟੈਕਟ ਬਣਾ ਕੇ ਰੱਖਣੇ ਤੇ ਕਮਿਊਨੀਕੇਟ ਕਰਨਾ, ਸਭ ਨਾਲ ਗੱਲਬਾਤ ਕਰਨੀ, ਠੀਕ ਹੈ। ਸ਼ੁਰੂ 'ਚ ਮੁਸ਼ਕਲ ਲੱਗਦਾ ਹੀ ਆ ਖੁੱਲ੍ਹਣਾ ਜਾਂ ਗੱਲਬਾਤ ਕਰਨੀ, ਪਰ ਜਿੰਨੀ ਗੱਲਬਾਤ ਆਪਣੀ ਕਰਨੀ ਸ਼ੁਰੂ ਕਰੋਗੇ ਉਹਨਾਂ ਤੁਹਾਡੇ ਲਈ ਇਨ ਫਿਊਚਰ ਈਜ਼ੀ ਰਹਿੰਦਾ। ਕੰਟੈਕਟਸ ਬਣਾਉਣੇ ਹਨਾ, ਲੋਕਾਂ ਦੇ ਨੰਬਰ ਰੱਖੋ। ਤੇ ਬਾਕੀ ਰੈਂਟ ਦਾ ਹਨਾ, ਬੇਸਮੈਂਟ ਦਾ ਰੈਂਟ ਅਲੱਗ ਹੁੰਦਾ ਤੇ ਸਿੰਗਲ ਰੂਮ ਦਾ ਅਲੱਗ ਹੁੰਦਾ। ਬੇਸਮੈਂਟ ਦਾ ਡਿਪੈਂਡ ਕਰਦਾ ਵੀ ਰੈਂਟ ਦੀ, ਹੁਣ ਆਪਾਂ ਗੱਲ ਤੇ ਆਈ ਆ ਵੀ ਹਰ ਸ਼ਹਿਰ 'ਚ ਅਲੱਗ-ਅਲੱਗ ਆ। ਹੁਣ ਨਾਇਗਰਾ 'ਚ ਤੁਹਾਡੇ ਮੈਨੂੰ ਲੱਗਦਾ ਬੇਸਮੈਂਟ ਕਿੰਨੇ ਕੁ ਦੀ ਮਿਲ ਜਾਂਦੀ ਹੋ, ਜੇ ਆਪਾਂ 1 ਬੈਡਰੂਮ ਜਾਂ 2 ਬੈਡਰੂਮ ਦੀ ਗੱਲ ਕਰੀਏ? 1 ਬੈਡਰੂਮ ਆਪਾਂ ਜੇ ਦੇਖੀਏ ਲਾਸਟ ਤੱਕ ਮੈਨੂੰ ਯਾਦ ਆ ਤਾਂ ਐਨੀਵੇਅਰ ਤੁਹਾਨੂੰ ਬਿਟਵੀਨ 1100 ਤੋਂ 1500 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ ਬੇਸਮੈਂਟ। ਤੇ ਕਿਉਂਕਿ ਲਾਸਟ ਮੇਰੇ ਕੁਝ ਨੋਨ ਦੇ ਵਿੱਚ ਵੀ ਹੈਗੀ ਹੈ, ਇੱਕ ਹਜੇ 2-4 ਦਿਨ ਪਹਿਲਾਂ ਮੇਰੀ ਇੱਥੇ ਦੇ ਨੇਟਿਵ ਨਾਲ ਗੱਲ ਹੋਈ ਸੀ, ਗੋਰੇ ਨਾਲ ਗੱਲ ਹੋਈ ਸੀ, ਤੇ ਆਈ ਥਿੰਕ ਉਹ 1350 ਦੇ ਰਹੇ ਸੀਗਾ 1 ਬੈਡਰੂਮ ਬੇਸਮੈਂਟ ਦਾ। ਓਕੇ, ਤੇ 1 ਬੈਡਰੂਮ ਬੇਸਮੈਂਟ। ਇਹੀ ਰੇਟ ਜੇ ਆਪਾਂ ਬ੍ਰੈਂਪਟਨ ਜਾਂਦੇ ਆ ਤਾਂ ਬ੍ਰੈਂਪਟਨ ਤੁਹਾਨੂੰ ਇਹ ਮੇਬੀ 1800 ਦੇ ਕਰੀਬ ਪੈ ਜਾਂਦੀ ਹੈ, 1700-1800 ਦੇ ਹੈ ਨਾ। ਤੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੇਟ ਹੁੰਦੇ ਆ, ਹੁਣ ਥੋੜੇ ਵੱਧ ਵੀ ਰਹੇ ਨੇ, ਤੇ ਡਿਪੈਂਡ ਕਰਦਾ ਹਾਂ ਵੀ ਯੂਟਿਲਿਟੀਜ਼ ਦਾ ਵੀ ਕੁਝ ਪਾ ਕੇ ਦਿੰਦੇ ਨੇ। ਠੀਕ ਹੈ, ਹਾਂ ਇਹ ਵੀ ਗੱਲ ਆ। ਕੁਝ ਇਹ ਤੁਸੀਂ ਚੈੱਕ ਕਰਨਾ, ਜੋ ਵੀ ਤੁਹਾਨੂੰ ਰੂਮ ਮਿਲ ਰਿਹਾ ਜਾਂ ਬੇਸਮੈਂਟ ਮਿਲ ਰਹੀ ਹੈ ਤਾਂ ਉਹਦੇ 'ਚ ਯੂਟਿਲਿਟੀਜ਼ ਪੁੱਛ ਲਿਓ ਵੀ ਕੀ ਨੇ। ਵਾਈਫਾਈ ਹੈ ਉਹਦੇ 'ਚ, ਆ ਚੀਜ਼ਾਂ ਜਿਹੜੀਆਂ ਤੁਸੀਂ ਮੇਨ ਚੈੱਕ ਕਰਨੀਆਂ ਨੇ ਹਨਾ। ਵਾਈਫਾਈ ਤੇ ਆਪਣਾ ਹਾਈਡਰੋ ਦਾ ਵੀ ਬਿੱਲ ਉਹਦੇ 'ਚ ਇਨਕਲੂਡਡ ਆ ਹਨਾ। ਕਈਆਂ 'ਚ ਵਾਟਰ ਬਿੱਲ ਜਾਂ ਹਾਈਡਰੋ ਦਾ ਬਿੱਲ ਤੁਹਾਨੂੰ ਅਲੱਗ ਦੇਣਾ ਪੈਂਦਾ ਹਨਾ। ਤੇ ਵਾਸ਼ਿੰਗ ਮਸ਼ੀਨ ਹਨਾ, ਲਾਉਂਡਰੀ ਹੈਗੀ ਹੈ ਜਾਂ ਨਹੀਂ ਹੈਗੀ? ਬਿਲਕੁਲ ਹਾਂਜੀ। ਕਈ ਥਾਵਾਂ ਤੇ ਲਾਉਂਡਰੀ ਹੀ ਨਹੀਂ ਹੁੰਦੀ, ਕਈਆਂ ਨੂੰ ਬਾਹਰ ਜਾ ਕੇ ਕੋਇਨ ਲਾਉਂਡਰੀ ਕਰਨੀ ਪੈਂਦੀ ਹੈ ਹਨਾ। ਨਹੀਂ ਤਾਂ ਫਿਰ ਕੁਝ ਘਰਾਂ ਦੇ ਵਿੱਚ ਵੀ ਕਈ ਲੋਕ ਕੋਇਨ ਲਾਉਂਡਰੀ ਰੱਖਦੇ ਨੇ। ਓਕੇ, ਹਾਂ ਕਈ ਥਾਵਾਂ ਤੇ ਫਿਰ ਘਰਾਂ 'ਚ ਵੀ ਕੋਇਨ ਲਾਉਂਡਰੀ ਹੋ ਸਕਦੀ ਹੈ, ਤੁਸੀਂ ਕੋਇਨ ਪਾ ਕੇ ਲਾਉਂਡਰੀ ਕਰ ਸਕਦੇ ਹੋ। ਰੈਂਟਲ ਯੂਨਿਟ ਉਹਨਾਂ ਨੇ ਕਿਆ ਪਤਾ ਅਲੱਗ ਤੋਂ ਬਣਾ ਕੇ ਰੱਖਿਆ ਹੋਵੇ। ਬਿਲਕੁਲ, ਇਹ ਤੁਸੀਂ ਪਤਾ ਕਰਨਾ ਵੀ ਲਾਉਂਡਰੀ ਇਨਕਲੂਡਡ ਆ ਰੈਂਟ ਦੇ ਵਿੱਚ ਹਨਾ, ਵਾਈਫਾਈ ਇਨਕਲੂਡਡ ਆ, ਤੇ ਹਾਈਡਰੋ ਦਾ ਬਿੱਲ ਇਨਕਲੂਡਡ ਆ ਹਨਾ। ਬਿਲਕੁਲ, ਇਹ ਚੀਜ਼ਾਂ ਮੇਨ ਨੇ ਜਿਹੜੀਆਂ ਤੁਹਾਡੀ ਉਹਦੇ 'ਚ ਇਨਕਲੂਡਡ ਹੋਣੀਆਂ ਚਾਹੀਦੀਆਂ ਨੇ। ਹੋਰ ਕੁਝ? ਹਾਂਜੀ, ਜੇ ਤੁਹਾਡੇ ਕੋਲ ਕੋਈ ਕਾਰ ਹੈਗੀ ਹੈ, ਤੁਹਾਡੇ ਕੋਲ ਕੋਈ ਵਹੀਕਲ ਹੈ,
ਕਈ ਵਾਰ ਕੁਝ ਜਿਹੜੇ ਲੈਂਡਲੋਰਡਸ ਨੇ ਉਹ ਚਾਰਜ ਕਰਦੇ ਨੇ ਪਾਰਕਿੰਗ ਦਾ ਮੈਂ ਪੇ ਕਰ ਰਿਹਾ ਪਾਰਕਿੰਗ ਦਾ। ਹਾਂ, ਜੇ ਟੋਰਾਂਟੋ ਏਰੀਆ 'ਚ ਪਾਰਕਿੰਗ ਦਾ ਰੈਂਟ ਹੁੰਦਾ, ਜੇ ਤੁਸੀਂ ਕਾਰ ਇਨ ਫਿਊਚਰ ਲੈਣੀ ਆ ਜਾਂ ਛੇਤੀ ਲੈਣ ਦੀ ਸੋਚ ਰਹੇ ਹੋ ਨਾ, ਉਹ ਤੁਸੀਂ ਪੁੱਛਣਾ ਵੀ ਤੁਹਾਡੀ ਪਾਰਕਿੰਗ ਫੀ ਹੈਗੀ ਆ ਕਿ ਨਹੀਂ। ਸਾਡੇ ਏਰੀਆ 'ਚ ਆਲਮੋਸਟ $100 ਪਾਰਕਿੰਗ ਦੇ ਲੈ ਲੈਂਦੇ ਆ ਮੰਥਲੀ। ਹਾਂ, ਮੰਥਲੀ $100 ਪਾਰਕਿੰਗ ਦਾ ਲੈ ਲੈਂਦੇ ਹੈਗੇ। ਤੇ ਪੁੱਛਣਾ ਵੀ ਪੈਂਦਾ, ਇਹ ਨਹੀਂ ਪਤਾ ਵੀ ਉਹਨਾਂ ਕੋਲ ਜਗ੍ਹਾ ਹੈਗੀ ਵੀ ਆ ਜਾਂ ਨਹੀਂ। ਉਹਨਾਂ ਕੋਲ ਗੈਰਾਜ ਹੁੰਦੇ ਹੈਗੇ। ਸਾਡੇ ਇੱਧਰ ਟੋਰਾਂਟੋ ਏਰੀਆ 'ਚ ਜ਼ਿਆਦਾਤਰ ਉਹ ਪਾਰਕਿੰਗ ਨਹੀਂ ਹੁੰਦੀ ਹੈਗੀ, ਸਟਰੀਟ ਪਾਰਕਿੰਗ ਕੀ ਆਪਣਾ ਡਰਾਈਵੇ ਪਾਰਕਿੰਗ ਨਹੀਂ ਹੁੰਦੀ ਹੈਗੀ। ਤੇ ਤੁਹਾਨੂੰ ਪੁੱਛਣਾ ਪਊਗਾ ਵੀ ਉਹਦੇ ਕੋਲ ਗੈਰਾਜ 'ਚ ਜਗ੍ਹਾ ਹੈਗੀ ਹੈ ਜਾਂ ਨਹੀਂ। ਤੇ ਹੋ ਸਕਦਾ ਟੀਨੈਂਟਸ ਉਹਦੇ ਕੋਲ ਮੇ ਵੀ 15 ਰਹਿ ਰਹੇ ਹੋਣ ਤੇ ਗੈਰਾਜ 'ਚ ਜਗ੍ਹਾ 2 ਗੱਡੀਆਂ ਦੀ ਹੁੰਦੀ ਹੈ ਨਾ। ਤੇ ਫਿਰ ਤੁਹਾਨੂੰ ਆਪਣਾ ਇੰਤਜ਼ਾਮ ਕਰਨਾ ਪਊਗਾ। ਤੇ ਇਹ ਚੀਜ਼ਾਂ ਤੁਸੀਂ ਦੇਖਣੀਆਂ ਹੁੰਦੀਆਂ ਨੇ ਵੀ ਕਿਹੜੀਆਂ ਚੀਜ਼ਾਂ ਉਹਦੇ 'ਚ ਇਨਕਲੂਡਡ ਨੇ। ਬਿਲਕੁਲ ਕਿਉਂਕਿ ਕੁਝ ਘਰਾਂ ਦੇ ਜਿਹੜੇ ਡਿਜ਼ਾਈਨ ਹੈਗੇ ਆ ਉਹ ਹਾਰਡਲੀ ਕਿਆ ਪਤਾ ਇੱਕ ਗੱਡੀ ਨੂੰ ਸਪੋਰਟ ਕਰਦੇ ਹੋਣ ਡਰਾਈਵੇ ਉਹਦਾ। ਤੇ ਸਟਰੀਟ ਪਾਰਕਿੰਗ ਲਈ ਹੋ ਸਕਦਾ ਜਾਂ ਤਾਂ ਸਟਰੀਟ ਪਾਰਕਿੰਗ ਫ੍ਰੀ ਹੋਵੇ ਜਾਂ ਲਿਮਿਟਿਡ ਟਾਈਮ ਲਈ ਹੋਵੇ ਜਾਂ ਬਿਲਕੁਲ ਹੀ ਜਾਂ ਪੇਡ ਹੋਵੇ। ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਕਿਉਂਕਿ ਜੇ ਤੁਸੀਂ ਸਟਰੀਟ ਤੇ ਗੱਡੀ ਲਾ ਦਿੰਦੇ ਹੋ ਤਾਂ ਕਈ ਵਾਰ ਉਹ ਪਾਰਕਿੰਗ ਟਿਕਟ ਦਾ ਵੀ ਕਈ ਵਾਰ ਇਸ਼ੂ ਆ ਜਾਂਦਾ ਵਿੱਚ। ਕਿਸੇ ਸਟਰੀਟ ਤੇ ਫ੍ਰੀ ਆ, ਜਿਵੇਂ ਹੁਣ ਸਾਡੀ ਸਟਰੀਟ ਦੀ ਗੱਲ ਕਰਾਂ ਤਾਂ ਰਾਤ ਦੇ 8 ਵਜੇ ਤੋਂ ਸਵੇਰ ਦੇ 8 ਵਜੇ ਤੱਕ ਕੋਈ ਚਾਰਜ ਨਹੀਂ ਹੈਗਾ। ਅੱਛਾ ਜੀ, ਕੋਈ ਟਿਕਟ ਨਹੀਂ ਹੈਗੀ। 12 ਘੰਟੇ ਪਾਰਕ ਕਰ ਸਕਦੇ ਹੋ, ਮਤਲਬ ਐ ਲਾ ਲਓ ਵੀ ਓਵਰਨਾਈਟ ਪਾਰਕ ਕਰ ਸਕਦੇ ਹੋ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ। ਤੁਸੀਂ ਡਾਊਨਟਾਊਨ ਟੋਰਾਂਟੋ ਰਹਿੰਦੇ ਹੋ ਰਾਈਟ? ਨਹੀਂ, ਮੈਂ ਰਹਿਣਾ ਯਾਰਕ ਯੂਨੀਵਰਸਿਟੀ ਦੇ ਕੋਲ, ਨਾਰਥ ਯਾਰਕ 'ਚ ਹੈ ਨਾ। ਤੇ ਉਹ ਮਤਲਬ ਬਿਜ਼ੀ ਏਰੀਆ ਮੰਨਿਆ ਜਾਂਦਾ ਹੈ ਇਸ ਕਰਕੇ। ਹਾਂ, ਕਾਈਂਡ ਆਫ ਬਿਜ਼ੀ ਏਰੀਆ ਕਹਿ ਸਕਦੇ ਤੁਸੀਂ। ਉੱਥੇ ਸਟੂਡੈਂਟ ਕਾਫੀ ਹੁੰਦੇ ਆ, ਠੀਕ ਹੈ। ਤੇ ਸਟਰੀਟ ਪਾਰਕਿੰਗ ਜਦੋਂ ਫ੍ਰੀ ਆ ਤਾਂ ਆਲਮੋਸਟ ਜ਼ਿਆਦਾਤਰ ਲੋਕ ਉੱਥੇ ਲਾ ਹੀ ਦਿੰਦੇ ਹੈਗੇ। ਤੇ ਉਹ ਹੈਗੀ ਇੱਕ 12 ਘੰਟੇ ਦੀ ਲਿਮਿਟ ਆ। ਪਰ ਜਦੋਂ ਸਵੇਰ ਦੇ 8 ਵਜੇ ਤੋਂ ਬਾਅਦ ਤੁਸੀਂ ਗੱਡੀ ਨਹੀਂ ਚੱਕੀ ਹੈਗੀ, ਠੀਕ ਹੈ, ਤੇ ਫਿਰ ਟਿਕਟ ਤੁਹਾਨੂੰ ਮਿਲ ਸਕਦੀ ਹੈ। ਸਵੇਰ ਦੇ 8 ਤੋਂ ਰਾਤ ਦੇ 8 ਤੱਕ ਜਿਹੜਾ ਆਪਣਾ ਦੁਪਹਿਰ ਦਾ ਟਾਈਮ ਹੁੰਦਾ, ਸਵੇਰ ਤੋਂ ਸ਼ਾਮ ਤੱਕ ਦਾ, ਉਹਦੇ ਵਿੱਚ ਤੁਸੀਂ ਗੱਡੀ ਸਿਰਫ 1 ਘੰਟੇ ਲਈ ਖੜਾ ਸਕਦੇ। 1 ਘੰਟੇ ਦੀ ਲਿਮਿਟ ਹੈਗੀ। ਜੇ 1 ਘੰਟੇ ਤੋਂ ਉੱਪਰ ਹੋਈ ਉਹ ਚੌਕ ਲਾ ਕੇ ਚਲੇ ਜਾਂਦੇ ਤੁਹਾਡੇ ਟਾਇਰਾਂ ਦੇ, ਹਨਾ। ਜਿਹੜੇ ਪਾਰਕਿੰਗ ਵਾਲੇ ਹੁੰਦੇ ਆ ਉਹ ਆਪਦੀ ਪੈਟਰੋਲਿੰਗ ਕਰਦੇ ਰਹਿੰਦੇ ਏਰੀਆ ਦੀ। ਤੇ ਜੇ ਉਹਨਾਂ ਨੂੰ ਦੇਖ ਗਿਆ ਵੀ ਗੱਡੀ ਇੱਥੇ ਦੀ ਇੱਥੇ ਹੀ ਹੈ ਤਾਂ ਤੁਹਾਨੂੰ ਟਿਕਟ ਦੇ ਜਾਂਦੇ ਆ। ਉਹ ਮੈਨੂੰ ਲੱਗਦਾ $40-60 ਦੀ ਟਿਕਟ ਹੁੰਦੀ ਹੈਗੀ ਪਾਰਕਿੰਗ ਦੀ, ਤੇ ਉਹ ਤੁਹਾਨੂੰ ਮਿਲ ਸਕਦੀ ਆ। ਉਹ ਫਿਰ ਤੁਸੀਂ ਪੇ ਕਰਨੀ ਹੋਊਗੀ। ਹਾਂਜੀ, ਉਹ ਡਿਪੈਂਡ ਕਰਦਾ, ਕਿਉਂਕਿ ਜਿਹੜਾ ਮਾਰਨਿੰਗ ਤੋਂ ਜਿਹੜਾ 8 ਤੋਂ ਲੈ ਕੇ ਸ਼ਾਮ ਦੇ 8 ਦਾ ਜਿਹੜਾ ਵਿੱਚ ਟਾਈਮ ਹੈਗਾ ਉਹ ਯੂਜੂਲੀ ਵਰਕ ਆਵਰਸ ਹੁੰਦੇ ਨੇ ਲੋਕਾਂ ਦੇ। ਤੇ ਉਹਦੇ ਵਿੱਚ ਹਰ ਇੱਕ ਦਾ ਦੇਖੋ ਤਾਂ ਟਾਈਮ ਬਹੁਤ ਵੈਲਿਊਏਬਲ ਹੈ। ਤੇ ਹਰ ਇੱਕ ਕਿਆ ਪਤਾ ਕਿਹੜਾ ਬੰਦਾ ਕਿਹੜੇ ਕੰਮ ਲਈ ਆਇਆ ਹੋਵੇ ਤਾਂ ਉਹਨੂੰ ਗੱਡੀ ਅੱਧੇ ਘੰਟੇ ਲਈ ਘੰਟੇ ਲਈ ਪਾਰਕ ਕਰਨੀ ਉੱਥੇ ਪੈ ਜਾਵੇ। ਬਟ ਜੇ ਤੁਸੀਂ ਜਾਣਬੁੱਝ ਕੇ ਤੁਸੀਂ ਵਿਲਫੁਲੀ ਤੁਸੀਂ ਕਰ ਰਹੇ ਹੋ ਗੱਡੀ ਪਾਰਕ ਤੇ ਉੱਥੇ ਪਾਰਕ ਕਰਕੇ ਤੁਸੀਂ ਹੋਰ ਹੀ ਕਿਤੇ ਜਾ ਰਹੇ ਹੋ ਤੇ ਗੱਡੀ 3-4 ਘੰਟੇ ਤੁਸੀਂ ਸੋਚਦੇ ਹੋ ਕਿ ਇੱਥੇ ਪਾਰਕ ਕਰ ਲੈਂਦੇ ਆ, ਕਿਸੇ ਦੀ ਜਗ੍ਹਾ ਰੋਕ ਲੈਂਦੇ ਤੇ ਆਪਾਂ ਜਾ ਕੇ ਆਪਣਾ ਘੁੰਮ ਆਉਂਦੇ, ਤੇ ਉਹ ਇੱਕ ਤਰ੍ਹਾਂ ਨਾਲ ਉਹ ਇੱਕ ਵਾਇਲੇਸ਼ਨ ਹੈ ਪਾਰਕਿੰਗ ਦਾ। ਤੇ ਜਿੰਨਾ ਚਿਰ ਤੁਸੀਂ ਉੱਥੇ ਨੇੜੇ ਤੇੜੇ ਹੈਗੇ ਉਹਨਾਂ ਚਿਰ ਪਾਰਕਿੰਗ ਦਾ ਯੂਜ਼ ਕਰੋ। ਬਿਲਕੁਲ, ਇਨਕਨਵੀਨੀਅੰਸ ਕਿਸੇ ਨੂੰ ਕਿਉਂ ਕਾਜ਼ ਕਰਨੀ ਹੈ। ਤੇ ਇਹ ਚੀਜ਼ਾਂ ਨਹੀਂ ਹੈ, ਇਹ ਆ ਜਾਂਦੀਆਂ ਨੇ ਤੁਹਾਡੇ ਹਾਊਸਿੰਗ ਦੇ ਵਿੱਚ। ਤੇ ਬਾਕੀ ਡਿਪੈਂਡ ਕਰਦਾ, ਤੁਸੀਂ ਕੋਈ ਸਿੰਗਲ ਰੂਮ 'ਚ ਰਹਿਣਾ ਵੀ ਪ੍ਰੈਫਰ ਕਰ ਸਕਦਾ, ਹੈ ਨਾ। ਤਾਂ ਉਹਦੇ ਤੁਸੀਂ ਪੁੱਛਣਾ ਹੁੰਦਾ ਵੀ ਕਿਚਨ ਆ ਜਿਹੜੀ ਉਹ ਸ਼ੇਅਰਿੰਗ ਵੀ ਹੋ ਸਕਦੀ ਹੈ ਤੁਹਾਡੀ, ਹੈ ਨਾ। ਕਈਆਂ ਦਾ ਵਾਸ਼ਰੂਮ ਸ਼ੇਅਰਿੰਗ ਹੋ ਸਕਦਾ, ਹੈ ਨਾ। 2 ਰੂਮ ਦਾ ਸ਼ੇਅਰਿੰਗ ਹੋ ਸਕਦਾ, ਜਾਂ ਤੁਹਾਡਾ ਰੂਮ ਦੇ ਨਾਲ ਅਟੈਚਡ ਵਾਸ਼ਰੂਮ ਹੋ ਸਕਦਾ। ਇਹ ਚੀਜ਼ਾਂ ਤੁਸੀਂ ਆਪਣੇ ਜੋ ਵੀ ਜਿਹਦੇ ਨਾਲ ਵੀ ਰੂਮ ਦੀ ਗੱਲ ਕਰ ਰਹੇ ਹੋ ਉਹਦੇ ਤੋਂ ਪੁੱਛ ਸਕਦੇ ਹੋ, ਹੈ ਨਾ, ਵੀ ਕਿਹੜੀ ਚੀਜ਼ਾਂ ਅਲਾਓ ਨੇਗੀਆਂ। ਤੇ ਇਹਦੇ ਵਿੱਚ ਹੈਰੀ ਹੁਣ ਜਿਵੇਂ ਅੱਜ ਕੱਲ੍ਹ ਆਪਾਂ ਜਿਵੇਂ ਦੇਖਦੇ ਆ ਰਹੇ ਸੋਸ਼ਲ ਮੀਡੀਆ ਤੇ ਵੀ ਕਿ ਮੁੰਡਿਆਂ ਨੂੰ ਕਈ ਵਾਰ ਰੈਂਟਲ ਯੂਨਿਟਸ ਨਹੀਂ ਦਿੰਦੇ ਲੈਂਡਲੋਰਡਸ ਵਗੈਰਾ, ਕਿਉਂਕਿ ਇਹੋ ਜਿਹੇ ਕੁਝ ਇਨਸੀਡੈਂਟਸ ਹੋਏ ਪਿੱਛੇ, ਜਿਵੇਂ ਕਹਿੰਦੇ ਕਿ ਆਪਣੇ ਜਿਹੜੇ ਨਿਊ ਕਮਰਸ ਨੇ ਬਹੁਤ ਜ਼ਿਆਦਾ ਗਾਹ ਪਾਉਂਦੇ ਨੇ ਜਾਂ ਖਰਾਬ ਕਰਦੇ ਨੇ। ਤੇ ਤੁਹਾਨੂੰ ਕੋਈ ਇਹੋ ਜਿਹਾ ਚੈਲੰਜ ਆਇਆ ਹੋਵੇ ਜਾਂ ਤੁਹਾਡੇ ਤੇ ਕੋਈ ਇਹੋ ਜਿਹਾ ਕੋਈ ਸਵਾਲ ਪੁੱਛਿਆ ਹੋਵੇ ਕਿ ਤੁਹਾਨੂੰ ਕਿਉਂ ਚਾਹੀਦਾ ਹੈ, ਜਾਂ ਆਪਾਂ ਸਿੰਗਲ ਬੰਦੇ ਨੂੰ ਜਾਂ ਆਪਾਂ ਮੇਲ ਨੂੰ ਆਪਾਂ ਨਹੀਂ ਦਿੰਦੇ ਰੂਮ, ਤੁਹਾਨੂੰ ਇਹੋ ਜਿਹਾ ਕੁਝ? ਮੈਂ ਇਦਾਂ ਦਾ ਫੇਸ ਨਹੀਂ ਕੀਤਾ, ਕਿਉਂਕਿ ਮੈਂ ਬਹੁਤ ਟਾਈਮ ਦਾ ਇੱਕ ਜਗ੍ਹਾ ਤੇ ਸਟੇ ਕਰ ਰਿਹਾ ਹਾਂ ਨਾ। ਅੱਛਾ ਜੀ। ਤੇ ਮੇਰੀ ਆਪਣੀ ਇਕੁਏਸ਼ਨ ਜਿਹੜੀ ਲੈਂਡਲੋਰਡ ਆਗਾ ਉਹਦੇ ਨਾਲ ਠੀਕ ਆ ਗਈ, ਹੈ ਨਾ। ਕਦੇ ਆਪਾਂ ਕੁਝ ਖਰਾਬ ਨਹੀਂ ਕੀਤਾ, ਕੁਝ ਭੰਨ ਤੋੜ ਨਹੀਂ ਕੀਤੀ। ਪਰ ਹਾਂ, ਕੁਝ ਲੋਕ ਇਹ ਕਰ ਜਾਂਦੇ ਹਨ। ਮੈਂ ਇੱਕ ਕੰਪਨੀ 'ਚ ਕੰਮ ਕਰਨ ਲੱਗਿਆ ਸੀਗਾ, ਟਰੱਕਿੰਗ ਕੰਪਨੀ ਸੀਗੀ। ਉਹਦੇ 'ਚ ਮੈਨੂੰ ਉਹਨੇ ਦੱਸਿਆ, ਟਰੱਕਿੰਗ ਕੰਪਨੀ ਦਾ ਓਨਰ ਸੀਗਾ ਤੇ ਪਾਕਿਸਤਾਨ ਦਾ ਸੀਗਾ। ਉਹਨੇ ਮੈਨੂੰ ਦੱਸਿਆ ਸੀ, ਕਹਿੰਦਾ ਮੇਰਾ ਸਕਾਰਬਰੋ ਘਰ ਸੀਗਾ ਤੇ ਕਹਿੰਦਾ ਮੈਂ ਵੀ ਇੰਡੀਅਨ ਲੋਕਾਂ ਨੂੰ ਦਿੱਤਾ ਸੀਗਾ। ਅੱਛਾ ਜੀ। ਪਹਿਲਾਂ ਤਾਂ ਕਹਿੰਦਾ ਉਹਨਾਂ ਨੇ ਛੱਡਿਆ ਨਹੀਂ। 2 ਫੈਮਿਲੀਜ਼ ਇਕੱਠੀਆਂ ਰਹਿ ਰਹੀਆਂ ਸੀ ਵੀ 2, ਹੈ ਨਾ, 2 ਮੁੰਡੇ ਸੀਗੇ, ਉਹ ਆਪਣੀ ਵਾਈਫਸ ਨਾਲ ਰਹਿ ਰਹੇ ਸੀ। ਕਹਿੰਦਾ ਪਹਿਲਾਂ ਤਾਂ ਉਹ ਖਾਲੀ ਨਹੀਂ ਕੀਤਾ ਉਹਨਾਂ ਨੇ, ਹੈ ਨਾ, ਜਦੋਂ ਅਸੀਂ ਕਹੀ ਗਏ ਖਾਲੀ ਕਰੋ। ਤੇ ਜਦੋਂ ਕਹਿੰਦਾ ਅੱਕ ਕੇ ਉਹ ਖਾਲੀ ਕਰਕੇ ਗਏ ਤਾਂ ਉਹ ਇੰਨਾ ਭੰਨ ਤੋੜ ਕਰ ਗਏ, ਕਹਿੰਦਾ ਮੇਰੀ, ਤੇ ਨਾਲੇ ਰੈਂਟ ਰੂੰਟ ਨਹੀਂ ਪੂਰਾ ਦੇ ਕੇ ਗਏ, ਹੈ ਨਾ। ਤੇ ਉਹ ਕਹਿੰਦਾ ਵੀ ਫਿਰ ਮੈਂ ਹੁਣ ਉਹ ਛਡਾ ਹੀ ਲਿਆ ਕਰ। ਹੁਣ ਕਹਿੰਦਾ ਮੈਂ ਜਾਂ ਤਾਂ ਆਪ ਰਹਿ ਲੂੰਗਾ ਜਾਂ ਮੈਂ ਉਹਦੇ 'ਚ ਕਿਸੇ ਨੂੰ ਨਹੀਂ ਰੱਖਦਾ ਹੈਗਾ। ਤਾਂ ਇਹ ਚੀਜ਼ ਆ ਗਈ ਵੀ ਕੁਝ ਲੋਕ ਕੁਝ ਚੀਜ਼ ਨੂੰ ਐਕਸਪਲੋਇਟ ਕਰ ਜਾਂਦੇ ਹਨ। ਤੁਹਾਡੀ ਮੇਬੀ ਕਿਸੇ ਨਾਲ ਕੋਈ
ਉਹਦੀ ਵੀ ਮੇਬੀ ਉਹਨਾਂ ਦੀ ਵੀ ਕੋਈ ਸਾਈਡ ਹੋਊਗੀ, ਪਰ ਫਿਰ ਵੀ ਕਿਸੇ ਦੀ ਪ੍ਰਾਪਰਟੀ ਤੁਸੀਂ ਰਹਿ ਕੇ ਜਾ ਰਹੇ ਹੋ ਤਾਂ ਉਹਦੇ 'ਚ ਭੰਨ ਤੋੜ ਕਰਨ ਦਾ ਜਾਂ ਹੋਰ ਕਰਨ ਦਾ ਹਨਾ ਤੁਹਾਡਾ ਉਹ ਬਣਦਾ ਨਹੀਂ ਹੈਗਾ, ਕਿਉਂਕਿ ਫਿਰ ਅਗਲਿਆਂ ਨੂੰ ਦੇਣ ਲੱਗੇ ਅਗਲਾ ਹੈਜ਼ਿਟੇਟ ਕਰਦਾ ਹਨਾ ਇੱਕ ਤਾਂ ਆਪਦੀ ਰਿਪਲ ਇਫੈਕਟ ਪੈ ਜਾਂਦਾ ਬਿਲਕੁਲ ਆਪਦੀ ਕਮਿਊਨਿਟੀ ਦਾ ਬੰਦਾ ਥੋੜਾ ਸੋਚਦਾ ਵੀ ਹਨਾ, ਜਿਵੇਂ ਪਾਕਿਸਤਾਨ ਦਾ ਜਾਂ ਇੰਡੀਆ ਦਾ ਕੋਈ ਆਪਦੀ ਕਮਿਊਨਿਟੀ ਨੂੰ ਦੇ ਦਿੰਦੇ ਹਨਾ ਕੁਝ ਚੀਜ਼ਾਂ ਅਲਾਓ ਵੀ ਕਰ ਦਿੰਦੇ ਹੈਗੇ, ਤਾਂ ਮੇਬੀ ਕੱਲ ਨੂੰ ਤੁਹਾਡਾ ਆਪਣਾ ਵੀ ਘਰ ਹੋਊਗਾ ਤਾਂ ਆਪਾਂ ਅੱਜ ਕਿਸੇ ਦੇ ਰੈਂਟ ਤੇ ਰਹਿੰਦੇ ਆਪਾਂ ਉਹਨਾਂ ਨਾਲ ਗਲਤ ਕਰਦੇ ਆ, ਕੱਲ ਨੂੰ ਆਪਾਂ ਨੂੰ ਵੀ ਆਪਦੇ ਹਨਾ ਕੋਈ ਚਾਹੀਦਾ ਹੋਊਗਾ ਵੀ ਸਾਡੇ ਘਰ ਨੂੰ ਹਨਾ ਰੈਂਟ ਤੇ ਲੈਣ ਲਈ, ਤਾਂ ਆਪਣੇ ਨਾਲ ਕੋਈ ਕਰੇ ਆਪਾਂ ਨੂੰ ਨਹੀਂ ਚੰਗਾ ਲੱਗਦਾ ਤਾਂ ਫਿਰ ਮੇਰੇ ਹਿਸਾਬ ਨਾਲ ਉਹ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ। ਇਹ ਪ੍ਰੋਬਲਮਸ ਨੇ ਜਿਹੜੀਆਂ ਆਉਂਦੀਆਂ ਨੇ ਇਹ ਕਾਫੀ ਕਾਮਨ ਹੋ ਰਹੀ ਹੈ ਚੀਜ਼ ਹਨਾ। ਹਾਂਜੀ ਕਾਫੀ ਜ਼ਿਆਦਾ, ਕਿਉਂਕਿ ਇੱਥੇ ਵੀ ਹਾਊਸਿੰਗ ਦੇ ਵਿੱਚ ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਨਿਊਕਮਰਸ ਆਉਂਦੇ ਨੇ ਜਾਂ ਤਾਂ ਸਾਰਾ ਦਿਨ ਜਿਵੇਂ ਲਾਈਟਸ ਔਨ ਨੇ ਜਾਂ ਪਾਣੀ ਚੱਲਦਾ ਰਿਹਾ, ਕਿਉਂਕਿ ਉਹ ਸਿਰਫ ਰੂਮ ਲਈ ਉਹਨਾਂ ਨੂੰ ਲੱਗਦਾ ਕਿ ਅਸੀਂ ਰੂਮ ਲਈ ਪੇ ਕਰ ਰਹੇ ਹਾਂ, ਤਾਂ ਆਪਾਂ ਬਿਲਕੁਲ ਜਿੰਨਾ ਮਰਜ਼ੀ ਆਪਾਂ ਵੇਸਟ ਕਰੀਏ ਜਿੰਨਾ ਮਰਜ਼ੀ ਆਪਾਂ ਯੂਜ਼ ਕਰੀਏ ਸਾਨੂੰ ਕੋਈ ਐਕਸਟਰਾ ਐਡੀਸ਼ਨਲ ਕੋਈ ਕਾਸਟ ਨਹੀਂ ਪੈਣੀ, ਜੋ ਕਿ ਬਿਲਕੁਲ ਹੀ ਗਲਤ ਹੈ, ਕਿਉਂਕਿ ਇਹ ਸਾਰਾ ਕੁਝ ਇੱਥੇ ਰੈਗੂਲੇਟਡ ਹੁੰਦਾ ਹੈ ਤੇ ਸਿਰਫ ਕੁਝ ਯੂਨਿਟ ਤੁਹਾਨੂੰ ਫ੍ਰੀ ਮਿਲਦੇ ਐਲੈਕਟ੍ਰਿਸਿਟੀ ਦੇ ਜਾਂ ਤੁਹਾਨੂੰ ਰਿਬੇਟਸ ਮਿਲਦੇ ਨੇ, ਬਟ ਤੁਸੀਂ ਐਜ਼ ਅ ਟੈਨੈਂਟ ਜੇ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਮਝਦੇ, ਜੇ ਤੁਸੀਂ ਆਪਦੇ ਰੂਮ ਨੂੰ ਆਪਦਾ ਘਰ ਨਹੀਂ ਸਮਝਦੇ ਤਾਂ ਫਿਰ ਇੱਕ ਕੰਫਲਿਕਟ ਦੀ ਸਿਚੁਏਸ਼ਨ ਲੈਂਡਲੌਰਡ ਤੇ ਟੈਨੈਂਟ ਦੇ ਵਿੱਚ ਬਿਲਕੁਲ ਕੱਲ ਨੂੰ ਤੁਸੀਂ ਵੀ ਉਸ ਸਿਚੁਏਸ਼ਨ 'ਚ ਆਉਣਾ ਹੀ ਹੈਗਾ ਹਨਾ, ਆਪਾਂ ਵੀ ਘਰ ਲੈਣੇ ਆ ਜਾਂ ਆਪਾਂ ਵੀ ਰੈਂਟ ਤੇ ਚੜਾਉਣੇ ਹਨਾ, ਜੇ ਆਪਾਂ ਕਿਸੇ ਨਾਲ ਸਹੀ ਨਹੀਂ ਤਾਂ ਫਿਰ ਕੱਲ ਨੂੰ ਆਪਣੇ ਨਾਲ ਵੀ ਫਿਰ ਉਹੀ ਚੀਜ਼ ਆ ਜਿਹੜੀ ਚੀਜ਼ ਆਪਾਂ ਅੱਗੇ ਪਾਸ ਔਨ ਕਰਦੇ ਜਾਂਦੇ ਆ ਉਹ ਚੀਜ਼ ਆਪਾਂ ਨੂੰ ਹੀ ਮਿਲਦੀ ਆ, ਤੇ ਇਸ ਚੀਜ਼ ਕਰਕੇ ਕੁਝ ਲੋਕ ਹੈਗੇ ਨੇ ਜਿਹੜੇ ਮਤਲਬ ਵੀ ਫਿਰ ਥੋੜੀ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਜਾਂਦੀ ਹੈ ਨਾ ਵੀ ਅਸੀਂ ਸਟੂਡੈਂਟਸ ਨੂੰ ਨਹੀਂ ਦਿੰਦੇ ਹੈਗੇ ਜਾਂ ਕੁਝ ਵੀ ਹਨਾ, ਇਹ ਤੁਹਾਨੂੰ ਕੋਈ ਚੀਜ਼ ਫੇਸ ਕਰਨੀ ਪੈ ਸਕਦੀ ਹੈ, ਇਹਦਾ ਮੈਨੂੰ ਨਹੀਂ ਲੱਗਦਾ ਇਹ ਬੁਰਾ ਮਨਾਉਣ ਦਾ ਆਪਣੇ ਤੇ ਕੁਝ ਹੈਗਾਗਾ ਹਨਾ, ਕਿਉਂਕਿ ਉਹਦੀ ਵੀ ਕੰਡੀਸ਼ਨ ਹੋ ਜਾਂਦੀ ਹੈ ਵੀ ਉਹ ਬੰਦਾ ਇਹ ਜੀ ਚੀਜ਼ ਫੇਸ ਕਰ ਚੁੱਕਿਆ ਹੁੰਦਾ ਹਨਾ, ਉਹ ਡਿਸਕ੍ਰਿਮੀਨੇਟਿੰਗ ਹੋ ਜਾਂਦਾ, ਸਹੀ ਨਹੀਂ ਹੈਗਾ, ਪਰ ਜਦੋਂ ਕਿਸੇ ਨੂੰ ਕੁਝ ਹੋਇਆ ਹੋਵੇ ਤਾਂ ਫਿਰ ਉਹ ਅਗਲਾ ਥੋੜਾ ਧਿਆਨ ਰੱਖਦਾ ਅਗਲੀ ਵਾਰ ਤੋਂ ਹਨਾ, ਤੇ ਇਸ ਚੀਜ਼ਾਂ 'ਚ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ। ਬਿਲਕੁਲ, ਤੇ ਇੱਥੇ ਆਪਣੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵਿੱਚ ਕਿ ਜਿਵੇਂ ਹੈਰੀ ਨੇ ਦੱਸਿਆ ਕਿ ਉਹਦੀ ਇਕੁਏਸ਼ਨ ਲੈਂਡਲੌਰਡ ਨਾਲ ਵਧੀਆ ਹੈਗੀ ਹੈ, ਕਈ ਵਾਰ ਇੱਥੇ ਸਿਚੁਏਸ਼ਨ ਆ ਜਾਂਦੀ ਕਿ ਲੈਂਡਲੌਰਡ ਨਾਲ ਤੁਹਾਡੀ ਬਣਨੋਂ ਹਟ ਜਾਂਦੀ ਹੈ ਜਾਂ ਹੈ ਨਾ, ਕਈ ਵਾਰ ਇੱਕ ਸਡਨ ਕੁਝ ਜਿਵੇਂ ਕਹਿ ਲਓ ਕਿ ਲੈਟਸ ਸੇ ਕਿ ਲੈਂਡਲੌਰਡ ਕਹਿ ਰਹੇ ਕਿ ਤੁਸੀਂ ਯੂਟਿਲਿਟੀਜ਼ ਦਾ ਪੇ ਕਰਨਾ ਇਸ ਤੋਂ ਕਿਉਂਕਿ ਤੁਸੀਂ ਬਹੁਤ ਵੇਸਟ ਕਰ ਰਹੇ ਹੋ, ਬਟ ਤੁਹਾਡੇ ਕੰਟਰੈਕਟ ਦੇ ਵਿੱਚ ਜਾਂ ਤੁਹਾਨੂੰ ਵਰਬਲੀ ਉਹਨਾਂ ਨੇ ਨਹੀਂ ਦੱਸਿਆ ਹੋਵੇ, ਕਿਸੇ ਕੰਡੀਸ਼ਨ 'ਚ ਇਹ ਵੀ ਹੋ ਜਾਂਦਾ ਵੀ ਤੁਸੀਂ ਠੀਕ ਹੋ, ਕਈ ਵਾਰ ਲੈਂਡਲੌਰਡ ਖਰਾਬ ਹੈ, ਲੈਂਡਲੌਰਡ ਕੁਝ ਇਹੋ ਜਿਹੇ ਇਸ਼ੂਜ਼ ਕ੍ਰੀਏਟ ਕਰਨ ਲੱਗ ਜਾਂਦਾ, ਜ਼ਰੂਰੀ ਨਹੀਂ ਹਰ ਵਾਰ ਟੈਨੈਂਟਸ ਗਲਤ ਹੋਣ, ਤਾਂ ਉਹਦੇ 'ਚ ਆਪਣੇ ਵੀ ਕੁਝ ਰਾਈਟਸ ਬਣਦੇ ਹਨ। ਬਿਲਕੁਲ ਇਸ ਕਰਕੇ ਇੱਕ ਇੱਥੇ ਆਰਗੇਨਾਈਜੇਸ਼ਨ ਹੈਗੀ ਹੈ ਜਾਂ ਟ੍ਰਿਬਿਊਨਲ ਕਹਿ ਲਓ, LTB ਉਹਨੂੰ ਕਹਿੰਦੇ ਆ, ਲੈਂਡਲੌਰਡ ਐਂਡ ਟੈਨੈਂਟ ਬੋਰਡ, ਉਹਦੇ ਵਿੱਚ ਮਕਾਨ ਮਾਲਿਕ ਤੇ ਕਿਰਾਏਦਾਰ ਦੋਨਾਂ ਦੀ ਹੀ ਉੱਥੇ ਸੁਣੀ ਜਾਂਦੀ ਹੈ, ਉਹ ਦੋਨਾਂ ਲਈ ਹੀ ਉਹ ਬਣਿਆ ਟ੍ਰਿਬਿਊਨਲ, ਉਹ ਐਦਾਂ ਨਹੀਂ ਹੈ ਕਿ ਜਿਵੇਂ ਜਿਹਦੇ ਕੋਲ ਪ੍ਰਾਪਰਟੀ ਹੈ ਉਹੀ ਉੱਥੇ ਜਾ ਕੇ ਕੰਪਲੇਂਟ ਕਰ ਸਕਦਾ, ਐਜ਼ ਅ ਟੈਨੈਂਟ ਤੁਹਾਡੇ ਵੀ ਉਨੇ ਹੀ ਰਾਈਟ ਹੈ ਜਿੰਨੇ ਲੈਂਡਲੌਰਡ ਦੇ ਹੈਗੇ। ਲੈਟਸ ਸੇ ਕਿ ਜਿਵੇਂ ਹੁਣ ਲੈਟਸ ਸੇ ਹੈਰੀ ਲੈਂਡਲੌਰਡ ਹੈਗਾ ਤੇ ਮੈਂ ਹੈਰੀ ਦੇ ਘਰ 'ਚ ਰਹਿ ਰਿਹਾ ਐਜ਼ ਅ ਟੈਨੈਂਟ, ਤੇ ਆਪਣੀ ਲੈਟਸ ਸੇ ਆਪਣੀ ਲੀਜ਼ ਸਾਈਨ ਹੋਈ ਹੈ, ਹੈਰੀ ਨੇ ਕਿਹਾ ਕਿ 1 ਸਾਲ ਦੀ ਲੀਜ਼ ਸਾਈਨ ਕਰੋ, ਮੈਨੂੰ ਸਾਲ ਹੋ ਗਿਆ ਤੇ ਲੈਟਸ ਸੇ ਸਾਲ ਦੇ ਵਿੱਚ ਹੀ ਹੈਰੀ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੁਹਾਡਾ ਰੈਂਟ ਜਿਹੜਾ ਹੈਗਾ ਨੈਕਸਟ ਮੰਥ ਮੈਂ $100 ਇੰਕਰੀਜ਼ ਕਰ ਰਿਹਾ, ਤੇ ਤੁਹਾਨੂੰ ਐਜ਼ ਅ ਟੈਨੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਿਦਆਊਟ ਪ੍ਰੋਪਰ ਨੋਟਿਸ ਉਹ ਇੱਕਦਮ ਐਦਾਂ ਉਹ ਇੰਕਰੀਜ਼ ਨਹੀਂ ਕਰ ਸਕਦਾ। ਤੇ ਸਰਕਾਰ ਵੱਲੋਂ ਕੁਝ ਲਿਮਿਟ ਕੋਈ ਡਿਫਾਈਨ ਕੀਤੀ ਗਈ ਹੈ ਕਿ ਇੱਕ ਲੈਂਡਲੌਰਡ ਕਿੰਨਾ ਰੈਂਟ ਆਪਣਾ ਵਧਾ ਸਕਦਾ ਹੈ ਟੈਨੈਂਟ ਲਈ, ਆਈ ਥਿੰਕ ਉਹ ਸਾਲ ਦਾ ਜਿੱਥੇ ਤੱਕ ਮੈਨੂੰ ਪਤਾ 1.23% ਐਦਾਂ ਉਹਨਾਂ ਨੇ ਕੈਪ ਲਗਾਈ ਹੈ ਰੈਂਟ ਤੇ, ਕਿ ਤੁਸੀਂ ਸਾਲ ਦਾ ਤੁਸੀਂ ਲੈਟਸ ਸੇ ਤੁਸੀਂ ਮਹੀਨੇ ਦਾ 500 ਪੇ ਕਰ ਰਹੇ ਹੋ ਜਾਂ ਤੁਸੀਂ ਸਾਲ ਦਾ ਤੁਸੀਂ ਲੈਟਸ ਸੇ 6000 ਪੇ ਕਰ ਰਹੇ ਹੋ, ਤਾਂ ਉਹਨੂੰ ਉਹਦੇ ਨਾਲ ਗੁਣਾ ਕਰਕੇ ਉਹ ਸਿਰਫ ਇੰਨਾ ਹੀ ਇੰਕਰੀਜ਼ ਕਰ ਸਕਦਾ ਹੈ, ਤੇ ਇਹ ਤੋਂ ਬਾਅਦ ਜੇ ਇੰਕਰੀਜ਼ ਕਰਦਾ ਹੈ ਉਹ ਦੈਨ ਯੂ ਹੈਵ ਦ ਲੀਗਲ ਰਾਈਟ ਟੂ ਗੋ ਅਗੇਂਸਟ ਹਿਮ, ਉਹਦੇ ਖਿਲਾਫ ਤੁਸੀਂ ਟ੍ਰਿਬਿਊਨਲ ਦੇ ਵਿੱਚ ਜਾ ਕੇ ਆਪਣੀ ਤੁਸੀਂ ਕੰਪਲੇਂਟ ਤੁਸੀਂ ਦਰਜ ਕਰ ਸਕਦੇ ਹੋ। ਹੁਣ ਇਹਦੇ ਵਿੱਚ ਹੈਰੀ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹੂੰਗਾ, ਇਹਦੇ ਵਿੱਚ ਕੀ ਹੋ ਜਾਂਦਾ ਕਿ ਜਦ ਤੱਕ ਤੁਹਾਡੇ ਕੇਸ ਦਾ ਕੋਈ ਰੈਜ਼ੋਲੂਸ਼ਨ ਕੋਈ ਸੋਲੂਸ਼ਨ ਨਹੀਂ ਨਿਕਲਦਾ, ਉਹਨਾਂ ਚਿਰ ਲੈਂਡਲੌਰਡ ਤੁਹਾਨੂੰ ਆਪਣੇ ਯੂਨਿਟ ਤੋਂ ਕੱਢ ਨਹੀਂ ਸਕਦਾ, ਕਿਉਂਕਿ ਕਈ ਵਾਰ ਬੱਚਿਆਂ ਨੂੰ ਇੱਥੇ ਛੋਟੇ ਜਿਹੇ ਸਟੂਡੈਂਟਸ ਆਉਂਦੇ ਆ ਸਪੈਸ਼ਲੀ ਆਪਣੀ ਕਮਿਊਨਿਟੀ ਦੇ, ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਖਿਲਾਫ ਕੋਈ ਕੇਸ ਕਰ ਦੂਗਾ ਜਾਂ ਸਾਡਾ ਕੋਈ ਰੈਕੋਰਡ ਖਰਾਬ ਹੋ ਜਾਊਗਾ। ਆਈ ਥਿੰਕ ਐਜ਼ ਅ ਸਟੂਡੈਂਟ ਅਸੀਂ ਅਵੇਅਰ ਨਹੀਂ ਸੀਗੇ, ਕਿਉਂਕਿ ਜਦੋਂ ਮੈਂ ਆਇਆ ਸੀਗਾ ਇੱਕ ਟਾਈਮ ਤੇ ਆਪਾਂ ਇੱਕ ਘਰ 'ਚ 10-15 ਜਣੇ ਸੀਗੇ, ਤੇ ਆਈ ਥਿੰਕ ਉਹ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਐਜ਼ ਅ ਟੈਨੈਂਟ, ਯੂ ਸ਼ੁੱਡ ਬੀ ਕੌਨਫੀਡੈਂਟ, ਯੂ ਸ਼ੁੱਡ ਬੀ ਬੋਲਡ ਕਿ ਤੁਸੀਂ ਇੰਨਾ ਹੀ ਤੁਸੀਂ ਉਹ ਕਰ ਸਕਦੇ ਹੋ, ਇੰਕਰੀਜ਼ ਕਰ ਸਕਦੇ ਹੋ, ਤੇ ਇਹੋ ਜਿਹੀ ਕੋਈ ਸਿਚੁਏਸ਼ਨ ਆਵੇ ਤਾਂ
ਐਪਰੋਪਰੀਏਟ ਟ੍ਰਿਬਿਊਨਲਸ ਨੇ ਉੱਥੇ ਜਾ ਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ। ਬਿਲਕੁਲ ਇਹੀ ਚੀਜ਼ ਆ ਵੀ ਤੁਹਾਨੂੰ ਤੁਸੀਂ ਆਪਦੇ ਟੈਨੈਂਟਸ ਤੇ ਆਪਣੇ ਰਾਈਟਸ ਹੈ ਨਾ ਚੈੱਕ ਕਰਨੇ ਆ ਵੀ ਹਾਂ ਤੁਹਾਡੇ ਕੀ ਰਾਈਟਸ ਨੇ। ਸਾਡੇ ਨਾਲ ਕਈ ਵਾਰ ਇਹ ਕੰਡੀਸ਼ਨ ਹੋਈ ਹੈ ਮਤਲਬ ਕਦੇ ਜੇ ਜਿਵੇਂ ਉਹਨੇ ਘਰ ਦੀ ਕਲੀਨਿੰਗ ਕਰਵਾਉਣੀ ਆ ਜਾਂ ਕੁਝ ਪੇਂਟ ਕਰਵਾਉਣਾ ਜਾਂ ਕੁਝ ਵੀ ਕਰਾਉਣਾ ਹਨਾ ਤਾਂ ਸਾਨੂੰ ਆਪਣੇ ਰੂਮ ਖੁੱਲੇ ਛੱਡ ਕੇ ਜਾਣੇ ਪੈਂਦੇ ਆ ਤੇ ਕਈ ਇਸ ਚੀਜ਼ 'ਚ ਉਹਦਾ ਇਹ ਰਾਈਟ ਆ ਵੀ ਉਹ ਤੁਹਾਨੂੰ ਹਫਤਾ ਜਾਂ 2 ਹਫ਼ਤੇ ਜਾਂ ਕੁਝ ਦਿਨਾਂ ਦੀ ਲਿਮਿਟ ਹੁੰਦੀ ਹੈ ਵੀ ਉਹ ਦੱਸੂਗਾ ਵੀ ਤੁਹਾਨੂੰ ਖੁੱਲੇ ਛੱਡਣੇ ਪੈਣਗੇ। ਕਈ ਬੰਦੇ ਮਨਾ ਕਰ ਦਿੰਦੇ ਆ ਵੀ ਨਹੀਂ ਅਸੀਂ ਨਹੀਂ ਕਰ ਸਕਦੇ, ਪਰ ਉਹਦੇ ਕੋਲ ਇਹ ਲੀਗਲ ਰਾਈਟ ਹੁੰਦਾ ਵੀ ਜੋ ਤੁਹਾਨੂੰ ਇੰਨੇ ਚਿਰ ਦਾ ਨੋਟਿਸ ਦੇ ਰਿਹਾ ਤਾਂ ਆਪਣੇ ਘਰ ਦੀ ਕਲੀਨਿੰਗ ਲਈ ਜਾਂ ਕਿਸੇ ਚੀਜ਼ ਲਈ ਵੀ ਉਹ ਤੁਹਾਡੇ ਰੂਮ ਖੁੱਲੇ ਰੱਖ ਸਕਦਾ ਹੈ ਨਾ ਤੇ ਤੁਹਾਨੂੰ ਰੱਖ ਕੇ ਜਾਣੇ ਪੈਣਗੇ। ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਹੈ ਨਾ। ਬਿਨਾਂ ਗੱਲ ਤੋਂ ਆਪਾਂ ਕਿਸੇ ਨਾਲ ਉਲਝ ਲਈਏ ਹੈ ਨਾ ਵੀ ਤੂੰ ਐ ਕਿਵੇਂ ਕਰ ਸਕਦਾ, ਤੂੰ ਹਫਤਾ ਪਹਿਲਾਂ ਸਾਨੂੰ ਕਹਿ ਰਿਹਾ ਵੀ ਐ ਖੁੱਲੇ ਛੱਡ ਕੇ ਆਏ ਉਹ ਹੈ ਨਾ ਮੇਰੀ ਪ੍ਰਾਈਵੇਸੀ ਹੈ ਜੇ ਕੁਝ ਵੀ ਆ। ਪਰ ਜੇ ਤੁਸੀਂ ਸਰਚ ਕਰੋਗੇ ਰਾਈਟ ਹੈ ਉਹਦਾ ਬਿਲਕੁਲ ਹੈ ਨਾ, ਉਹਨੇ ਇਹ ਚੀਜ਼ ਜੋ ਕਰਨੀ ਆ ਉਹਦੇ ਲਈ ਉਹ ਕਰਵਾ ਸਕਦਾ ਗਾ। ਤੇ ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੋਣਾ ਚਾਹੀਦਾ, ਤੁਹਾਨੂੰ ਉਹਦੇ ਰਾਈਟਸ ਦਾ ਵੀ ਪਤਾ ਹੋਣਾ ਚਾਹੀਦਾ। ਹਾਂਜੀ ਇਹ ਨਹੀਂ ਕਿ ਤੁਸੀਂ ਸਿਰਫ ਆਪਣੇ ਕੇਸ ਨੂੰ ਐਜ਼ ਅ ਉਹ ਲੈ ਕੇ ਰੈਫਰੈਂਸ ਲੈ ਕੇ ਜਾਂ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਕੇ ਕਿ ਸਿਰਫ ਤੁਸੀਂ ਵਿਕਟਿਮ ਹੋ। ਕਈ ਵਾਰ ਉਹ ਵੀ ਗਲਤ ਹੈ। ਕਈ ਵਾਰ ਲੈਂਡਲॉर्ड ਵੀ ਕਈ ਵਾਰ ਇਹੋ ਜਿਹੇ ਕੇਸਿਸ ਮੈਂ ਹੁਣ ਰੋਜ਼ ਕਈ ਵਾਰ ਨਿਊਜ਼ ਦੇ ਵਿੱਚ ਆ ਜਾਂਦਾ ਹੈ ਕਿ ਟੈਨੈਂਟਸ ਵਗੈਰਾ ਦਾ ਕੋਈ ਇਹਦਾ ਡਿਸਪਿਊਟ ਹੋ ਜਾਂਦਾ ਹੈ ਤੇ ਲੈਂਡਲॉर्ड्स ਨੂੰ ਲਾਈਕ ਲੱਖਾਂ ਡਾਲਰਾਂ ਦਾ ਜਾਂ ਹਜ਼ਾਰਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਉਹਨਾਂ ਚਿਰ ਉਹ ਰੈਂਟ ਨਹੀਂ ਪੇ ਕਰਦਾ ਜਦ ਤੱਕ ਉਹਨਾਂ ਦਾ ਕੇਸ ਸੋਲਵ ਨਹੀਂ ਹੋ ਜਾਂਦਾ ਟ੍ਰਿਬਿਊਨਲ ਤੋਂ। ਤੇ ਸਪੈਸ਼ਲੀ ਆਫਟਰ ਕੋਵਿਡ ਤੋਂ ਬਾਅਦ ਕੇਸਿਸ ਦਾ ਬੈਕਲੌਗ ਇੰਨਾ ਚੱਲ ਰਿਹਾ ਹੈ ਤੇ ਕਈ ਕੁਝ ਕੇਸਿਸ ਦੇ ਵਿੱਚ ਮੈਂ ਦੇਖਿਆ ਨਿਊਜ਼ ਦੇ ਵਿੱਚ ਕਾਫੀ ਜ਼ਿਆਦਾ ਲੈਂਡਲॉर्ड्स ਵਗੈਰਾ ਉਹ ਵਿਚਾਰੇ ਫੇਸ ਕਰ ਰਹੇ ਨੇ ਪ੍ਰੋਬਲਮਸ ਵਗੈਰਾ ਕਿ ਕਈ ਉਹਨਾਂ ਦੇ ਜਿਹੜੇ ਟੈਨੈਂਟਸ ਨੇ ਉਹਨਾਂ ਨੇ ਕਈਆਂ ਨੂੰ ਲਾਈਕ ਕਈ ਮਹੀਨੇ ਦਾ ਸਾਲ ਤੱਕ ਦਾ ਰੈਂਟ ਨਹੀਂ ਦੇ ਰਹੇ। ਤੇ ਇਹਦੇ ਵਿੱਚ ਲੈਂਡਲॉर्ड्स ਨੂੰ ਵੀ ਪ੍ਰੋਬਲਮ ਹੈਗੀ ਹੈ। ਬਟ ਕਈ ਵਾਰ ਲੈਂਡਲॉर्ड्स ਇੱਕ ਪ੍ਰੋਪਰ ਇੱਕ ਅਕੋਮੋਡੇਸ਼ਨ ਨਹੀਂ ਪ੍ਰੋਵਾਈਡ ਕਰਦੇ ਟੈਨੈਂਟਸ ਨੂੰ, ਜ਼ਿਆਦਾ ਚਾਰਜ ਕਰਦੇ ਆ, ਅਕੋਮੋਡੇਸ਼ਨ ਪ੍ਰੋਪਰ ਪ੍ਰੋਵਾਈਡ ਨਹੀਂ ਕਰਦੇ ਜਾਂ ਘਰ ਸਾਫ਼ ਨਹੀਂ ਹੈਗਾ। ਉਹਦੇ ਵਿੱਚ ਟੈਨੈਂਟ ਕੈਨ ਗੋ देयर ਇਨ ਦਾ ਟ੍ਰਿਬਿਊਨਲ, ਉੱਥੇ ਜਾ ਕੇ ਕੰਪਲੇਂਟ ਕਰ ਸਕਦੇ ਆ। ਉਹਦੇ ਵਿੱਚ ਕੋਈ ਉਹ ਨਹੀਂ ਹੈਗਾ। ਤੇ ਇਹੋ ਜਿਹੀ ਸਿਚੁਏਸ਼ਨਸ ਨਾਇਗਰਾ ਰੀਜਨ ਵਿੱਚ ਤਾਂ ਬਹੁਤ ਘੱਟ ਸੁਣੀਆਂ ਨੇ। ਟੋਰਾਂਟੋ ਦਾ ਆਪਾਂ ਹੈਰੀ ਤੋਂ ਡਿਸਕਸ ਕਰਦੇ ਹਾਂ ਕਿ ਇਹ ਚੀਜ਼ ਕਦੇ ਵੀ ਤੁਹਾਨੂੰ ਫੇਸ ਕਰਨੀ ਪੈ ਸਕਦੀ ਹੈ, ਕਿਤੇ ਵੀ ਕਰਨੀ ਪੈ ਸਕਦੀ ਹੈ। ਮੇਬੀ ਤੁਸੀਂ ਇੰਡੀਆ 'ਚ ਵੀ ਰਹਿਣਾ ਹੈ ਨਾ, ਤੁਹਾਨੂੰ ਐਜ਼ ਅ ਟੈਨੈਂਟ ਤੁਹਾਡੇ ਰਾਈਟਸ ਪਤਾ ਹੋਣੇ ਚਾਹੀਦੇ ਹਨ ਤੇ ਤਾਂ ਕਿ ਤੁਸੀਂ ਕੱਲ੍ਹ ਨੂੰ ਇਹੋ ਜਿਹੀ ਸਿਚੁਏਸ਼ਨ ਆਉਂਦੀ ਆ ਜਾਂ ਤੁਸੀਂ ਉਦੋਂ ਵੀ ਗੂਗਲ ਤੇ ਸਰਚ ਮਾਰ ਸਕਦੇ ਜੇ ਤੁਹਾਨੂੰ ਲੱਗਦਾ ਵੀ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਨਾ, ਤਾਂ ਤੁਸੀਂ ਇਹਨਾਂ ਚੀਜ਼ਾਂ ਦੇ ਅਵੇਅਰ ਰਹੋ। ਕੋਈ ਤੁਹਾਨੂੰ ਕਦੋਂ ਇਵੈਕਟ ਕਰ ਸਕਦਾ, ਕਿਹੜੇ ਕਾਜ਼ਸ ਕਰਕੇ ਇਵੈਕਟ ਕਰ ਸਕਦਾ ਹੈ ਨਾ, ਇਵੈਕਸ਼ਨ ਨੋਟਿਸ ਦਾ ਕਦੋਂ ਤੱਕ ਬਿਨਾਂ ਉਹ ਤੋਂ ਨੋਟਿਸ ਤੋਂ ਤੁਹਾਨੂੰ ਕੋਈ ਦਾ ਜਿਵੇਂ ਸਾਨੂੰ ਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ ਕਿ ਕਿਸੇ ਨੇ ਕਹਿਤਾ ਕਿ ਚਲੋ ਜੀ ਸਮਾਨ ਪੈਕ ਕਰੋ ਤਾਂ ਅਸੀਂ ਸਮਾਨ ਪੈਕ ਕਰਕੇ ਅਸੀਂ ਆਪਾਂ ਨੂੰ ਲੱਗਦਾ ਵੀ ਹਾਂ ਜਾਣਾ ਹੀ ਪੈਣਾ। ਉਹਨੇ ਕਹਿਤਾ ਵੀ ਅਗਲੇ ਹਫਤੇ ਖਾਲੀ ਕਰ ਦਿਓ ਤਾਂ ਸਾਨੂੰ ਕਰਨਾ ਹੀ ਪੈਣਾ ਹਨਾ। ਇਹ ਚੀਜ਼ਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਨ ਫਿਊਚਰ ਕਦੇ ਵੀ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈਗੀ ਤਾਂ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਕਰਕੇ ਦਿੱਕਤ ਨਾ ਆਵੇ ਹਨਾ। ਘਰਾਂ ਦੇ ਉਹ ਤੇ ਟ੍ਰਿਬਿਊਨਲ ਪ੍ਰੋਪਰ ਇੱਕ ਬਣਿਆ ਹੋਇਆ ਤੁਹਾਡੇ, ਕਿਉਂਕਿ ਕੈਨੇਡਾ ਦੇ ਵਿੱਚ ਹਿਊਮਨ ਰਾਈਟਸ ਬਹੁਤ ਮੈਟਰ ਕਰਦੀਆਂ ਨੇ। ਭਾਵੇਂ ਟੈਨੈਂਟ ਹੈ, ਭਾਵੇਂ ਲੈਂਡਲॉर्ड ਹੈ, ਭਾਵੇਂ ਵਰਕਰ ਹੈ, ਭਾਵੇਂ ਕੋਈ ਵੀ ਹੈਗਾ, ਕਿਸੇ ਵੀ ਵਰਗ ਦਾ, ਕਿਸੇ ਵੀ ਕੈਟਾਗਰੀ ਦਾ ਕੋਈ ਵੀ ਇਨਸਾਨ ਹੈਗਾ, ਉਹਦੇ ਲਈ ਹਿਊਮਨ ਰਾਈਟਸ ਸਾਰਿਆਂ ਲਈ ਬਣੇ ਹੈ। ਤੇ ਤੁਹਾਨੂੰ ਇਹਦਾ ਕੋਈ ਤੁਹਾਡੇ ਖਿਲਾਫ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੀ ਡਿਗਨਿਟੀ ਨੂੰ ਜਾਂ ਤੁਹਾਡੇ ਅਕੋਮੋਡੇਸ਼ਨ 'ਤੇ ਗੱਲ ਆ ਗਈ ਹੈ, ਤੁਹਾਡੀ ਲਿਵਿੰਗ 'ਤੇ ਗੱਲ ਆ ਗਈ ਹੈ, ਤਾਂ ਇਫ ਯੂ ਫੀਲ ਦੈਟ ਤੁਹਾਨੂੰ ਤੁਸੀਂ ਵਿਕਟਿਮ ਹੈਗੇ ਹੋ ਜਾਂ ਤੁਹਾਨੂੰ ਬਿਨਾਂ ਕਿਸੇ ਬੇਸਿਸ 'ਤੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਐਪਰੋਪਰੀਏਟ ਟ੍ਰਿਬਿਊਨਲਸ ਹੈਗੇ, ਤੁਸੀਂ ਇੱਥੇ ਆ ਕੇ ਕੰਪਲੇਂਟ ਕਰ ਸਕਦੇ ਹੋ। ਬਿਲਕੁਲ। ਹੁਣ ਇਹਦੇ 'ਚ ਹੀ ਗੱਲ ਆ ਜਾਂਦੀ ਹੈ ਵੀ ਤੁਸੀਂ ਜੇ ਬੇਸਮੈਂਟ ਨਹੀਂ ਕਿਸੇ ਨਾਲ ਰਲ ਮਿਲ ਕੇ ਲੈਣਾ ਚਾਹੁੰਦੇ ਹਨਾ, ਤੁਹਾਡੇ ਕੋਲ ਕੋਈ ਪਰਸਨਸ ਨਹੀਂ ਹੈਗੇ ਜਾਂ ਤੁਸੀਂ ਪ੍ਰੈਫਰ ਕਰਦੇ ਹੋ ਸਿੰਗਲ ਰੂਮ, ਤਾਂ ਸਿੰਗਲ ਰੂਮ 'ਚ ਤੁਹਾਨੂੰ ਕੀ ਬੈਨੀਫਿਟ ਮਿਲਦੇ ਨੇ ਹਨਾ। ਇੱਕ ਤਾਂ ਪ੍ਰਾਈਵੇਸੀ ਹੋ ਜਾਂਦੀ ਹੈ ਤੁਹਾਡੀ ਹਨਾ, ਤੇ ਕਈ ਲੋਕਾਂ ਨੂੰ ਨਹੀਂ ਮਤਲਬ ਸ਼ੇਅਰਿੰਗ ਪਸੰਦ ਹੁੰਦੀ ਹੈ ਨਾ ਵੀ ਇੰਨੇ ਲੋਕਾਂ 'ਚ ਰਹਿਣਾ ਕਰਨਾ, ਤੇ ਉਹਦੇ 'ਚ ਸਿੰਗਲ 'ਚ ਤੁਹਾਡੀ ਪ੍ਰਾਈਵੇਸੀ ਠੀਕ ਆ। ਤੁਸੀਂ ਆਪਣਾ ਤੁਹਾਡਾ ਰੂਮ ਆ ਤੇ ਰੈਂਟ ਵੀ ਥੋੜਾ ਜ਼ਿਆਦਾ ਹੋ ਜਾਂਦਾ ਹੈਗਾ, ਡਿਪੈਂਡ ਕਰਦਾ ਏਰੀਆ ਦੇ ਹਿਸਾਬ ਨਾਲ। ਤੇ ਮੇਨ ਚੀਜ਼ ਉਹਦੇ 'ਚ ਇਹ ਆ ਵੀ ਕਿਸੇ ਦੇ ਸੌਣ ਦਾ ਟਾਈਮ ਜਾਂ ਕੁਛ ਵੀ ਹੈ ਨਾ, ਕੋਈ ਕੰਮ ਤੋਂ ਆ ਰਿਹਾ ਜਾਂ ਕੋਈ ਖਾਣਾ ਬਣਾ ਰਿਹਾ ਜਾਂ ਕੋਈ ਕੱਪੜੇ ਧੋ ਰਿਹਾ ਨਾ, ਮਸ਼ੀਨ ਦਾ ਸ਼ੋਰ ਉਹਦਾ, ਤਾਂ ਇਹ ਚੀਜ਼ ਡਿਪੈਂਡ ਕਰਦੀ ਹੈ ਵੀ ਸਿੰਗਲ 'ਚ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਰਹੇ ਹੋ, ਤਾਂ ਉਹ ਹਰ ਇੱਕ ਦੀ ਪ੍ਰੈਫਰੈਂਸ ਤੇ ਹੈਗਾ। ਬਾਕੀ ਤੁਹਾਨੂੰ ਕੀ ਲੱਗਦਾ ਵੀ ਇਹ ਦੋਨਾਂ 'ਚ ਕੀ ਜ਼ਿਆਦਾ ਉਹ ਆ ਜਾਂਦੇ ਹੈਗੇ ਫੈਕਟਰਸ ਜਿਹੜੇ ਡਿਸਾਈਡ ਹੁੰਦੇ ਆ? ਆਈ ਥਿੰਕ ਜਦੋਂ ਕੁਝ ਸਟੂਡੈਂਟਸ ਜਿਵੇਂ ਸਟੱਡੀ ਪਰਮਿਟ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਸਿੰਗਲ ਰੂਮ ਲਈਏ, ਆਈ ਥਿੰਕ ਸਟੱਡੀ ਪਰਮਿਟ ਵੇਲੇ ਆਈ ਥਿੰਕ ਸ਼ਾਇਦ ਲੈਂਡਲॉर्ड्स ਹੈਗੇ ਥੋੜਾ ਬਹੁਤ ਨੈਗੋਸ਼ੀਏਟ ਵੀ ਕਰ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬੱਚੇ ਪੜ੍ਹ ਰਹੇ ਆ ਤੇ ਇਹਨਾਂ ਨੂੰ ਹਜੇ ਸੇਵਿੰਗ ਕਰਨ ਦੀ ਲੋੜ ਹੈ। ਤੇ ਕਈ ਵਾਰ ਜਦੋਂ ਆਪਾਂ ਵਰਕ ਪਰਮਿਟ ਤੇ ਹੋ ਜਾਂਦੇ ਆ ਤਾਂ
ਨਾ ਸਾਨੂੰ ਕੋਈ ਹੋਰ ਵਧੀਆ ਰੂਮ ਲੱਭ ਜਾਂਦਾ ਹੈ ਥੋੜ੍ਹੇ ਜ਼ਿਆਦਾ ਪੈਸਿਆਂ 'ਚ, ਤੇ ਉਹ ਵੀ ਚੀਜ਼ ਸਹੀ ਹੈ ਕਈ ਵਾਰ ਕਿਉਂਕਿ ਤੁਹਾਡੇ ਕੋਲ ਫਿਰ ਤੁਹਾਡਾ ਇਨਕਮ ਥੋੜੀ ਵੱਧ ਜਾਂਦੀ ਥੋੜੀ ਜੀ, ਤੁਸੀਂ ਅਨਲਿਮਿਟਡ ਨੰਬਰ ਆਫ ਆਵਰਸ ਤੁਸੀਂ ਕੰਮ ਕਰ ਲੈਂਦੇ ਹੋ। ਬਾਕੀ ਪ੍ਰਾਈਵੇਟ ਰੂਮ ਦਾ ਇਹ ਹੈਗਾ ਕਿ ਜਿਵੇਂ ਹੈਰੀ ਦੱਸਿਆ ਕਿ ਜਦੋਂ ਮਤਲਬ ਤੁਸੀਂ ਤੁਹਾਡਾ ਆਪਣੀ ਇੱਕ ਇੰਡੀਪੈਂਡੈਂਸ ਹੈ, ਤੁਸੀਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਸਮਝ ਕੇ ਨਹੀਂ ਕਰਦੇ ਕਿ ਯਾਰ ਉਹ ਬੰਦਾ ਸ਼ਾਇਦ ਸੋ ਰਿਹਾ ਜਾਂ ਉਹ ਬੰਦਾ ਅਜੇ ਫਿਲਹਾਲ ਕੰਮ ਤੇ ਹੈ ਜਾਂ ਉਹ ਪੜ੍ਹ ਰਿਹਾ ਤੇ ਤੁਸੀਂ ਕੌਨਸ਼ੀਅਸ ਹੋ ਕੇ ਕੋਈ ਕੰਮ ਨਹੀਂ ਕਰਦੇ, ਤੁਸੀਂ ਆਪਣਾ ਫ੍ਰੀਲੀ ਕੰਮ ਕਰਦੇ ਹੋ, ਖਾਣਾ ਬਣਾਉਂਦੇ ਹੋ ਟਾਈਮ ਸਿਰ, ਆਪਣਾ ਉੱਠਦੇ ਹੋ, ਤੁਹਾਡੇ ਕੋਲ ਕੰਪਲੀਟ ਇੰਡੀਪੈਂਡੈਂਟ ਹੈ, ਜਿੱਥੇ ਮਰਜ਼ੀ ਬਹਿ ਕੇ ਆਪਣੇ ਘਰਦਿਆਂ ਨਾਲ ਜਿੱਦਾਂ ਵੀ ਤੁਸੀਂ ਗੱਲ ਕਰ ਸਕਦੇ ਹੋ। ਬਿਲਕੁਲ ਇਹ 2-4 ਇੱਕ ਇਹ ਫੈਕਟਰ ਰਹਿੰਦਾ ਵੀ ਤੁਸੀਂ ਜੇ ਸ਼ੇਅਰਿੰਗ 'ਚ ਰਹਿਣਾ ਤਾਂ ਕਈ ਵਾਰ ਕਈਆਂ ਨੂੰ ਫੋਨ ਤੇ ਗੱਲ ਕਰਨਾ ਹੀ ਮੁਸ਼ਕਿਲ ਲੱਗਦਾ। ਬਿਲਕੁਲ, ਹਾਂਜੀ, ਕਿਉਂਕਿ ਪ੍ਰਾਈਵੇਸੀ ਚਾਹੀਦੀ ਹੁੰਦੀ ਆ ਉਹਦੇ 'ਚ, ਇੰਨੇ ਜਾਣੇ ਹੁੰਦੇ ਆ ਇੱਕ ਰੂਮ 'ਚ, 2 ਜਾਣੇ ਵੀ ਹੋ ਸਕਦੇ, 3 ਵੀ ਹੋ ਸਕਦੇ ਆ, ਅਗਲੇ 'ਚ 2 ਹੋ ਸਕਦੇ ਆ, ਟੋਟਲ ਮੇ ਵੀ 5 ਜਾਣੇ ਨੇ 2 ਬੈਡਰੂਮ ਬੇਸਮੈਂਟ ਲੈ ਰੱਖੀ ਹੋਵੇ ਤਾਂ ਉਹਨਾਂ ਨੂੰ ਬਾਹਰ ਜਾ ਕੇ ਜਾਂ ਬਾਲਕਨੀ 'ਚ ਜਾ ਕੇ ਜਾਂ ਕਿਤੇ ਜਾ ਕੇ ਗੱਲ ਕਰਨੀ ਪੈਂਦੀ ਹੈ ਨਾ, ਉਹ ਵੀ ਟਾਈਮ ਟੂ ਟਾਈਮ। ਤੇ ਇਹ ਚੀਜ਼ਾਂ ਦਾ ਆ ਜਾਂਦਾ ਗਾ, ਇਹ ਚੀਜ਼ ਪ੍ਰਾਈਵੇਸੀ 'ਚ ਹੀ ਆ ਜਾਂਦੀ ਹੈ ਨਾ, ਗੱਲ ਕਰਨੀ ਹੋਰ ਕਰਨੀ। ਪਰ ਕੁਛ ਚੀਜ਼ਾਂ 'ਚ ਸਪੋਰਟਿਵ ਵੀ ਆ, ਜੇ ਤੁਸੀਂ ਕਿਸੇ ਨਾਲ ਗਰੁੱਪ ਨਾਲ ਮਿਲ ਕੇ ਬੇਸਮੈਂਟ ਲੈਂਦੇ ਹੋ ਗਰੋਸਰੀ ਦੇ ਬਿੱਲ ਤੇ ਕਈ ਵਾਰ ਰੌਲਾ ਪੈ ਜਾਂਦਾ ਗਾ ਤੁਹਾਡੀ ਗਰੋਸਰੀ ਇਕੱਠੀ ਰਹਿੰਦੀ ਆ, ਇਹਦੇ ਤੇ ਕਾਫੀ ਰੌਲਾ ਪੈਂਦਾ ਗਾ ਵੀ ਹੁਣ ਤੁਸੀਂ ਇਕੱਠੇ ਮਿਲ ਕੇ ਲਿਆ ਰਹੇ ਹੋ, ਕਿਸੇ ਨੂੰ ਲੱਗ ਰਿਹਾ ਵੀ ਮੈਂ ਜ਼ਿਆਦਾ ਕੰਟਰੀਬਿਊਟ ਕਰ ਰਿਹਾ ਪਰ ਮੈਨੂੰ ਖਾਣ ਨੂੰ ਮਿਲ ਨਹੀਂ ਰਿਹਾ, ਦੁੱਧ ਕੋਈ ਪੀ ਗਿਆ, ਆਂਡੇ ਕੋਈ ਖਾ ਗਿਆ ਇਹ ਚੀਜ਼ ਤੇ ਰੌਲਾ ਬਹੁਤ ਪੈਂਦਾ ਗਾ। ਤਾਂ ਇਹ ਚੀਜ਼ ਤੋਂ ਜੇ ਬਚਣ ਲਈ ਆਪਦੀ ਸੈਪਰੇਟ ਰੱਖੋ ਗਰੋਸਰੀ, ਉਹ ਵੀ ਠੀਕ ਆ, ਜਾਂ ਫਿਰ ਆਪਦਾ ਸਿੰਗਲ 'ਚ ਹੀ ਮੂਵ ਹੋ ਜਾਣ। ਬਿਲਕੁਲ ਇਹੋ ਚੀਜ਼ਾਂ ਕਈ ਵਾਰ ਉਸ ਮੂਮੈਂਟ ਦਾ ਤੁਹਾਨੂੰ ਲੱਗਦਾ ਕਿ ਯਾਰ ਬਹੁਤ ਛੋਟੀ ਚੀਜ਼ਾਂ ਨੇ, ਬਟ ਓਵਰ ਦਾ ਟਾਈਮ ਉਹ ਚੀਜ਼ਾਂ ਫਿਰ ਕਈ ਵਾਰੀ ਕੰਫਲਿਕਟ ਦਾ ਇਸ਼ੂ ਬਣ ਜਾਂਦੀ ਨੇ ਫਰੈਂਡਸ ਦੇ ਵਿੱਚ ਨਾ। ਤੇ ਭਾਵੇਂ ਤੁਸੀਂ ਐਜ਼ ਲੌਂਗ ਤੁਸੀਂ ਦੂਜੇ ਨੂੰ, ਜਿਵੇਂ ਮੈਂ ਤੇ ਹੈਰੀ ਦੂਜੇ ਨੂੰ ਆਲਮੋਸਟ 10 ਸਾਲ 11 ਸਾਲ ਤੋਂ ਜਾਣਦੇ ਆ, ਤਾਂ ਉਹ ਐਜ਼ ਲੌਂਗ ਤੁਸੀਂ ਜਿਹਨੂੰ ਚੰਗੀ ਤਰ੍ਹਾਂ ਜਾਣਦੇ ਹੋ, ਫਿਰ ਚਲੋ ਤੁਸੀਂ ਸ਼ੇਅਰਿੰਗ ਕਰ ਰਹੇ ਹੋ ਗਰੋਸਰੀ ਦੇ ਵਿੱਚ, ਉਹ ਕੋਈ ਮੈਟਰ ਨਹੀਂ ਕਰਦਾ। ਪਰ ਤੁਹਾਡੇ ਵਿੱਚ ਜੇ ਤੁਸੀਂ 3 ਬੰਦੇ ਰਹਿ ਰਹੇ ਹੋ, ਤਿੰਨੋਂ ਹੀ ਅਲੱਗ-ਅਲੱਗ ਨੇਚਰ ਦੇ ਨੇ, ਅਲੱਗ-ਅਲੱਗ ਸੁਭਾਅ ਦੇ ਨੇ, ਤੇ ਤੁਸੀਂ ਕੋਈ ਸਮਾਨ ਲੈ ਕੇ ਆ ਰਹੇ ਹੋ ਤੇ ਤੁਹਾਨੂੰ ਲੱਗ ਰਿਹਾ ਕਿ ਯਾਰ ਸ਼ਾਇਦ ਮੇਰਾ ਸਮਾਨ ਕੋਈ ਯੂਜ਼ ਕਰ ਰਿਹਾ ਵਿਦਆਊਟ ਮੇਰੇ ਪਰਮਿਸ਼ਨ ਤੋਂ, ਉੱਥੇ ਫਿਰ ਇੱਕ ਕੰਫਲਿਕਟ, ਕਿਉਂਕਿ ਇਦਾਂ ਹੋਇਆ ਮੇਰੇ ਨਾਲ ਕਾਫੀ ਵਾਰ, ਕਈਆਂ ਨਾਲ ਹੋਇਆ, ਕਈਆਂ ਨਾਲ ਹੁੰਦਾ ਵੀ ਹੈ। ਤੇ ਜ਼ਿਆਦਾ ਜਦੋਂ ਇਹਨਾਂ ਬੰਦੇ ਰਹਿਣ ਲੱਗ ਪੈਂਦੇ ਆ, ਉਹ ਲੱਗਦਾ ਕਿ ਯਾਰ ਇਹ ਸਮਾਨ ਵੀ ਮੇਰਾ ਹੈ, ਮੈਂ ਯੂਜ਼ ਕਰ ਸਕਦਾ, ਮੇਰਾ ਕੁਝ ਆਪਣੀ ਕਮਿਊਨਿਟੀ ਦੇ ਵਿੱਚ ਥੋੜਾ ਜਿਹਾ ਫਿਰ ਇੱਥੇ ਇਸ਼ੂ ਆ ਜਾਂਦਾ ਕਿ ਇੱਕ ਪ੍ਰੋਪਰ ਤਰੀਕੇ ਨਾਲ ਗੱਲਬਾਤ ਨਹੀਂ ਕਰਦੇ, ਮੈਨਰਸ ਐਟੀਕੇਟਸ ਵਗੈਰਾ ਦੀ ਵੀ ਆ ਜਾਂਦੀ ਹੈ। ਸਾਰਿਆਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਮੈਂ ਜ਼ਿਆਦਾ ਕੰਟਰੀਬਿਊਟ ਕਰ ਰਿਹਾ, ਤਾਂ ਉਸ ਚੀਜ਼ ਨਾਲ ਮਤਲਬ ਡਿਸਪਿਊਟ ਕ੍ਰੀਏਟ ਕਰਨਾ ਜ਼ਿਆਦਾ ਆਪਦਾ ਪਹਿਲਾਂ ਹੀ ਸੈਪਰੇਟ ਰੱਖੋ ਨਾ, ਮੈਂ ਆਪਣੀ ਗਰੋਸਰੀ ਲੈ ਕੇ ਆਉਂਗਾ, ਆਪਣਾ ਬਣਾਉਂਗਾ, ਆਪਣਾ ਖਾਊਂਗਾ, ਤੇ ਜਾਂ ਫਿਰ ਆਪਣਾ ਸਿੰਗਲ ਰਹਿਣ ਲੱਗ ਜਾਓ। ਇਹ 2 ਆਪਸ਼ਨ ਨੇ, ਕਿਉਂਕਿ ਮੈਂ ਵੀ ਇਹ ਚੀਜ਼ ਦੇਖੀ ਆ, ਮੈਨੂੰ ਵੀ ਮੇਰੇ ਫਰੈਂਡ ਸੀਗੇ ਉਹ ਰਹਿੰਦੇ ਹੁੰਦੇ, ਕਹਿੰਦੇ ਉਹ ਕਿਸੇ ਨਾਲ ਰਲ ਕੇ ਘਰ 'ਚ, ਮਤਲਬ ਉਹਨਾਂ ਨੂੰ ਜਾਣਦੇ ਨਹੀਂ ਸੀ, ਉਹ ਉਹਨਾਂ ਨੂੰ ਘਰ 'ਚ ਹੀ ਮਿਲੇ ਸੀ, ਇੰਡੀਅਨ ਕਮਿਊਨਿਟੀ ਸੀਗੀ, ਤੇ ਉਹ ਕਹਿੰਦੇ ਆਪਾਂ ਇਕੱਠੇ ਗਰੋਸਰੀ ਲੈ ਆਇਆ ਕਰਾਂਗੇ। ਤੇ ਗਰੋਸਰੀ ਲੈ ਕੇ ਆਇਆ ਕਰਨੀ ਉਹਨਾਂ ਨੇ, ਉਹ ਕਹਿੰਦੇ ਵੀ ਪਤਾ ਹੀ ਨਹੀਂ ਕੀ ਚੀਜ਼ਾਂ ਲਿਆਉਂਦੇ, ਸ਼ੁਰੂ 'ਚ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀਗਾ, ਸਾਨੂੰ ਤਾਂ ਦੱਸਿਆ ਹੀ ਕਰਨ ਵੀ ਤੁਹਾਡਾ ਇੰਨਾ ਬਿੱਲ ਬਣ ਗਿਆ। ਅੱਛਾ, ਉਹ ਕਹਿੰਦੇ ਅਸੀਂ ਦੇ ਦਿਆ ਕਰੀਏ, ਤੇ ਖਾਣ ਨੂੰ ਦੇਖਿਆ ਕਰੀਏ ਵੀ ਸਾਡੇ ਤੋਂ ਪਹਿਲਾਂ ਵੀ ਫ੍ਰਿਜ 'ਚੋਂ ਜਾਂ ਕੁਝ ਵੀ ਹੈ ਨਾ, ਵੀ ਸਾਨੂੰ ਮਿਲਿਆ ਕੁਝ ਨਾ ਕਰੇ। ਉਹ ਤਾਂ ਕਹਿੰਦਾ ਜਦੋਂ ਅਸੀਂ ਵੀ ਆਪਣੀ ਗਰੋਸਰੀ ਆਪ ਲਿਆਉਣ ਲੱਗੇ ਤਾਂ ਸਾਨੂੰ ਪਤਾ ਲੱਗਿਆ, ਕਿਉਂਕਿ ਉਹ ਦੂਜਿਆਂ ਕੋਲ ਗੱਡੀ ਵੀ ਸੀ ਹੈ ਨਾ, ਉਹ ਕਹਿੰਦੇ ਸੀ ਅਸੀਂ ਗੱਡੀ 'ਚ ਗਰੋਸਰੀ ਲੈ ਆਇਆ ਕਰਾਂਗੇ ਆਪਾਂ ਇਕੱਠਿਆਂ ਦੀ, ਤਾਂ ਉਹਨਾਂ ਨੂੰ ਵੀ ਸੌਖਾ ਹੋ ਜਾਂਦਾ ਸੀ, ਕਹਿੰਦੇ ਵੀ ਚਲੋ ਸਾਡੀ ਵੀ ਲੈ ਆਇਆ ਕਰਾਂਗੇ, ਵੀ ਆਪਾਂ ਇਕੱਠੇ ਕਰ ਲਿਆ ਕਰਾਂਗੇ। ਤੇ ਉਹਦਾ ਕਹਿੰਦੇ ਜਦੋਂ ਅਸੀਂ ਆਪਣੀ ਗਰੋਸਰੀ ਆਪ ਲਿਆਉਣ ਲੱਗੇ ਸਾਨੂੰ ਪਤਾ ਲੱਗਣ ਲੱਗਿਆ ਵੀ ਇਹ ਕਿੰਨੀ ਸਸਤੀ ਪੈਂਦੀ ਹੈ ਨਾ। ਹੋ ਸਕਦਾ ਤੁਹਾਨੂੰ ਕੋਈ ਕੁੰਡੀ ਵੀ ਲਾ ਸਕਦਾ ਇਸ ਚੀਜ਼ 'ਚ ਹੈ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਦਾ ਕਿਵੇਂ ਆਪਣੀ ਗਰੋਸਰੀ ਕਰਕੇ ਦੇਖੋ। ਤੇ ਡਿਪੈਂਡ ਕਰਦਾ, ਮੇਬੀ ਤੁਸੀਂ ਸਕੂਲ ਦੇ ਜਾਂ ਆਪਣੇ ਸ਼ਹਿਰ ਦੇ ਦੋਸਤ ਹੋਵੋਗੇ, ਉਹਨਾਂ 'ਚ ਤੁਹਾਡੀ ਐਡਜਸਟਮੈਂਟ ਸਹੀ ਵੀ ਹੋ ਸਕਦੀ ਹੈਗੀ, ਤੇ ਕਿਤੇ ਹੋ ਸਕਦਾ ਤੁਹਾਨੂੰ ਇਸ ਚੀਜ਼ 'ਚ ਘਾਟਾ ਹੀ ਪੈ ਸਕਦਾ ਹੈ ਤੇ ਫਾਇਦਾ ਵੀ ਹੋ ਸਕਦਾ। ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹੇ ਲੋਕ ਚੂਜ਼ ਕਰਦੇ ਹੋ। ਬਿਲਕੁਲ, ਜੇ ਤੁਸੀਂ ਆਪਣਾ ਪ੍ਰੋਪਰ ਹਿਸਾਬ ਕਿਤਾਬ ਜਾਂ ਤੁਸੀਂ ਜਿੱਦਾਂ ਹੀ ਤੁਹਾਡੀ ਗਰੋਸਰੀਜ਼ ਆ ਗਈਆਂ, ਤੁਸੀਂ ਐਟ ਦਾ ਮੋਮੈਂਟ ਤੁਸੀਂ ਉਸ ਵੇਲੇ ਆਪਣਾ ਡਿਵਾਈਡ ਕਰਕੇ ਤੁਸੀਂ ਪੇਮੈਂਟ ਕਰ ਦਿਓ। ਬਿਲਕੁਲ, ਜਾਂ ਤਾਂ ਇਹ ਹੋ ਸਕਦਾ ਜੇ ਕੋਈ ਕਈ ਵਾਰ ਇੱਦਾਂ ਹੁੰਦਾ ਕਿ ਆਪਣੇ ਵਿੱਚ ਕੀ ਕਰਦੇ ਲੋਕੀ, ਕਈ ਵਾਰ ਕਹਿੰਦੇ ਕਿ ਚਲੋ ਆਪਾਂ ਮਹੀਨੇ ਦੇ ਐਂਡ 'ਚ ਕਰ ਲਾਂਗੇ, ਤੇ ਉਹਦੇ ਵਿੱਚ ਕੀ ਹੁੰਦਾ ਫਿਰ ਕਈ ਵਾਰ ਬਿਲਸ ਵਗੈਰਾ ਰਿਸੀਟਸ ਵਗੈਰਾ ਗਵਾ ਜਾਂਦੀਆਂ ਨੇ, ਤਾਂ ਫਿਰ ਬਹੁਤ ਜ਼ਿਆਦਾ ਕੰਫਲਿਕਟ ਆ ਜਾਂਦਾ ਕਿ ਕਿਸੇ ਨੂੰ $12 ਪੇ ਕਰਨੇ ਪੈ ਜਾਂਦੇ, ਜਿਵੇਂ ਤੁਸੀਂ ਕਿਹਾ, ਕਿਸੇ ਨੂੰ ਘੱਟ ਪੇ ਕਰਨੇ ਪੈ ਜਾਂਦੇ ਆ, ਤੇ ਉਹ ਫਿਰ ਉੱਥੇ ਫਿਰ ਕੰਫਲਿਕਟ ਆ ਜਾਂਦਾ ਹੈ, ਉੱਥੇ ਫਿਰ ਇੱਕ ਸਿਚੁਏਸ਼ਨ ਅਨਕੰਫਰਟੇਬਲ ਜੀ ਹੋ ਜਾਂਦੀ ਹੈ, ਭਾਵੇਂ ਤੁਹਾਡੇ ਫਰੈਂਡਸ ਵੀ ਨੇ ਜਿੱਦਾਂ ਵੀ ਹੈਗਾ। ਤੇ ਮੇਰੇ ਹਿਸਾਬ ਨਾਲ ਤਾਂ ਸਿੰਗਲ ਰੂਮ ਜੇ ਤੁਹਾਨੂੰ ਮਿਲਦਾ ਕਿਤੇ ਇਹਨਾਂ ਚੀਜ਼ਾਂ ਤੋਂ ਬਚਣਾ ਹੈ। ਹਾਂਜੀ, ਤੁਹਾਨੂੰ ਲੱਗਦਾ, ਪਰ ਜੇ ਤੁਸੀਂ ਇਸ ਚੀਜ਼ ਨੂੰ ਟੋਲਰੇਟ ਕਰ ਸਕਦੇ ਜਾਂ ਇਸ ਚੀਜ਼ ਨੂੰ ਮੈਨੇਜ ਕਰ ਸਕਦੇ, ਕੁਝ ਲੋਕ ਕਰ ਵੀ ਲੈਂਦੇ ਹਨ ਵੀ ਮੈਂ ਇਸ ਚੀਜ਼ ਨੂੰ ਐਵੇਂ ਕਰਨਾ ਜਾਂ ਐਵੇਂ ਹੈਂਡਲ ਕਰਨਾ ਹਨ, ਤਾਂ ਜੇ ਤੁਸੀਂ ਇਸ ਚੀਜ਼ ਨੂੰ ਹੈਂਡਲ ਕਰ ਸਕਦੇ ਹੋ ਠੀਕ ਹੈ, ਕਿਉਂਕਿ ਗਰੁੱਪਸ 'ਚ ਰਹਿਣ ਦੇ ਫਾਇਦੇ ਵੀ ਹੁੰਦੇ ਆ, ਕੁਝ ਉਹ ਵੀ ਹੁੰਦੇ ਆ। ਆਪਾਂ ਹੋਸਟਲਸ 'ਚ ਵੀ ਰਹੇ ਆ ਜਾਂ
ਅਸੀਂ ਉੱਧਰ ਵੀ ਰੂਮ ਤੇ ਰਹੇ ਹਾਂ ਹਨਾ, ਰੂਮ ਜਾਂ ਇੱਕ ਲੈ ਲਓ ਫਲੋਰ ਜਾਂ ਕੁਝ ਵੀ ਹਨਾ, ਅਪਾਰਟਮੈਂਟ 'ਚ ਰਹੇ ਹਾਂ ਅਸੀਂ, ਇੰਡੀਆ ਵੀ ਚੰਡੀਗੜ੍ਹ ਵੀ। ਤੇ ਉੱਥੇ ਹੀ ਫਿਰ ਇਹਨਾਂ ਚੀਜ਼ਾਂ ਨਾਲ ਆਪਾਂ ਨੂੰ ਡੀਲ ਕਰਨਾ ਪੈਂਦਾ ਹੁੰਦਾ ਹਨਾ, ਕਿ ਸਮਾਨ ਇਕੱਠੇ ਲੈ ਜਾਂ ਕੁਝ ਵੀ। ਤੇ ਜੇ ਤੁਹਾਨੂੰ ਡੀਲ ਕਰਨਾ ਆਉਂਦਾ ਵੀ ਤੁਸੀਂ ਭਾਈ ਕਿਵੇਂ ਕਿਸੇ ਚੀਜ਼ ਤੇ ਚੈੱਕ ਰੱਖਣਾ ਹਨਾ, ਵੀ ਕੋਈ ਤੁਹਾਨੂੰ ਓਵਰਚਾਰਜ ਨਾ ਕਰ ਰਿਹਾ ਹੋਵੇ ਜਾਂ ਕਿਸੇ ਚੀਜ਼ 'ਚ ਤੁਹਾਨੂੰ ਹਨਾ ਵੱਧ ਨਾ ਪੈ ਰਹੇ ਹੋਣ, ਤਾਂ ਜੇ ਤੁਹਾਨੂੰ ਆਉਂਦਾ ਤਾਂ ਫਿਰ ਬੰਦਾ ਫਿਰ ਬੰਦਾ 5-10 'ਚ ਵੀ ਮੈਨੇਜ ਕਰ ਲੈਂਦਾ। ਨਹੀਂ ਫਿਰ ਬੰਦੇ ਨੂੰ ਜੇ ਲੱਗੇ ਵੀ ਹਾਂ ਜ਼ਿਆਦਾ ਹੋ ਰਿਹਾ ਤਾਂ ਫਿਰ ਉਹ ਆਪਦਾ ਇਕੱਲੇ 'ਚ ਮੂਵ ਕਰ ਲੈ ਹਾਂਜੀ। ਕਈ ਵਾਰ ਕੁਝ ਲੈਂਡਲੌਰਡਸ ਵੀ ਵਧੀਆ ਹੁੰਦੇ ਨੇ, ਕਈ ਵਾਰ ਉਹੀ ਰੋਟੀ ਪਾਣੀ ਦਾ ਉਹੀ ਕਈ ਵਾਰ ਹੈਲਪ ਕਰ ਦਿੰਦੇ ਨੇ ਕਿ ਜਿਵੇਂ ਰੋਟੀ ਪਾਣੀ ਉਹਨਾਂ ਨੇ ਆਪ ਹੀ ਤਿਆਰ ਕਰ ਦੇਣੀ ਹੈ। ਤੇ ਕਈ ਵਾਰ ਲੈਂਡਲੌਰਡਸ ਟੈਨੈਂਟਸ ਤੋਂ ਤੁਸੀਂ ਕਹਿ ਲਓ ਕਿ ਫੂਡ ਦਾ ਚਾਰਜ ਕਰ ਦਿੰਦੇ ਨੇ, ਚਲੋ ਅਸੀਂ ਫੂਡ ਤੁਹਾਡੇ ਲਈ ਬਣਾ ਦਾਂਗੇ। ਬਿਲਕੁਲ ਜਿਵੇਂ ਆਪਣੀ ਇੰਡੀਅਨ ਕਮਿਊਨਿਟੀ ਦੇ ਵਿੱਚ ਕੁਝ ਲੋਕ ਹੈਗੇ ਜਿਹੜੇ ਕਹਿੰਦੇ ਕਿ ਟੈਨੈਂਟਸ ਨੂੰ ਕਿ ਅਸੀਂ ਦੁਪਹਿਰ ਸ਼ਾਮ ਦੀ ਰੋਟੀ ਅਸੀਂ ਬਣਾਦਾ ਕਰਾਂਗੇ, ਉਹ ਫਿਰ ਉਹ ਚੀਜ਼ ਉਹ ਰੈਂਟ ਦੇ ਵਿੱਚ ਐਡ ਕਰ ਦਿੰਦੇ, ਵਿਚ ਇਜ਼ ਜੈਨੂਇਨ ਐਜ਼ ਵੈਲ, ਵਿਚ ਇਜ਼ ਫੇਅਰ ਐਜ਼ ਵੈਲ, ਕਿ ਤੁਹਾਨੂੰ ਐਟਲੀਸਟ ਇਹ ਡਰ ਨਹੀਂ ਹੈਗਾ ਕਿ ਮੇਰਾ ਸਮਾਨ ਚੋਰੀ ਹੋ ਰਿਹਾ ਹੈ ਜਾਂ ਕੋਈ ਮੇਰਾ ਸਮਾਨ ਦੀ ਫਾਲਤੂ ਦੀ ਕੋਈ ਵਰਤੋਂ ਕਰ ਰਿਹਾ ਜਾਂ ਮੈਂ ਜ਼ਿਆਦਾ ਪੇ ਕਰ ਰਿਹਾ। ਜੋ ਤੁਸੀਂ ਪੇ ਕਰ ਰਹੇ ਹੋ ਉਹਨੂੰ ਤੁਹਾਨੂੰ ਮਿਲ ਰਿਹਾ। ਬਿਲਕੁਲ ਇਹ ਵੀ ਚੀਜ਼ ਆ ਜਾਂਦੀ ਹੈ। ਤੇ ਹੁਣ ਇਹਦੇ 'ਚ ਹੀ ਕਈ ਗੱਲਾਂ ਨੇ ਵੀ, ਕਿਚਨ ਦਾ ਆ ਜਾਂਦਾ ਹਨਾ, ਸ਼ੇਅਰਿੰਗ 'ਚ ਕਿਚਨ ਆ ਜਾਂਦੀ ਹੈਗੀ। ਤੇ ਕਈ ਵਾਰ ਤੁਸੀਂ ਬਣਾਉਣਾ ਹੋਵੇ ਤਾਂ ਕੋਈ ਹੋਰ ਬਣਾ ਰਿਹਾ ਹਨਾ ਜਾਂ ਕੁਝ ਵੀ, ਤਾਂ ਇਹ ਚੀਜ਼ਾਂ ਵੀ ਨੇ ਸ਼ੇਅਰਿੰਗ 'ਚ, ਇਹ ਵੀ ਆ ਜਾਂਦੀਆਂ ਨੇਗੀਆਂ। ਤੇ ਬਾਕੀ ਅਲੱਗ-ਅਲੱਗ ਫਾਇਦੇ ਨੇਗੇ, ਸ਼ੇਅਰਿੰਗ ਦੇ ਅਲੱਗ ਫਾਇਦੇ ਨੇ ਹਨਾ, ਕੁਝ ਨੁਕਸਾਨ ਵੀ ਨੇ। ਤੇ ਰੈਂਟ ਵੱਲੋਂ ਤੁਹਾਡੀ ਸੇਵਿੰਗ ਹੋ ਜਾਂਦੀ ਹੈ ਜਦੋਂ ਤੁਸੀਂ ਸ਼ੇਅਰਿੰਗ 'ਚ ਰਹਿੰਦੇ ਹੋ ਨਾ। ਜਿਹੜਾ ਰੂਮ ਤੁਹਾਨੂੰ ਸਿੰਗਲ 'ਚ ਵਾਧਾ ਪੈ ਰਿਹਾ ਉਹ ਤੁਹਾਨੂੰ ਥੋੜਾ ਜਿਹਾ you save dollar for yourself ਥੋੜੇ ਬਹੁਤ। ਉਹੀ ਆ, ਇਹ ਥੋੜੇ ਡਿਪੈਂਡ ਕਰਦਾ ਵੀ ਤੁਸੀਂ ਥੋੜੇ ਵੱਧ ਪੈ ਕੇ ਪੈਸੇ ਪ੍ਰਾਈਵੇਸੀ ਚਾਹੁੰਦੇ ਹੋ ਜਾਂ ਮੇਬੀ ਤੁਸੀਂ ਸ਼ੇਅਰਿੰਗ 'ਚ ਹਨਾ ਵੀ ਠੀਕ ਰਹੇ। ਕਿਉਂਕਿ ਸ਼ੇਅਰਿੰਗ 'ਚ ਹੋ ਸਕਦਾ ਕਿਸੇ ਕੋਲ ਗੱਡੀ ਵੀ ਹੋਵੇ ਹਨਾ, ਇੱਕ ਪਰਸਨ ਕੋਲ ਗੱਡੀ ਹੁੰਦੀ ਹੈ ਤਾਂ ਮੇਬੀ ਤੁਹਾਨੂੰ ਉਸ ਚੀਜ਼ ਦਾ ਵੀ ਫਾਇਦਾ ਹੋਵੇ ਹਨਾ, ਗਰੋਸਰੀ ਲਿਆਉਣ ਕਰਨ 'ਚ। ਕਿਉਂਕਿ ਬੱਸਾਂ ਦੇ ਫਿਰ ਗਰੋਸਰੀ ਲਿਆਉਣੀ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਨਾ, ਬੱਸ 'ਤੇ ਲਿਆਉਣੀ ਜਾਂ ਚੱਕ ਕੇ ਲਿਆਉਣੀ, ਉਸ ਚੀਜ਼ ਦਾ ਹੋ ਜਾਂਦਾ। ਕਈ ਵਾਰ ਸ਼ੇਅਰਿੰਗ ਦਾ ਇੱਕ ਨੁਕਸਾਨ ਇਹ ਵੀ ਹੋ ਜਾਂਦਾ ਕਈ ਵਾਰ, ਲੈਟਸ ਸੇ ਕਿ ਮੈਂ ਤੇ ਹੈਰੀ ਬਿਲਕੁਲ ਦੋ ਅਨਨੋਨ ਬੰਦੇ ਨੇ, ਆਪਾਂ ਇੱਕ ਰੂਮ ਸ਼ੇਅਰ ਕਰ ਰਹੇ ਹਾਂ। ਤੇ ਹੋ ਸਕਦਾ ਕਿ ਹੈਰੀ ਦੀ ਨੇਚਰ ਮੇਰੇ ਨਾਲੋਂ ਥੋੜੀ ਡਿਫਰੈਂਟ ਹੋਵੇ, ਐਕਸਟਰੋਵਰਟ ਹੋਵੇ ਹੈਰੀ, ਮੈਂ ਇੰਟਰੋਵਰਟ ਹੋਵਾਂ, ਜਾਂ ਮੈਂ ਵੀ ਐਕਸਟਰੋਵਰਟ ਹੋਵਾਂ ਬਟ ਇੰਨਾ ਨਾ ਹੋਵਾਂ ਲਾਈਕ ਸੋਸ਼ਲੀ ਇੰਨਾ ਨਾ ਮਿਲਦਾ ਜੁਲਦਾ ਹੋਵਾਂ। ਤੇ ਹੈਰੀ ਹਰ ਦੂਜੇ ਦਿਨ ਆਪਣੇ ਫਰੈਂਡਸ ਲੈ ਕੇ ਆ ਰਿਹਾ ਹੈ, ਗੱਲਾਂ ਬਾਤਾਂ ਹੋ ਰਹੀਆਂ, ਉਹ ਸਟੇ ਕਰ ਰਹੇ ਹੈ ਜਾਂ ਪਾਰਟੀ ਕਰ ਰਹੇ ਜਾਂ ਥੋੜੇ ਟਹਿਲ ਬੈਠੇ। ਉਹ ਵੀ ਇੱਕ ਸਿਚੁਏਸ਼ਨ ਕਈ ਵਾਰ ਅਨਕੰਫਰਟੇਬਲ ਜੀ ਹੋ ਜਾਂਦੀ ਹੈ ਦੂਜੇ ਬੰਦੇ ਲਈ, ਕਿਉਂਕਿ ਦੂਜਾ ਬੰਦਾ ਕਈ ਵਾਰ ਹੋ ਸਕਦਾ ਕਿ ਮੈਂ ਇੰਨਾ ਜੋਲੀ ਨੇਚਰ ਦਾ ਨਾ ਹੋਵਾਂ, ਇੰਨਾ ਵਧੀਆ ਮਿਲਦਾ ਕਿਸੇ ਨਾਲ ਘੁਲਦਾ ਮਿਲਦਾ ਨਾ ਹੋਵਾਂ। ਤੇ ਉਹ ਚੀਜ਼ ਵੀ ਉਹਦੇ ਲਈ ਵੀ ਫਿਰ ਪ੍ਰਾਈਵੇਟ ਰੂਮ ਜੇ ਤੁਸੀਂ ਸਿੰਗਲ ਰੂਮ ਤੁਸੀਂ ਪ੍ਰੈਫਰ ਕਰਦੇ ਹੋ। ਬਿਲਕੁਲ, ਜਿਹੜੇ ਇਹ ਉਧਰੋਂ ਗ੍ਰੈਜੂਏਸ਼ਨ ਜਾਂ ਮਾਸਟਰਸ ਕਰਕੇ ਆ ਰਿਹਾ, ਜਿਹੜੇ ਉਧਰ ਹੋਸਟਲਸ 'ਚ ਰਹੇ ਆ, ਉਹਨਾਂ ਨੇ ਤਾਂ ਸਿਚੁਏਸ਼ਨਸ ਦੇਖੀਆਂ ਹੋਣੀਆਂ ਹਨਾ। ਕਿਉਂਕਿ ਆਪਾਂ ਜਦੋਂ ਬਾਹਰ ਰਹਿੰਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਕਿਵੇਂ ਆ। ਪਰ ਜਿਹੜੇ ਕੋਈ ਨਵਾਂ ਹੀ ਘਰੋਂ ਆ ਰਿਹਾ ਉਹਦੇ ਲਈ ਇਹ ਚੀਜ਼ਾਂ ਬਹੁਤ ਨਵੀਆਂ ਹੋ ਸਕਦੀਆਂ ਨੇ। ਤੇ ਹੋ ਸਕਦਾ ਕਈਆਂ ਨੂੰ ਇਹ ਫੇਸ ਕਰਨੀਆਂ ਵੀ ਪੈਣ ਹਨਾ, ਬੰਦਾ ਕਰਕੇ ਸਿੱਖਦਾ ਹਨਾ, ਦੱਸੇ ਤੇ ਇੱਕ ਚੀਜ਼ ਸਮਝ ਆਉਂਦੀ ਹੈ ਤੇ ਬੰਦੇ ਨੂੰ ਕਰਕੇ ਇੱਕ ਚੀਜ਼ ਸਮਝ ਆਉਂਦੀ ਹੈ ਨਾ। ਤੇ ਇਹੀ ਚੀਜ਼ਾਂ ਨੇ ਮੇਨ। ਬਾਕੀ ਤੁਹਾਡਾ ਜਿਹੜਾ ਮਹੀਨੇ ਦਾ ਸਭ ਤੋਂ ਵੱਡਾ ਜਿਹੜਾ ਚੰਕ ਜਾਂਦਾ ਤੁਹਾਡੀ ਸੇਵਿੰਗ 'ਚ, ਉਹ ਰੈਂਟ ਦਾ ਹੀ ਜਾਂਦਾ। ਸਭ ਤੋਂ ਵੱਡਾ ਖਰਚਾ ਹੀ ਰੈਂਟ ਦਾ। ਤੇ ਘਰ ਤੁਸੀਂ ਦੇਖ ਕੇ ਲਓ, ਫੈਸਿਲਿਟੀਜ਼ ਤੁਸੀਂ ਪੁੱਛ ਕੇ ਰਹੋ ਹਨਾ। ਤੇ ਬਾਕੀ ਕਿਸੇ ਵੀ ਇੱਕ ਜਗ੍ਹਾ ਤੇ ਸਟਕ ਨਾ ਹੋ। ਜੇ ਤੁਹਾਨੂੰ ਕੋਈ ਹੋਰ ਤੁਹਾਨੂੰ ਵਧੀਆ ਅਪਾਰਟਮੈਂਟ ਜਾਂ ਯੂਨਿਟ ਜਾਂ ਹਾਊਸ ਘਰ ਕਿਤੇ ਵੀ ਤੁਹਾਨੂੰ ਮਿਲਦਾ ਹੈ ਆਪਣਾ ਕਿਆ ਪਤਾ ਕਈ ਵਾਰ ਘੱਟ ਰੈਂਟ 'ਚ ਤੁਹਾਨੂੰ ਵਧੀਆ ਰੂਮ ਵੀ ਮਿਲ ਸਕਦਾ ਹੈ, ਤਾਂ ਆਪਣੇ ਆਪਸ਼ਨਸ ਓਪਨ ਰੱਖੋ। ਜ਼ਰੂਰੀ ਨਹੀਂ ਕਿ ਤੁਸੀਂ ਉਸੇ ਜਗ੍ਹਾ ਤੇ ਬਾਉਂਡ ਹੋ ਕੇ ਰਹਿਣਾ ਸਾਲ ਲਈ ਉੱਥੇ ਹੀ ਰਹਿਣਾ ਹੈ। ਤੇ ਕਈ ਵਾਰ ਤੁਸੀਂ ਇੱਕ ਜਗ੍ਹਾ ਕੋਈ ਟੈਂਪਰੇਰੀ ਜਗ੍ਹਾ ਲੱਭ ਲਓ ਐਂਡ ਆਫਟਰ ਦੈਟ ਯੂ ਕੀਪ ਲੁਕਿੰਗ ਫॉर। ਬਿਲਕੁਲ, ਜੇ ਤੁਹਾਨੂੰ ਬੰਦੇ ਮਿਲ ਜਾਂਦੇ ਆ ਜਿਹੜੇ ਤੁਹਾਨੂੰ ਸਹੀ ਲੱਗਦੇ ਉਹਨਾਂ ਨਾਲ ਮੂਵ ਆਊਟ ਕਰ ਦਿਓ ਕਿਤੇ ਹੋਰ ਹਨਾ। ਤੇ ਬਾਕੀ ਡਿਸਟੈਂਸ ਜ਼ਰੂਰ ਚੈੱਕ ਕਰੋ ਆਪਣਾ, ਜਿਹੜਾ ਤੁਸੀਂ ਰੂਮ ਲੈਣਾ ਹਨਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਕੰਮ ਤਾਂ ਹੋਣਾ ਨਹੀਂ ਹੈਗਾ ਜਦੋਂ ਵੀ ਤੁਸੀਂ ਇੰਡੀਆ ਤੋਂ ਆਉਣੇ ਹੋ ਹਨਾ। ਕੰਮ ਤਾਂ ਇੱਥੇ ਆ ਕੇ ਲੱਭਣਾ, ਤਾਂ ਪ੍ਰੈਫਰ ਕਰਿਓ ਵੀ ਕਾਲਜ ਦੇ ਨੇੜੇ ਤੇੜੇ ਹੋਵੇ। ਕਾਲਜ ਦੇ ਨੇੜੇ ਤੇੜੇ ਨਾ ਹੋਵੇ ਤਾਂ ਗੂਗਲ ਮੈਪ 'ਚ ਬੱਸ ਰੂਟ ਜ਼ਰੂਰ ਚੈੱਕ ਕਰ ਲਿਓ ਕਿੰਨਾ ਕੁ ਟਾਈਮ ਲਾਉਂਦੀ ਹੈ। ਕਿਉਂਕਿ ਜੇ ਕੋਈ ਬਰੈਂਪਟਨ ਰਹਿ ਰਿਹਾ ਉਹਦਾ ਕਾਲਜ ਨਾਰਥ ਹੀ ਆ, ਕਈ ਸਕਾਰਬਰੋ ਆ, ਤਾਂ ਵਿੱਚ ਬਹੁਤ ਜ਼ਿਆਦਾ ਡਿਸਟੈਂਸ ਹੋ ਜਾਂਦਾ ਹਨਾ। ਇੱਥੇ ਬੱਸਿਸ ਬਹੁਤ ਜ਼ਿਆਦਾ ਟਾਈਮ ਲਾਉਂਦੀਆਂ ਨੇਗੀਆਂ, ਮਲਟੀਪਲ ਸਟਾਪਸ ਹੁੰਦੇ, ਮਲਟੀਪਲ ਬੱਸਿਸ ਤੁਹਾਨੂੰ ਲੈਣੀਆਂ ਪੈਣੀਆਂ ਹਨਾ। ਤਾਂ ਚੈੱਕ ਕਰ ਲਿਓ ਵੀ ਕਿੰਨੀ ਕੁ ਦੂਰੀ ਪੈ ਰਹੀ ਆ ਤੇ ਕਿੰਨੀਆਂ ਬੱਸਿਸ ਤੁਸੀਂ ਲੈ ਕੇ ਜਾਣੀਆਂ। ਗੂਗਲ ਮੈਪ ਤੇ ਬੱਸ ਰੂਟ ਚੈੱਕ ਹੋ ਜਾਂਦਾ ਗਾ, ਤਾਂ ਉਹ ਤੁਹਾਨੂੰ ਇੱਕ ਚੀਜ਼ 'ਚ ਹੈਲਪ ਕਰੂਗਾ ਹਨਾ। ਉਸ ਚੀਜ਼ ਦਾ ਤੁਸੀਂ ਪਹਿਲਾਂ ਫੈਮੀਲੀਅਰ ਹੋਵੋਗੇ ਵੀ ਤੁਹਾਨੂੰ ਇੰਨੀਆਂ ਬੱਸਿਸ ਤੇ ਇੰਨਾ ਲੰਬਾ ਰੂਟ ਤੁਹਾਨੂੰ ਪੈਣਾਗਾ ਜਿਹੜਾ ਤੁਸੀਂ ਕਾਲਜ ਦਾ ਜਾਣਾ। ਕਈ ਵਾਰ ਐਗਜ਼ੈਕਟ ਟਾਈਮਿੰਗਸ ਵੀ ਨਹੀਂ ਹੁੰਦੀ ਕਿ ਬੱਸਿਸ ਵੈਦਰ ਤੇ ਬਹੁਤ ਡਿਪੈਂਡ ਕਰਦਾ, ਕਈ ਵਾਰ ਟ੍ਰੈਫਿਕ ਕੰਡੀਸ਼ਨਸ ਤੇ ਵੀ ਬਹੁਤ ਡਿਪੈਂਡ ਕਰਦਾ ਹੈ। ਹਾਲਾਂਕਿ ਬੱਸ ਡਰਾਈਵਰਸ ਆਪਣੇ ਬਾਜੋਂ ਪੂਰਾ
ਕੋਸ਼ਿਸ਼ ਕਰਦੇ ਕਿ ਆਪਾਂ ਟਾਈਮ ਸਿਰ ਹਰ ਇੱਕ ਸਟਾਪ ਤੇ ਪਹੁੰਚੀਏ, ਬਟ ਕਈ ਵਾਰ ਟ੍ਰੈਫਿਕ ਕਰਕੇ ਵੀ ਕਈ ਵਾਰ ਬੱਸਸ ਵਗੈਰਾ ਲੇਟ ਪਹੁੰਚਦੀਆਂ ਨੇ, ਰਾਈਟ। ਤੇ ਆਈ ਥਿੰਕ ਆ ਵੀ ਰੂਲ ਹੁਣ ਆ ਗਿਆ ਹੈ ਕਿ ਸਟੂਡੈਂਟਸ ਜਦ ਤੱਕ ਲਾਈਕ ਕਈ ਵਾਰ ਤਾਂ ਹੁੰਦਾ ਕਿ ਜਦੋਂ ਤੁਹਾਡਾ ਕਾਲਜ ਲੈਸ ਤੁਹਾਡਾ ਸਟਾਰਟ ਹੋ ਰਿਹਾ ਜਨਵਰੀ ਦੇ ਵਿੱਚ ਤੇ ਤੁਸੀਂ ਦਸੰਬਰ 'ਚ ਆ ਕੇ ਤੁਸੀਂ ਕੰਮ ਸਟਾਰਟ ਕਰ ਦਿੰਦੇ ਹੋ। ਆਈ ਥਿੰਕ ਹੁਣ ਉਹ ਵੀ ਰੂਲ ਸਰਕਾਰ ਨੇ ਹੁਣ ਖਤਮ ਕਰਤਾ ਹੈ। ਤੁਸੀਂ 1 ਮਹੀਨੇ ਪਹਿਲਾਂ ਆ ਕੇ ਤੁਸੀਂ ਕੰਮ ਨਹੀਂ ਸਟਾਰਟ ਕਰ ਸਕਦੇ। ਤੁਸੀਂ ਜੇ ਤੁਹਾਡਾ ਜਨਵਰੀ ਇਨਟੇਕ ਹੈ ਤੁਸੀਂ 2 ਦਿਨ ਆ ਕੇ 2 ਦਿਨ ਪਹਿਲਾਂ ਆਓ, ਜੇ ਤੁਹਾਡੀ ਸਟੱਡੀ ਸਟਾਰਟ ਹੋ ਗਈ ਦੈਨ ਯੂ ਕੈਨ ਸਟਾਰਟ ਫਾਈਂਡਿੰਗ ਵਰਕ, ਬਟ ਦੈਟਸ ਅ ਸੈਪਰੇਟ ਟੌਪਿਕ। ਹਾਂਜੀ, ਬੱਸਸ ਦਾ ਜਿਵੇਂ ਬਸ ਤੁਹਾਡਾ ਡਿਸਟੈਂਸ ਇਹ ਯਾਦ ਰੱਖੋ ਕਿ ਤੁਹਾਡਾ ਡਿਸਟੈਂਸ ਜਿਹੜਾ ਹੈਗਾ ਕਮਿਊਟੇਬਲ ਹੋਵੇ, ਭਾਵੇਂ ਕਾਲਜ ਜਾਂ ਭਾਵੇਂ ਵਰਕ ਨੂੰ ਹੈਗਾ। ਵਰਕ ਨੂੰ ਥੋੜਾ ਜਿਹਾ ਜ਼ਿਆਦਾ ਕਿਉਂਕਿ ਕਾਲਜ ਕਈ ਵਾਰ ਜਿਵੇਂ ਹੈਲਨ ਦੱਸਿਆ ਸੀ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ 10-15 ਮਿੰਟ ਤੁਸੀਂ ਕਲਾਸ 'ਚ ਲੇਟ ਚੱਲ ਜਾਓ। ਹੋ ਸਕਦਾ ਕੁਝ ਟੀਚਰਸ ਕਹਿੰਦੇ ਆ ਕਿ ਕੋਈ ਚੱਕਰ ਨਹੀਂ, ਮੈਟਰ ਨਹੀਂ ਕਰਦਾ, ਬਟ ਸਮ ਟੀਚਰਸ ਆਰ ਲਾਈਕ ਓਕੇ ਡਸਨਟ ਮੈਟਰ ਐਸ ਲੌਂਗ ਐਸ ਤੁਸੀਂ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੋ, ਤੁਸੀਂ ਕੁਝ ਮਿਸ ਨਹੀਂ ਕੀਤਾ ਹੈ, ਉਹ ਹੈਗਾ, ਦੈਟਸ ਵਾਟ ਇਟ ਮੈਟਰਸ। ਉਸ ਤੋਂ ਬਾਅਦ ਹਾਂਜੀ ਬੱਸਸ ਦਾ ਆਪਣਾ ਪ੍ਰੋਪਰ ਇੱਕ ਸਕੇਜੂਲ ਐਪਸ ਵਗੈਰਾ ਹੈਗੀਆਂ ਨੇ ਜਿਹਦੇ ਵਿੱਚ ਤੁਹਾਨੂੰ ਬੱਸਸ ਦੀ ਟਾਈਮਿੰਗ ਇਹ ਚੀਜ਼ ਆਪਣੀ ਦੇਖ ਕੇ ਰੱਖੋ ਨਾ, ਕਾਲਜ ਤੋਂ ਤੁਹਾਡੀ ਬੱਸ ਟਾਈਮਿੰਗ ਕੀ ਆ, ਕਿੰਨੀ ਕੁ ਦੂਰ ਤੁਹਾਨੂੰ ਪੈਂਦਾ ਹੋਵੇ, ਕਿਉਂਕਿ ਇੱਥੇ ਆ ਕੇ ਫੇਰ ਨਾ ਤੁਹਾਨੂੰ ਮੁਸ਼ਕਿਲ ਹੋਵੇ ਹਨਾ, ਕਿਉਂਕਿ ਸ਼ੁਰੂ 'ਚ ਆਪਾਂ ਨੂੰ ਬੱਸਸ ਬਦਲਣੀਆਂ, ਕਿਉਂਕਿ ਇੰਡੀਆ 'ਚ ਕੀ ਹੁੰਦਾ ਇੱਕ ਬੱਸ ਲੈ ਲਈ ਹੈ ਨਾ ਉਹਨੇ ਆਪਾਂ ਨੂੰ ਇੱਕ ਡੈਸਟੀਨੇਸ਼ਨ ਤੇ ਲਾਉਣਾ ਹੀ ਆ, ਤਾਂ ਇੱਥੇ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ ਤੱਕ ਡਾਇਰੈਕਟ ਬੱਸ ਬਹੁਤ ਘੱਟ ਮਿਲਦੀ ਹੈ, ਬਹੁਤ ਬਦਲਣੀਆਂ ਪੈਂਦੀਆਂ ਨੇ, 3 ਬੱਸਾਂ 4 ਬੱਸਾਂ ਜਾਂ 2 ਬੱਸਾਂ ਹਨ, ਤੁਹਾਨੂੰ ਇਹ ਬਦਲਣੀਆਂ ਹੀ ਪੈਂਦੀਆਂ ਨੇ। ਤਾਂ ਇਸ ਚੀਜ਼ ਨੂੰ ਦੇਖ ਕੇ ਆਇਓ, ਕਿਉਂਕਿ ਕਈ ਵਾਰ ਕਈਆਂ ਨੂੰ ਮੁਸ਼ਕਲ ਲੱਗਦੀ ਹੈ ਨਾ ਵੀ ਕਿਵੇਂ ਕਿਸੇ ਬੱਸ ਤੋਂ ਚੇਂਜ ਕਰਕੇ ਦੂਜੀ ਬੱਸ ਤੇ ਚੜ੍ਹਨਾ ਹੈ ਨਾ, ਕਿਹੜੀ ਸਟੇਟ ਤੋਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਆਵੇ, ਬਟ ਹਾਂਜੀ ਜਿਵੇਂ ਹਰ ਇੱਕ ਰੀਜਨ ਦੀ ਹਰ ਇੱਕ ਸਿਟੀ ਦੀ ਜਿਵੇਂ ਨਾਇਗਰਾ ਦੀ ਆਪਾਂ ਗੱਲ ਕਰ ਲਈ, ਮੈਂ ਨਾਇਗਰਾ 'ਚ ਰਹਿੰਦਾ ਤੇ ਇੱਥੇ ਟ੍ਰਾਂਜ਼ਿਟ ਐਪ ਹੈਗੀ ਹੈ, ਉਹਦੇ ਵਿੱਚ ਨਾਇਗਰਾ ਦੀ ਜਿੰਨੀ ਬੱਸਸ ਵੀ ਚੱਲਦੀਆਂ ਨੇ 109 ਹੋ ਗਈ, ਰੈੱਡ ਲਾਈਨ ਹੋ ਗਈ, ਗ੍ਰੀਨ ਲਾਈਨ, ਉਹਦੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਆ ਜਾਂਦੀ ਹੈ ਇੰਕਲੂਡਿੰਗ ਟਾਈਮਸ। ਤੇ ਕਿਸੇ ਨੇ ਨਾਇਗਰਾ ਕਾਲਜ ਵੈਲੈਂਟ ਜਾਣਾ ਹੈ ਜਾਂ ਨਾਇਗਰਾ ਔਨ ਦ ਲੇਕ ਜਾਣਾ ਹੈ, ਉਹ ਸਾਰਾ ਕੁਝ ਉਹਦੇ ਵਿੱਚ ਅਵੇਲੇਬਲ, ਸਾਰਾ ਕੁਝ ਇਨਫੋਰਮੇਸ਼ਨ ਅਵੇਲੇਬਲ ਉਹਦੇ ਵਿੱਚ ਹੁੰਦੀ ਹੈ ਐਪਸ ਦੇ ਵਿੱਚ। ਤੇ ਇਹ ਚੀਜ਼ਾਂ ਹੋ ਗਈਆਂ ਘਰ ਦੇ ਲੱਭਣ ਦੇ ਵਿੱਚ। ਹੋਰ ਕੀ ਦਿੱਕਤਾਂ ਤੁਹਾਨੂੰ ਲੱਗਦਾ ਵੀ ਘਰ ਲੱਭਣ ਦੇ ਵਿੱਚ ਕਿਸੇ ਸਟੂਡੈਂਟਸ ਨੂੰ ਆ ਸਕਦੀਆਂ ਨੇ? ਮੇਨ ਤਾਂ ਸ਼ੁਰੂ 'ਚ ਇਹੀ ਚੀਜ਼ਾਂ ਹੁੰਦੀਆਂ ਨੇ ਵੀ ਕਿਤੇ ਵੀ ਇੱਕ ਪਰਸਨ ਨੂੰ ਕੋਈ ਟਿਕਾਣਾ ਲੱਭ ਜੇ ਹੈ ਨਾ, ਕਾਲਜ ਦੇ ਨੇੜੇ ਤੇੜੇ ਲੱਭ ਜੇ। ਤੇ ਵੈਸੇ ਤਾਂ ਜੇ ਕੋਈ ਟੋਰਾਂਟੋ ਏਰੀਆ 'ਚ ਆਉਂਦਾ ਤਾਂ ਲੱਭਣਾ ਕੋਈ ਬੜਾ ਮੁਸ਼ਕਿਲ ਨਹੀਂ ਹੈ ਨਾ, ਥੋੜੀ ਦੂਰ ਲੱਭ ਸਕਦਾ ਤੁਹਾਨੂੰ ਸ਼ੁਰੂ 'ਚ, ਠੀਕ ਆ। ਉਹ ਜਿੰਨਾ ਤੁਸੀਂ ਉਸ ਚੀਜ਼ ਦੇ ਫੈਮੀਲੀਅਰ ਹੋਈ ਜਾਂਦੇ ਆਪਣੇ ਕਾਲਜ ਦੇ ਜਾਂ ਏਰੀਆ ਦੇ ਹੈ ਨਾ, ਤੁਸੀਂ ਹੌਲੀ ਹੌਲੀ ਨੇੜੇ ਮੂਵ ਕਰ ਸਕਦੇ ਹੋ, ਜਾਂ ਮੇਬੀ ਤੁਹਾਨੂੰ ਨੇੜੇ ਮੂਵ ਕਰਨ ਦੀ ਲੋੜ ਹੀ ਨਾ ਪਵੇ ਹੈ ਨਾ, ਉੱਥੋਂ ਹਿਸਾਬ ਆ ਜੇ ਉੱਥੇ ਨੇੜੇ ਦੇ ਜਿਹੜੇ ਕੰਮ ਹੋ ਜੇ, ਤਾਂ ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ। ਹੋਰ ਬਾਕੀ ਤੁਹਾਨੂੰ ਰਾਈਟਸ ਆਪਾਂ ਗੱਲ ਕਰਤੀ ਹੈ ਨਾ, ਤੁਹਾਨੂੰ ਐਜ਼ ਅ ਟੈਨੈਂਟ ਤੁਹਾਡੇ ਰਾਈਟਸ ਪਤਾ ਹੋਣੇ ਚਾਹੀਦੇ, ਤੁਹਾਨੂੰ ਯੂਟਿਲਿਟੀਜ਼ ਦਾ ਪਤਾ ਹੋਣਾ ਚਾਹੀਦਾ ਆਪਣੀਆਂ ਦਾ, ਤੇ ਪਾਰਕਿੰਗ ਇਨਕਲੂਡਡ ਆ ਕਿ ਨਹੀਂ ਉਹ ਪਤਾ। ਬਿਲਕੁਲ, ਸਾਲ ਬਾਅਦ ਤੁਸੀਂ ਆਪਣੀ ਰੈਂਟ ਸੀਟਸ ਵੀ ਮੰਗ ਸਕਦੇ ਹੋ ਆਪਣੇ ਲੈਂਡਲੋਰਡਸ ਤੋਂ, ਜੇ ਤੁਸੀਂ ਫॉर ਫॉर ਟੈਕਸ ਫਾਈਲਿੰਗ ਲਈ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਬਿਲਕੁਲ, ਜੇ ਸ਼ੁਰੂ 'ਚ ਤੁਸੀਂ ਕਿਸੇ ਮਤਲਬ ਤੁਹਾਨੂੰ ਲੱਗਦਾ ਵੀ ਕੋਈ ਇਸ਼ੂ ਆ ਹੈ ਨਾ, ਤਾਂ ਤੁਸੀਂ ਉਹਦੇ ਤੋਂ ਰੈਂਟ ਰਸੀਟ ਮਹੀਨੇ ਦੀ ਮਹੀਨੇ ਹੀ ਮੰਗਦੇ ਹੋ, ਕਿਉਂਕਿ ਤੁਸੀਂ ਜੇ ਰੈਂਟ ਵਧੀਆ ਪੇ ਕਰ ਰਹੇ ਹੋ ਤੁਸੀਂ 500-600, ਤਾਂ ਤੁਹਾਡੇ ਕੋਲ ਵੀ ਕੋਈ ਪ੍ਰੂਫ ਹੋਣਾ ਚਾਹੀਦਾ, ਜਾਂ ਤੁਹਾਡਾ ਲੈਂਡਲੋਰਡ ਜਾਂ ਜੋ ਵੀ ਜਿਹਨੂੰ ਤੁਸੀਂ ਪੇ ਕਰ ਰਹੇ ਹੋ ਉਹ ਤੁਹਾਨੂੰ ਮੈਸੇਜ ਕਰਦੇ ਤੁਹਾਡੇ ਫੋਨ ਤੇ, ਤੁਹਾਡੇ ਕੋਲ ਕੋਈ ਪ੍ਰੂਫ ਹੋਣਾ ਚਾਹੀਦਾ ਵੀ ਤੁਸੀਂ ਰੈਂਟ ਪੇ ਕੀਤਾ। ਇਹ ਨਹੀਂ ਤੁਸੀਂ ਕੈਸ਼ ਦੇਤਾ ਕਿਸੇ ਨੂੰ $500-600, ਉਹ ਕਹਦੇ ਮੈਨੂੰ ਤਾਂ ਯਾਦ ਨਹੀਂ ਤੂੰ ਮੈਨੂੰ ਕਦੋਂ ਦਿੱਤਾ ਸੀ, ਤਾਂ ਤੁਹਾਡੇ ਕੋਲ ਕੀ ਪ੍ਰੂਫ ਆ ਹੈ ਨਾ। ਤੁਸੀਂ ਕਹਿ ਦਿਓ ਮੈਂ 2 ਤਰੀਕ ਨੂੰ ਦਿੱਤਾ ਜਾਂ 4 ਤਰੀਕ ਨੂੰ, ਜੇ ਤੁਸੀਂ ਆਪਣੀ ਬੈਂਕ 'ਚੋਂ ਟ੍ਰਾਂਸਫਰ ਕਰਦੇ ਹੋ ਤਾਂ ਮੇਬੀ ਤੁਹਾਡੇ ਕੋਲ ਪ੍ਰੂਫ ਹੈਗਾ, ਪਰ ਜੇ ਤੁਸੀਂ ਕੈਸ਼ ਹੀ ਦਿੱਤਾ ਤਾਂ ਤੁਹਾਡੇ ਕੋਲ ਕੀ ਪ੍ਰੂਫ ਹੋਵੇਗਾ ਹੈ ਨਾ। ਉਹ ਭੁੱਲ ਸਕਦਾ, ਗਲਤੀ ਲੱਗ ਸਕਦੀ ਹੈ, ਕੁਝ ਵੀ ਹੋ ਸਕਦਾ, ਤਾਂ ਉਹਨੂੰ ਮੈਸੇਜ ਕਰਤਾ ਵੀ ਮੈਂ ਤੁਹਾਨੂੰ ਆਹ ਮਹੀਨੇ ਦਾ ਰੈਂਟ ਪੇ ਕਰਤਾ, ਜਾਂ ਤਾਂ ਮੈਨੂੰ ਰੈਂਟ ਰਸੀਪਟ ਸੈਂਡ ਕਰ ਦੇ, ਜਾਂ ਉਹਨੂੰ ਕਹਿ ਦੇ ਵੀ ਮੈਨੂੰ ਕਨਫਰਮ ਕਰ ਦੇ ਵੀ ਯੈਸ ਲਿਖ ਕੇ ਮੈਸੇਜ ਸੈਂਡ ਕਰ ਦੇ ਹੈ ਨਾ, ਤਾਂ ਕਿ ਤੁਹਾਡੇ ਕੋਲ ਇੱਕ ਪ੍ਰੂਫ ਆ ਵੀ ਤੁਸੀਂ ਰੈਂਟ ਪੇ ਕਰ ਚੁੱਕੇ ਹੋ ਉਸ ਮੰਥ ਦਾ। ਮੇਨ ਜਿਹੜੀ ਇੱਥੇ ਗੱਲ ਹੈ ਕਿ ਤੁਸੀਂ ਅਵੇਅਰ ਰਹੋ ਜੋ ਤੁਸੀਂ ਕਰ ਰਹੇ ਹੋ, ਤੁਹਾਡੀ ਜਿੰਨੀ ਵੀ ਪ੍ਰੋਪਰ ਜਿਵੇਂ ਕਮਿਊਨੀਕੇਸ਼ਨ ਲੈਂਡਲੋਰਡ ਦੇ ਨਾਲ ਜੋ ਵੀ ਹੈਗੀ ਹੈ ਉਹਨੂੰ ਸੇਫ ਤੇ ਸੇਵ ਰੱਖੋ। ਬਿਲਕੁਲ, ਤੇ ਕੋਈ ਇਹੋ ਜਿਹਾ ਕੁਝ ਹੁੰਦਾ ਤਾਂ ਤੁਹਾਨੂੰ ਪਤਾ ਕਿ ਐਪਰੋਪ੍ਰੀਏਟ ਟ੍ਰਿਬਿਊਨਲਸ ਹੈਗੇ ਨੇ। ਬਿਲਕੁਲ, ਮੈਂ ਵੀ ਇਹੀ ਚੀਜ਼ ਆ ਵੀ ਪੈਸੇ ਦੇ ਚੱਕਰ 'ਚ ਆਪਣਾ ਕੋਈ ਉਹ ਚੀਜ਼ ਨਾ ਕਰੋ, ਕਿਉਂਕਿ ਮੈਂ ਵੀ ਜਦੋਂ ਉਹਨੂੰ ਰੈਂਟ ਪੇ ਕਰਦਾ ਆਪਣੇ ਲੈਂਡਲੋਰਡ ਨੂੰ, ਰੈਂਟ ਰਸੀਪਟ ਮੇਰੇ ਕੋਲ ਆਉਂਦੀ ਰਹਿੰਦੀ ਹੈ। ਜੇ ਕਿਸੇ ਮਹੀਨੇ ਰੈਂਟ ਰਸੀਪਟ ਲੇਟ ਹੁੰਦੀ ਹੈ ਕੁਝ ਵੀ, ਮੈਂ ਉਹਨੂੰ ਕਹਿਣਾ ਹੁੰਦਾ ਕਨਫਰਮ ਕਰ ਦੇ ਤੇਰੇ ਕੋਲ ਪੈਸੇ ਪਹੁੰਚ ਗਏ, ਠੀਕ ਹੈ, ਤਾਂ ਉਹਦਾ ਮੈਸੇਜ ਆਉਣਾ ਜ਼ਰੂਰੀ ਹੁੰਦਾ। ਮੈਨੂੰ ਇਹ ਹੁੰਦਾ ਵੀ ਕੱਲ ਨੂੰ ਮੈਂ ਭੇਜਤੇ ਜਾਂ ਕੁਝ ਵੀ ਹੈ ਨਾ, ਕਿਸੇ ਨੂੰ ਗਲਤੀ ਲੱਗ ਗਈ ਜਾਂ ਕੁਝ ਵੀ, ਕਿਸੇ ਦੀ ਵੀ ਗਲਤੀ ਨਹੀਂ ਹੁੰਦੀ, ਕਿਸੇ ਨੂੰ ਗਲਤੀ ਲੱਗ ਸਕਦੀ ਹੈ, ਤਾਂ ਉਸ ਚੀਜ਼ 'ਚ ਫਿਰ ਡਿਸਪਿਊਟ ਕ੍ਰੀਏਟ ਹੋ ਜਾਂਦੀ ਹੈ ਨਾ, ਕੋਈ ਉਹ ਕਹਦੇ ਵੀ ਨਹੀਂ ਤੂੰ ਭੇਜੇ ਨਹੀਂ ਹੈਗੇ ਹੈ ਨਾ, ਤਾਂ ਕੁਝ ਵੀ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣਾ ਅਵੇਅਰ ਰਹੋ। ਜੇ ਕਿਸੇ ਨੂੰ ਪੈਸੇ ਦਿੰਦੇ ਹੋ ਤਾਂ ਪਹਿਲਾਂ ਉਹਦੇ ਵੱਲੋਂ ਕਨਫਰਮੇਸ਼ਨ ਲੈ ਲਓ ਵੀ ਤੇਰੇ ਕੋਲ ਪੈਸੇ ਪਹੁੰਚ ਗਏ, ਤੇ ਇਹ ਚੀਜ਼ਾਂ ਨਹੀਂ ਆ ਘਰ ਲੱਭਣ ਦੇ ਵਿੱਚ।
ਤੇ ਬਾਕੀ ਲੋਕੇਸ਼ਨ ਦੀ ਆਪਾਂ ਗੱਲ ਕਰ ਲਈ ਹੈ ਨਾ, ਫੈਸਿਲਿਟੀਜ਼ ਦੀ ਗੱਲ ਕਰ ਲਈ, ਹੋਰ ਘਰ 'ਚ ਜੇ ਕੁਝ ਦੇਖਣ ਕਰਨਾ ਹੋਵੇ। ਇੱਕ ਤਾਂ ਆਈ ਥਿੰਕ ਜਿਹੜੀ ਆਪਾਂ ਹੁਣ ਜਿਵੇਂ ਮੈਂ ਕਈ ਵਾਰ ਪ੍ਰੋਬਲਮ ਫੇਸ ਕੀਤੀ, ਕਈ ਵਾਰ ਘਰ ਦੇ ਵਿੱਚ ਕੋਈ ਤੁਹਾਨੂੰ ਲੱਗ ਰਿਹਾ ਕਿ ਇੱਥੇ ਰਿਪੇਅਰ ਹੋਣੀ ਆ, ਇਸ ਚੀਜ਼ ਕਰਕੇ ਘਰ ਦੇ ਉੱਪਰ ਇਫੈਕਟ ਪੈ ਰਿਹਾ, ਜਾਂ ਕੋਈ ਇਹੋ ਜਿਹੀ ਕੋਈ ਚੀਜ਼ ਹੈ ਜਿਹੜੀ ਟੈਨਸ਼ਨ ਮੰਗਦੀ ਹੈ ਰਿਪੇਅਰ ਦੀ, ਆਈ ਥਿੰਕ ਉਹ ਤੁਹਾਨੂੰ ਜ਼ਰੂਰੀ ਹੈ ਦੱਸਣਾ, ਕਿਉਂਕਿ ਉਹ ਸ਼ਾਇਦ ਕਿਆ ਪਤਾ ਤੁਹਾਨੂੰ ਅਫੈਕਟ ਕਰਦੀ ਹੋਵੇ। ਬਿਲਕੁਲ, ਕਿਉਂਕਿ ਕਈ ਵਾਰ ਕੁਝ ਅਨਫਿਨਿਸ਼ ਪਲੇਸਮੈਂਟਸ ਹੁੰਦੀਆਂ ਨੇ, ਕਈ ਵਾਰ ਰੋਡੈਂਟਸ ਦਾ ਇਸ਼ੂ ਆ ਜਾਂਦਾ ਹੈ, ਬਿਲਕੁਲ ਕਾਕਰੋਚਸ ਦਾ ਇਸ਼ੂਜ਼ ਆ ਜਾਂਦਾ ਹੈ। ਉਹ ਕਈ ਵਾਰ ਸਾਡੇ ਜਿਹੜੇ ਟੈਨੈਂਟਸ ਹੈਗੇ ਉਹ ਕਹਿੰਦੇ ਕਿ ਯਾਰ ਕੋਈ ਗੱਲ ਨਹੀਂ, ਮਾੜਾ ਮੋਟਾ, ਕਿਉਂਕਿ ਹੋ ਸਕਦਾ ਆਪਾਂ ਇੰਡੀਆ ਤੋਂ ਜਾਂ ਕਿਤੇ ਵੀ ਜਿੱਥੋਂ ਵੀ ਆਏ ਆਪਾਂ ਇਹੋ ਜਿਹੀ ਪ੍ਰੋਬਲਮ ਆਪਾਂ ਉੱਥੇ ਵੀ ਫੇਸ ਕੀਤੀ ਹੋਵੇ, ਬਟ ਡਜ਼ਨਟ ਮੀਨ ਕਿ ਤੁਸੀਂ ਇੱਥੇ ਆ ਕੇ ਵੀ ਉਹੀ ਪ੍ਰੋਬਲਮਸ ਤੁਸੀਂ ਫੇਸ ਕਰਨੀਆਂ ਹੈਗੀਆਂ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਰੈਂਟ ਦੇ ਰਹੇ ਹੋ, ਦੈਨ ਯੂ ਹੈਵ ਆਲ ਦ ਰਾਈਟ ਟੂ ਸੇ ਯਾਰ ਆਹ ਚੀਜ਼ ਠੀਕ ਕਰਾਓ, ਇਹ ਚੀਜ਼ ਨਾ ਸਾਨੂੰ ਅਫੈਕਟ ਕਰ ਰਹੀ ਹੈ, ਅਸੀਂ ਇਸ ਚੀਜ਼ ਤੋਂ ਬੜਾ ਅਸੀਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਾਂ। ਬਿਲਕੁਲ ਬਿਲਕੁਲ, ਉਹ ਚੀਜ਼ ਉਹਦੇ ਨੋਟਿਸ 'ਚ ਲਿਆਉਣੀ ਜ਼ਰੂਰੀ ਆ, ਉਹਨੂੰ ਦੱਸਣੀ ਜ਼ਰੂਰੀ ਆ, ਹੈ ਨਾ, ਤੇ ਉਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਨੇ। ਬਾਕੀ ਇੰਡੀਆ ਤੋਂ ਮੇਰੇ ਹਿਸਾਬ ਨਾਲ ਕੁਝ ਲੋਕ ਇਹ ਕਰਦੇ ਨੇ ਵੀ ਇੰਡੀਆ ਤੋਂ ਰੈਂਟ ਕਿਸੇ ਨੂੰ ਭੇਜ ਦਿੰਦੇ ਹਨ ਵੀ ਅਸੀਂ ਰੂਮ ਇੱਥੇ ਆ ਰਹੇ ਹਾਂ, ਤਾਂ ਪਹਿਲਾਂ ਚੈੱਕ ਕਰ ਲਓ, ਠੀਕ ਆ, ਵੀ ਉਹ ਘਰ ਉਹਦਾ ਹੈਗਾ ਜਾਂ ਨਹੀਂ ਹੈਗਾ। ਉਹ ਸ਼ਹਿਰ 'ਚ ਕਿਸੇ ਨੂੰ ਭੇਜ ਕੇ, ਹੈ ਨਾ, ਘਰ ਇੱਕ ਵਾਰ ਵੈਰੀਫਾਈ ਕਰ ਲਓ ਵੀ ਉੱਥੇ ਸਹੀ ਵੀ ਆ ਰਹਿਣ ਲਈ, ਹੈ ਨਾ, ਫਰਨਿਸ਼ਡ ਆ ਜਾਂ ਨਹੀਂ ਫਰਨਿਸ਼ਡ ਹੈਗਾ, ਤੁਹਾਨੂੰ ਬੈੱਡ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਹੈ ਨਾ। ਕਈ ਵਾਰ ਕਈ ਜਗ੍ਹਾ ਤੇ ਬੈੱਡ ਹੀ ਨਹੀਂ ਮਿਲਦਾ, ਹੈ ਨਾ, ਸਿੱਧਾ ਨੀਚੇ ਗੱਦੇ ਵਿਛਾ ਜਾਂਦੇ, ਹੈ ਨਾ, ਤਾਂ ਉਹ ਚੀਜ਼ਾਂ ਪਤਾ ਕਰ ਲਓ ਤੁਸੀਂ, ਇਹ ਚੀਜ਼ਾਂ ਹੈਗੀਆਂ ਨੇ ਕਿਸੇ ਨੂੰ ਭੇਜ ਕੇ ਜਾਂ ਕੁਝ ਵੀ ਕਰਕੇ, ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋਵੇ, ਹੈ ਨਾ। ਤੁਸੀਂ 2 ਮਹੀਨੇ ਦਾ ਰੈਂਟ ਭੇਜ ਦਿਓ ਤੇ ਇੱਧਰ ਓਨਰ ਕਹੇ ਵੀ ਮੇਰੇ ਕੋਲ ਤਾਂ ਪਹੁੰਚਿਆ ਨਹੀਂ ਹੈਗਾ, ਤੁਸੀਂ ਤਾਂ ਕਿਸੇ ਹੋਰ ਨੂੰ ਭੇਜਤਾ, ਹੈ ਨਾ। ਤਾਂ ਕਿਸੇ ਨੂੰ ਭੇਜ ਕੇ ਜਾਂ ਕੁਝ ਵੀ ਉਹਦੇ ਨਾਲ ਵੈਰੀਫਾਈ ਕਰ ਲਓ, ਕਿਉਂਕਿ ਇਹ ਚੀਜ਼ਾਂ 'ਚ ਫਰਾਡ ਹੋ ਸਕਦਾ ਗਾ। ਤੇ ਬਾਕੀ ਇਹੀ ਚੀਜ਼ਾਂ ਨੇ ਘਰ ਲੱਭਣ 'ਚ ਤਾਂ, ਹੈ ਨਾ। ਇਹ ਚੀਜ਼ਾਂ ਵੈਸੇ ਲੱਗਦਾ ਹੈ ਲਾਈਟਲੀ ਕਿ ਚਲੋ ਜੇ ਰੈਂਟ ਨਾ ਵੀ ਪਹੁੰਚਿਆ ਤਾਂ ਉੱਥੇ ਅੱਗੇ ਆਪਾਂ ਗੱਲ ਕਰ ਲਾਂਗੇ, ਬਟ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਉਹਦੇ ਬਾਅਦ ਬਹੁਤ ਜ਼ਿਆਦਾ ਪ੍ਰੋਬਲਮਸ ਵਗੈਰਾ ਕ੍ਰੀਏਟ ਹੋ ਜਾਂਦੀਆਂ ਨੇ। ਤੁਹਾਡਾ ਟਾਈਮ ਵੇਸਟ ਹੁੰਦਾ ਹੈ, ਤੁਹਾਡਾ ਮੈਂਟਲੀ ਤੁਸੀਂ ਹਰਾਸ ਹੁੰਦੇ ਹੋ, ਇੰਨਾ ਤੁਸੀਂ ਬਰਡਨ, ਤੁਹਾਡੇ ਤੇ ਹੋਰ ਬਰਡਨਸ ਆ ਜਾਂਦੇ ਨੇ ਕਿ ਤੁਹਾਡਾ ਸਟੱਡੀ ਵੀ ਹੁੰਦੀ ਹੈ, ਵਰਕ ਵੀ ਹੁੰਦਾ, ਫਿਰ ਉੱਪਰੋਂ ਹੋਰ 2-4 ਚੀਜ਼ਾਂ ਹੋਰ ਤੁਹਾਡੇ ਟਰਬਲਸ ਆ ਜਾਂਦੀਆਂ ਨੇ। ਇਟਸ ਬੈਟਰ ਕਿ ਤੁਸੀਂ ਸਾਰਾ ਕੁਝ ਵੈਰੀਫਾਈ ਕਰਕੇ, ਬਿਲਕੁਲ ਐਪਰੋਪ੍ਰੀਏਟ ਸਾਰਾ ਕੁਝ ਦੇਖ ਕੇ ਚੈੱਕ ਕਰਕੇ ਫਿਰ ਹੀ ਤੁਸੀਂ ਰੈਂਟਲ ਯੂਨਿਟ ਜਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਤੁਸੀਂ ਮੂਵ ਇਨ ਕਰੋ। ਬਿਫੋਰ ਦੈਟ ਵਿਦਆਊਟ ਐਨੀ ਉਹਦੇ ਬਿਨਾਂ ਪ੍ਰੋਪਰ ਨੌਲੇਜ ਤੋਂ, ਬਿਨਾਂ ਪ੍ਰੋਪਰ ਕਿਸੇ ਬੰਦੇ ਨੂੰ ਨਾਲ ਲੈ ਕੇ, ਬਿਨਾਂ ਜਾਂ ਆਪਣੇ ਆਪ ਜਾ ਕੇ ਵੀ ਤੁਸੀਂ ਨਹੀਂ ਚੰਗੀ ਤਰ੍ਹਾਂ ਪ੍ਰੋਪਰਟੀ ਨੂੰ ਦੇਖਦੇ ਹੋ, ਸਾਰਾ ਕੁਝ ਕਰਦੇ ਹੋ, ਤਾਂ ਕਈ ਵਾਰ ਤੁਹਾਡੇ ਲਈ ਬਹੁਤ ਵੱਡੀ ਪ੍ਰੋਬਲਮ ਬਣ ਸਕਦੀ ਹੈ। ਉਹ ਕੁਝ ਵੀ ਨਿਕਲ ਸਕਦਾ। ਖੜੇ ਪੈਰ ਕਈ ਵਾਰ ਖੜੇ ਪੈਰ ਘਰ ਮਿਲਣਾ ਬਹੁਤ ਔਖਾ ਹੋ ਜਾਂਦਾ। ਬਿਲਕੁਲ, ਫੋਟੋਜ਼ 'ਚ ਕੁਝ ਹੋਰ ਲੱਗਦਾ ਹੁੰਦਾ ਕਈ ਵਾਰ ਘਰ, ਹੈ ਨਾ। ਸਾਰੇ ਵਧੀਆ ਹੀ ਪਾਉਂਦੇ ਆ, ਕਾਲਜ ਦੇ ਪ੍ਰੋਸਪੈਕਟਸ 'ਚ ਕਾਲਜ ਦੀਆਂ ਫੋਟੋਆਂ ਕਿੰਨੀਆਂ ਵਧੀਆ ਹੁੰਦੀਆਂ ਨੇ, ਜਦੋਂ ਆਪਾਂ ਅੰਦਰ ਜਾਂਦੇ ਆਪਾਂ ਨੂੰ ਪਤਾ ਲੱਗਦਾ, ਹੈ ਨਾ, ਰਿਐਲਿਟੀ ਦਾ। ਤਾਂ ਉਵੇਂ ਹੀ ਘਰ ਦੀਆਂ ਹੁੰਦੀਆਂ ਨੇ ਫੋਟੋਜ਼, ਇਹ ਵੀ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਕਲਿੱਕ ਕੀਤੀਆਂ ਹੋਣ, ਤਾਂ ਇੱਕ ਵਾਰ ਉਹਨੂੰ ਵੈਰੀਫਾਈ ਕਰ ਲਓ। ਮੈਂ ਨਹੀਂ ਕਹਿੰਦਾ ਵੀ ਸਾਰੇ ਘਰ ਮਾੜੇ ਹੋ ਸਕਦੇ ਆ, ਬਹੁਤ ਵਧੀਆ ਹੀ ਹੁੰਦੇ ਹੈਗੇ, ਪਰ ਫਿਰ ਵੀ ਚਲੋ ਜੇ ਵੈਰੀਫਾਈ ਕਰ ਲਓ ਤਾਂ ਜ਼ਿਆਦਾ ਵਧੀਆ, ਹੈ ਨਾ। ਪਰ ਜੇ ਤੁਹਾਨੂੰ ਜ਼ਿਆਦਾ ਜ਼ਰੂਰਤ ਆ ਤਾਂ ਫਿਰ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ, ਹੈ ਨਾ। ਜੇ ਤੁਹਾਨੂੰ ਲੱਗਦਾ ਵੀ ਕੋਈ ਹੈ ਹੀ ਨਹੀਂ ਉਸ ਸ਼ਹਿਰ 'ਚ ਸਾਡਾ, ਤਾਂ ਫਿਰ ਤੁਸੀਂ ਇੱਕ ਰਿਸਕ ਲੈ ਸਕਦੇ ਹੋ, ਹੈ ਨਾ। ਪੈਸੇ ਭੇਜ ਕੇ ਪਹਿਲਾਂ ਜਾਂ ਉਹਨੂੰ ਆ ਕੇ ਦੇ ਦਿਓ, ਕਿਵੇਂ ਵੀ ਤਰੀਕੇ ਨਾਲ ਕਰ ਸਕਦੇ ਹੋ। ਜਦੋਂ ਲਾਸਟ ਸਿਚੁਏਸ਼ਨ ਬਣ ਜਾਂਦੀ ਹੈ ਵੀ ਤੁਹਾਨੂੰ ਰਿਸਕ ਲੈਣਾ ਹੀ ਪੈਣਾ, ਤਾਂ ਫਿਰ ਤੁਸੀਂ ਰਿਸਕ ਲੈ ਸਕਦੇ ਹੋ। ਜਦੋਂ ਤੁਹਾਨੂੰ ਪਤਾ ਵੀ, ਜਿਵੇਂ ਹੁਣ ਮੈਂ ਲਿੰਜ਼ੀ ਦਾ ਕਹਾਂ, ਹੈ ਨਾ, ਮੈਂ ਤਾਂ ਚਲੋ ਉੱਥੋਂ ਆ ਕੇ ਉਹਨੂੰ ਰੈਂਟ ਦਿੱਤਾ ਸੀ। ਜੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ, ਤੁਹਾਨੂੰ ਪਤਾ ਵੀ ਤੁਸੀਂ ਏਅਰਪੋਰਟ ਉੱਤਰ ਕੇ ਸਿੱਧਾ ਰੂਮ 'ਚ ਹੀ ਜਾਣਾ ਗਾ, ਠੀਕ ਹੈ, ਤਾਂ ਫਿਰ ਤੁਹਾਨੂੰ ਰੈਂਟ ਕਿਸੇ ਨੂੰ ਭੇਜਣਾ ਪਊਗਾ, ਉਹਨੂੰ ਲੈਂਡਲੋਰਡ ਨੂੰ ਸਿੱਧਾ, ਕਿਉਂਕਿ ਤੁਹਾਨੂੰ ਪਤਾ ਵੀ ਤੁਸੀਂ ਏਅਰਪੋਰਟ ਉੱਤਰ ਕੇ ਉੱਥੋਂ ਕੈਬ ਲੈਣੀ ਹੈ ਜਾਂ ਕੁਝ ਵੀ ਲੈਣਾ ਗਾ, ਹੈ ਨਾ, ਤੇ ਸਿੱਧਾ ਤੁਸੀਂ ਜਾ ਕੇ ਰੂਮ 'ਚ ਹੀ ਆਪਣਾ ਸਮਾਨ, ਹੈ ਨਾ, ਰੱਖਣਾ ਗਾ। ਤੇ ਫਿਰ ਤੁਹਾਨੂੰ ਰੈਂਟ ਉਹਨੂੰ ਸੈਂਡ ਕਰਨਾ ਪਊਗਾ, ਟ੍ਰਾਂਸਫਰ ਕਰਨਾ ਪਊਗਾ, ਜਾਂ ਉਹਦੇ ਨਾਲ ਗੱਲ ਕਰ ਲਿਓ ਵੀ ਤੁਹਾਨੂੰ ਆ ਕੇ ਅਸੀਂ ਕੈਸ਼ ਦੇ ਦਾਂਗੇ, ਹੈ ਨਾ, ਵੀ ਉਹ ਰੂਮ ਤੁਹਾਡੇ ਲਈ ਰਿਜ਼ਰਵ ਰੱਖੇ, ਤੇ ਉਹਨੂੰ ਡੇਟ ਤੇ ਟਾਈਮ ਦੇ ਦਿਓ, ਤੇ ਇਹ ਤੁਸੀਂ ਆ ਕੇ ਕਰ ਸਕਦੇ ਹੋ। ਕੁਝ ਲੈਂਡਲੋਰਡ ਤੇ ਸਿਕਿਉਰਿਟੀ ਡਿਪੋਜ਼ਿਟ ਮੰਗ ਲੈਂਦੇ ਨੇ ਵੀ ਇਹਨੇ ਭੇਜ ਦਿਓ, ਪੂਰਾ ਰੈਂਟ ਭੇਜ ਦਿਓ। ਬਿਲਕੁਲ, ਜਦੋਂ ਤੁਸੀਂ ਸਾਰਾ ਕੁਝ ਫਾਈਨਲ ਕਰ ਲਓ ਤੋਂ ਬਾਅਦ ਤੁਸੀਂ ਆਪਣਾ ਫਾਈਨਲ ਰੈਂਟ ਭੇਜ ਸਕਦੇ ਹੋ। ਬਿਲਕੁਲ ਇਹੀ ਹੈ। ਇਹ ਚੀਜ਼ਾਂ ਆਪਣੀਆਂ ਸਾਰੀਆਂ ਪਲਾਨ ਕਰਕੇ ਚੱਲੋ, ਹੈ ਨਾ। ਜ਼ਰੂਰੀ ਨਹੀਂ ਸਾਰਿਆਂ ਦੇ ਰਿਲੇਟਿਵ ਇੱਥੇ ਹੋਣ, ਤੇ ਜਿਨ੍ਹਾਂ ਦੇ ਹੋਣ ਜ਼ਰੂਰੀ ਨਹੀਂ ਉਹਨਾਂ ਨੂੰ ਲੈਣ ਹੀ ਆਉਣ। ਤਾਂ ਇਹ ਚੀਜ਼ਾਂ ਆਪਣੀਆਂ ਸਾਰੀਆਂ ਪਲਾਨ ਕਰਕੇ ਚੱਲੋ ਵੀ ਏਅਰਪੋਰਟ ਤੇ ਉਤਰਦੇ ਹੋ ਤੁਸੀਂ, ਹੈ ਨਾ, ਤਾਂ ਤੁਸੀਂ ਬਾਹਰੋਂ ਕੀ ਕਰਨਾ, ਕੈਬ ਕਿੱਥੋਂ ਲੈਣੀ ਹੈ, ਹੈ ਨਾ। ਤੇ ਕੈਬ ਵੈਸੇ ਮਿਲ ਹੀ ਜਾਂਦੀ ਹੈ ਏਅਰਪੋਰਟ ਦੇ ਬਾਹਰੋਂ, ਹੈ ਨਾ। ਪੰਜਾਬੀ ਜਾਂ ਇੰਡੀਅਨ ਬਹੁਤ ਹੁੰਦੇ ਆ ਉਹਦੇ ਬਾਹਰ। ਕਿਸੇ ਨਾਲ ਵੀ ਜੇ ਤੁਹਾਨੂੰ ਇੰਗਲਿਸ਼ ਬੋਲਣ 'ਚ ਦਿੱਕਤ ਆਉਂਦੀ ਹੈ, ਹੈ ਨਾ, ਤਾਂ ਬਾਹਰੋਂ ਕਿਸੇ ਨੂੰ ਵੀ ਪੰਜਾਬੀ ਹਿੰਦੀ 'ਚ ਗੱਲ ਕਰ ਲਈ, ਹੈ ਨਾ, ਤੇ ਕੈਬ ਲੈ ਕੇ ਸਿੱਧਾ ਉਹ ਤੁਹਾਨੂੰ ਇੱਥੇ ਕਰ ਦੇਣਗੇ। ਮੈਨੂੰ ਨਹੀਂ ਲੱਗਦਾ ਕੋਈ ਕੈਬ ਵਾਲੇ ਓਵਰ ਚਾਰਜ ਕਰਦੇ, ਹੈ ਨਾ, ਕੁਝ ਖਾਸ ਨਹੀਂ ਹੈਗਾ। ਮਤਲਬ ਹਾਂ, ਆਈ ਮੀਨ ਜਿਹੜੇ ਮੀਟਰਡ ਹੁੰਦੇ ਨੇ ਉਹ ਸ਼ਾਇਦ ਲਾਈਕ ਕਿਆ ਪਤਾ, ਲਾਈਕ, ਬਟ ਇਹ ਹੈਗਾ ਕਿ ਜੇ ਤੁਹਾਨੂੰ ਕੋਈ ਬੰਦਾ ਆਪਣਾ ਕੋਈ ਲੱਭ ਰਿਹਾ ਹੈ
ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਬਿਲਕੁਲ ਬਿਲਕੁਲ, ਮੈਨੂੰ ਨਹੀਂ ਲੱਗਦਾ ਕੋਈ ਓਵਰ ਚਾਰਜ ਖਾਸ ਕਰਦੇ ਆ, ਜੇ ਕਰਦੇ ਵੀ ਆ ਤਾਂ ਮੈਨੂੰ ਨਹੀਂ ਲੱਗਦਾ, ਤੇ ਉਹ ਤੁਹਾਨੂੰ ਤੁਹਾਡੇ ਟਿਕਾਣੇ ਤੱਕ ਪਹੁੰਚਾ ਦੇਣਗੇ, ਤੁਹਾਡੇ ਪੈਸੇ ਲੱਗਣਗੇ, ਠੀਕ ਹੈ। ਜੋ ਜਗ੍ਹਾ ਤੇ ਜਾਣਾ, ਟੋਰਾਂਟੋ ਤੋਂ ਕਿੰਨੀ ਦੂਰ ਆ, 200 ਕਿਲੋਮੀਟਰ ਆ, 100 ਆ, 150 ਆ, ਹੈ ਨਾ, ਤੇ ਉਸ ਹਿਸਾਬ ਨਾਲ ਉਹ ਤੁਹਾਨੂੰ ਕੈਬ ਵਾਲਾ ਪਹੁੰਚਾ ਦੂਗਾ ਸਿੱਧਾ ਘਰ 'ਚ ਤੁਸੀਂ ਸਮਾਨ ਸ਼ਿਫਟ ਕਰਨਾ, ਤੇ ਈਜ਼ੀ ਹੁੰਦਾ ਇਹ, ਡਿਪੈਂਡ ਕਰਦਾ ਹੈ ਨਾ। ਜੇ ਤੁਹਾਡਾ ਕੋਈ ਨਹੀਂ ਹੈਗਾ ਤਾਂ ਫਿਰ ਇਹੀ ਇੱਕ ਆਪਸ਼ਨ ਬਚਦੀ ਹੈ, ਉੱਥੋਂ ਕੈਬ ਲੈ ਕੇ ਸਿੱਧਾ ਰੂਮ 'ਚ ਆਉਣਾ ਤੁਸੀਂ, ਹੈ ਨਾ। ਤੇ ਇੱਕ ਮੈਂ ਹੋਰ ਗੱਲ ਐਡ ਕਰਨੀ ਮੈਂ ਭੁੱਲ ਗਿਆ ਕਿ ਕਈ ਵਾਰ ਸਾਨੂੰ ਹੁੰਦਾ ਕਿ ਤੁਸੀਂ ਆਪਣੇ ਲੈਟਸ ਸੇ ਤੁਹਾਡਾ ਡੇ ਆਫ ਹੈਗਾ, ਤੁਸੀਂ ਆਪਣੇ ਘਰੇ ਹੀ ਹੋ, ਕਈ ਵਾਰ ਸਾਨੂੰ ਹੁੰਦਾ ਕਿ ਯਾਰ ਅੱਛਾ ਲੈਂਡਲੋਰਡ ਦਾ ਘਰ ਹੈਗਾ, ਜਦੋਂ ਮਰਜ਼ੀ ਆਪਣੇ ਰੂਮ 'ਚ ਆ ਸਕਦਾ। ਆਈ ਥਿੰਕ ਤੁਹਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਪੈਣਾ ਕਿ ਵਿਦਆਊਟ ਪ੍ਰਾਇਰ ਨੋਟਿਸ ਲੈਂਡਲੋਰਡ ਤੁਹਾਡੇ ਰੂਮ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਤੇ ਕਈ ਵਾਰ ਸਾਨੂੰ ਹੁੰਦਾ ਕਿ ਮੈਨੂੰ ਇੱਦਾਂ ਹੋਇਆ ਕਈ ਵਾਰ ਕਿ ਲੈਂਡਲੋਰਡ ਇੱਕਦਮ ਯੂਨਿਟ 'ਚ ਆ ਜਾਂਦੇ ਨੇ ਤੇ ਕਹਿੰਦੇ ਕਿ ਚਲੋ ਦੱਸੋ, ਲਾਈਕ ਹਾਲ ਚਾਲ ਪੁੱਛਣ ਜਾਂ ਫਿਰ ਜਿੱਦਾਂ ਵੀ, ਜਾਂ ਫਿਰ ਕੋਈ ਰੈਂਟ ਰੂਟ ਮੰਗਣ ਆ ਜਾਂਦਾ, ਵਿਚ ਇਜ਼ ਨਾਟ ਰਾਈਟ। ਉਹਨੂੰ ਐਟਲੀਸਟ ਇੱਕ ਦਿਨ ਦਾ ਉਹਨੂੰ ਨੋਟਿਸ ਦੇ ਕੇ ਆਉਣਾ ਪੈਂਦਾ ਹੈ ਕਿ ਮੈਂ ਆ ਰਿਹਾ ਹਾਂ, ਤਾਂ ਤੁਸੀਂ ਰੈਂਟ ਤਿਆਰ ਰੱਖੋ ਜਾਂ ਜਿੱਦਾਂ ਵੀ ਹੈਗਾ। ਤੇ ਇਹ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖੋ, ਇਹ ਵੀ ਤੁਹਾਡੇ ਐਜ਼ ਅ ਟੈਨੈਂਟ ਤੁਹਾਡਾ ਰਾਈਟ ਹੈਗਾ। ਇਹ ਬਹੁਤ ਜ਼ਰੂਰੀ ਗੱਲ ਆ, ਬਿਲਕੁਲ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪ੍ਰਾਈਵੇਸੀ ਨੂੰ ਆਪਣਾ ਇਨਫ੍ਰਿੰਜਮੈਂਟ ਮੰਨਿਆ ਜਾਂਦਾ ਕਿ ਉਹਦੇ ਪਰ ਕੋਈ ਐਨਕਰੋਚ ਕਰ ਰਿਹਾ ਤੁਹਾਡੀ ਪ੍ਰਾਈਵੇਸੀ ਤੇ। ਅਗਰ ਤੁਸੀਂ ਆਪਣੇ ਫੈਮਿਲੀ ਨਾਲ ਹੋ, ਤੁਸੀਂ ਆਪਣੇ ਪ੍ਰਾਈਵੇਟ ਸਪੇਸ 'ਚ ਹੈਗੇ, ਤੁਸੀਂ ਜੋ ਮਰਜ਼ੀ ਕਰ ਰਹੇ ਹੋ, ਬਟ ਕੋਈ ਥਰਡ ਪਰਸਨ ਜਾਂ ਕੋਈ ਤੁਹਾਡਾ ਲੈਂਡਲੋਰਡ ਬਿਨਾਂ ਤੁਹਾਨੂੰ ਪ੍ਰਾਇਰ ਇਨਫੋਰਮੇਸ਼ਨ ਦਿੱਤੇ ਐਂਟਰ ਕਰ ਜਾਂਦਾ ਹੈ, ਉਹ ਐਜ਼ ਅ ਉਹ ਦੇਖਿਆ ਜਾਂਦਾ ਕਿ ਇੱਕ ਪ੍ਰਾਈਵੇਸੀ ਨੂੰ ਇਨਫ੍ਰਿੰਜਮੈਂਟ ਕੀਤੀ ਜਾਂਦੀ ਹੈ, ਕਿ ਐਨਕਰੋਚਮੈਂਟ ਕੀਤੀ ਜਾਂਦੀ ਹੈ ਕਿ ਯਾਰ ਮੈਂ ਆਪਣੇ ਉਹਦੇ ਵਿੱਚ ਮੈਂ ਆਪਣਾ ਟਾਈਮ ਸਪੈਂਡ ਕਰ ਰਿਹਾ ਇਕੱਲਾ, ਤੇ ਹੈ ਨਾ, ਕੋਈ ਬਿਨਾਂ ਦੱਸੇ ਕੋਈ ਆ ਰਿਹਾ। ਤੇ ਉਹ ਚੀਜ਼ ਦਾ ਧਿਆਨ ਰੱਖੋ ਕਿ ਵਿਦਆਊਟ ਪ੍ਰਾਇਰ ਇਨਫੋਰਮੇਸ਼ਨ ਕੋਈ ਵੀ ਲੈਂਡਲੋਰਡ ਤੁਹਾਡੇ ਟੈਨੈਂਟ ਦੇ। ਮੇਰਾ ਇਸ ਕੇਸ 'ਚ ਠੀਕ ਰਿਹਾ, ਜਿਹੜਾ ਸਾਡਾ ਲੈਂਡਲੋਰਡ ਆ ਉਹ ਕਦੇ ਵੀ ਸਾਡੇ ਘਰ 'ਚ, ਮਤਲਬ ਅਸੀਂ ਸਾਰੇ ਉੱਥੇ ਸਟੂਡੈਂਟਸ ਜਾਂ ਵਰਕਰਸ ਹੀ ਰਹਿੰਦੇ, ਅਸੀਂ ਮਤਲਬ ਵੀ ਯੰਗ ਏਜ ਹੀ ਆ ਸਾਰਿਆਂ ਦੀ, ਤੇ ਉਹਨੇ ਕਦੇ ਵੀ ਇੱਦਾਂ ਐਂਟਰ ਨਹੀਂ ਕੀਤਾ ਘਰ ਦੇ ਵਿੱਚ। ਜੇ ਉਹਨੇ ਰੈਂਟ ਵੀ ਲੈਣਾ ਤਾਂ ਉਹ ਬਾਹਰੋਂ ਹੀ ਲੈ ਕੇ ਗੱਡੀ 'ਚੋਂ ਚਲਿਆ ਜਾਂਦਾ, ਹੈ ਨਾ, ਜਾਂ ਉਹਨੂੰ ਅਸੀਂ ਸੈਂਡ ਕਰ ਦਿੰਦੇ ਹਾਂ, ਈ-ਟਰੈਂਕ ਕਰ ਦਿੰਦੇ ਹਾਂ, ਇਲੈਕਟ੍ਰੋਨਿਕ ਟਰਾਂਸਫਰ, ਤੇ ਪਰ ਉਹਨੇ ਕਦੇ ਇਸ ਤਰ੍ਹਾਂ ਉਹ ਨਹੀਂ ਕੀਤਾ। ਤਾਂ ਉਹ ਡਿਪੈਂਡ ਕਰਦਾ ਲੈਂਡਲੋਰਡ ਟੂ ਲੈਂਡਲੋਰਡ, ਹੈ ਨਾ। ਕੋਈ ਵੀ ਤੁਹਾਨੂੰ ਤੁਹਾਡੇ ਰਾਈਟ ਦਾ ਪਤਾ ਹੋਣਾ ਚਾਹੀਦਾ ਵੀ ਇਹ ਇੱਦਾਂ ਨਹੀਂ ਕਰ ਸਕਦਾ, ਹੈ ਨਾ। ਤੁਸੀਂ ਉਹਨੂੰ ਦੱਸਣਾ ਵੀ ਤੂੰ ਇੱਦਾਂ ਨਹੀਂ ਕਰ ਸਕਦਾ, ਮੇ ਵੀ ਉਹਨੂੰ ਵੀ ਨਾ ਪਤਾ ਹੋਵੇ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ 'ਚ ਰੱਖਣੀਆਂ ਨੇ, ਹੈ ਨਾ। ਮੇਨ ਆਪਾਂ ਸਾਰੀਆਂ ਕਵਰ ਕਰ ਹੀ ਦਿੱਤੀਆਂ। ਬਿਲਕੁਲ, ਕਿਉਂਕਿ ਅਸੀਂ ਇੱਕ ਵਾਰ ਜਦੋਂ ਮੈਂ ਬੇਸਮੈਂਟ 'ਚ, ਜਦੋਂ ਮੈਂ ਘਰ ਆਪਾਂ 3-4 ਦੋਸਤਾਂ ਨੇ ਆਪਣਾ ਮਿਲ ਕੇ ਘਰ ਲਿਆ ਸੀਗਾ, ਸਾਡੀ ਬੇਸਮੈਂਟ ਫਲੱਡ ਹੋ ਗਈ ਸੀਗੀ। ਤੇ ਸਾਡੇ ਜਿਹੜੇ ਓਨਰਸ ਲੈਂਡਲੋਰਡ ਸੀਗੇ ਉਹ ਫਿਲੀਪੀਨੋ ਸੀਗੇ, ਤੇ ਉਹਨਾਂ ਨੇ ਸਾਨੂੰ ਪ੍ਰਾਇਰ ਨੋਟਿਸ ਦਿੱਤਾ। ਆਈ ਥਿੰਕ 2 ਦਿਨ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਮੰਡੇ ਨੂੰ ਆਵਾਂਗੇ, ਤਾਂ ਉਹਨਾਂ ਨੇ ਸਾਨੂੰ ਸ਼ਨੀਵਾਰ ਕਾਲ ਕੀਤੀ। ਐਂਡ ਦੈਨ ਈਵਨ ਲਾਈਕ ਜਦੋਂ ਮੰਡੇ ਨੂੰ ਉਹਨਾਂ ਨੇ ਨਿਕਲਣਾ ਸੀਗਾ ਉੱਥੋਂ, ਦੇ ਅਗੇਨ ਕਾਲਡ ਅਸ ਕਿ ਅਸੀਂ 2 ਘੰਟੇ ਵਿੱਚ ਪਹੁੰਚ ਰਹੇ ਹਾਂ। ਤੇ ਇਹ ਬਹੁਤ ਜ਼ਰੂਰੀ ਹੋ ਜਾਂਦਾ, ਤਾਂ ਕਿ ਜੇ ਤੁਸੀਂ ਘਰ ਹੋ ਜਾਂ ਨਹੀਂ ਹੋ, ਐਟਲੀਸਟ ਤੁਹਾਡਾ ਰੂਮ ਵਗੈਰਾ ਸਾਰਾ ਕੁਝ, ਤੁਹਾਡੀ ਬਿਲੋਂਗਿੰਗਸ ਵਗੈਰਾ ਤੁਹਾਨੂੰ ਪਤਾ ਹੋਵੇ ਕਿ ਇਹ ਆ ਰਿਹਾ, ਉਸ ਹਿਸਾਬ ਨਾਲ ਮੈਂ ਇੱਥੇ ਰਵਾਂ ਜਾਂ ਜਿੱਦਾਂ ਮਰਜ਼ੀ ਆਪਣਾ ਐਡਜਸਟ ਕਰਾਂ। ਤੇ ਇਹ ਚੀਜ਼ ਬਹੁਤ ਮੈਟਰ ਕਰਦੀ ਹੈ। ਮੇਨ ਚੀਜ਼ ਇਹ ਆ ਵੀ ਆਪਾਂ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ, ਹੈ ਨਾ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਆਉਣਾ, ਤੁਹਾਡੀ ਲੋਕੇਸ਼ਨ ਕੀ ਆ, ਹੈ ਨਾ। ਜਿੰਨੀ ਰਿਸਰਚ ਕਰੋਗੇ ਉਨੀ ਤੁਹਾਡੇ ਲਈ ਜ਼ਿਆਦਾ ਵਧੀਆ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕਾਲਜ ਤੋਂ ਕਿੰਨੀ ਦੂਰੀ ਹੈਗੀ, ਹੈ ਨਾ। ਤੇ ਬਾਕੀ ਕਿਸ ਤਰ੍ਹਾਂ ਦਾ ਘਰ ਹੈਗਾ, ਹੈ ਨਾ, ਕੀ ਰੈਂਟ ਹੈਗਾ ਉਹਦਾ, ਤੇ ਕੀ ਰੈਂਟ ਏਰੀਆ 'ਚ ਚੱਲ ਰਿਹਾ ਹੈਗਾ। ਤੇ ਮੇਨ ਚੀਜ਼ਾਂ ਇਹੀ ਨੇਗੀਆਂ। ਬਾਕੀ ਸਿੰਗਲ ਲੈਣਾ ਚਾਹੁੰਦੇ ਆ ਜਾਂ ਤੁਸੀਂ, ਹੈ ਨਾ, ਗਰੁੱਪ ਬੇਸਮੈਂਟ ਲੈਣਾ ਚਾਹੁੰਦੇ ਹੋ, ਤੁਹਾਡੇ 'ਤੇ ਡਿਪੈਂਡ ਕਰਦਾ, ਹੈ ਨਾ। ਤੇ ਬਾਕੀ ਤੁਹਾਡੇ 'ਤੇ ਆ ਤੁਸੀਂ ਉਹਦੀ ਕਲੀਨਿੰਗ ਜਾਂ ਉਹਦੀ ਮੈਨੇਜਮੈਂਟ ਕਿਵੇਂ ਰੱਖਣੀ ਹੈਗੀ। ਤੇ ਇਹੀ ਚੀਜ਼ਾਂ ਨੇ ਮੇਨ ਜਿਹੜੀਆਂ ਆਪਾਂ ਸਾਰੀਆਂ ਅੱਜ ਦੀ ਵੀਡੀਓ 'ਚ ਕਵਰ ਕਰ ਚੁੱਕੇ ਹਾਂਗੇ। ਤੇ ਬਾਕੀ ਫਿਰ ਵੀ ਤੁਹਾਡੇ ਘਰ ਨੂੰ ਲੈ ਕੇ ਕੁਝ ਇਸ਼ੂਜ਼ ਹੋਣ, ਹੈ ਨਾ, ਕਿਉਂਕਿ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਮੇਰੇ ਲਈ ਰੂਮ ਲੱਭ ਕੇ ਰੱਖ ਲੈ, ਹੈ ਨਾ। ਤਾਂ ਕੋਈ ਰੂਮ 'ਚ ਜਾ ਸਕਦਾ ਤੁਹਾਡੇ ਲਈ, ਦੇਖ ਸਕਦਾ, ਪਰ ਲੱਭਣਾ ਉਹਨੇ ਵੀ ਖਚੀਜੀ 'ਤੇ ਹੀ ਹੈ। ਉਹਨੇ ਵੀ ਵੈਬਸਾਈਟ 'ਤੇ ਹੀ ਲੱਭਣਾ, ਤੁਸੀਂ ਵੀ ਵੈਬਸਾਈਟ 'ਤੇ ਹੀ ਲੱਭਣਾ, ਹੈ ਨਾ। ਤਾਂ ਤੁਸੀਂ ਵੀ ਲੱਭ ਸਕਦੇ ਹੋ, ਤੇ ਸੇਮ ਹੀ ਚੀਜ਼ ਹੈਗੀ। ਤੇ ਬਾਕੀ ਉਹ ਜਾ ਕੇ ਦੇਖ ਸਕਦਾ ਤੁਹਾਡੇ ਲਈ। ਤੇ ਇਹੀ ਚੀਜ਼ਾਂ ਨੇ ਅੱਜ ਦੀ ਵੀਡੀਓ 'ਚ ਅਸੀਂ ਸਾਰੀਆਂ ਕਵਰ ਕਰਤੀਆਂ। ਤੇ ਫਿਰ ਵੀ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਅਕੋਮੋਡੇਸ਼ਨ ਨੂੰ ਲੈ ਕੇ, ਤਾਂ ਸਾਨੂੰ ਨੀਚੇ ਕਮੈਂਟ ਕਰ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਆਨਸਰ ਕਰਨ ਦੀ। ਤੇ ਬਾਕੀ ਬਸ ਆਪਣੇ ਜਿਵੇਂ ਆਪਾਂ ਗੱਲ ਕੀਤੀ, ਆਪਣੇ ਕੰਟੈਕਟਸ ਬਣਾ ਕੇ ਰੱਖੋ, ਪ੍ਰੋਪਰ ਕਮਿਊਨੀਕੇਸ਼ਨ ਰੱਖੋ, ਰਾਈਟ ਕੰਟੈਕਟਸ ਰੱਖੋ, ਆਪਣੇ ਰਾਈਟਸ ਦਾ ਤੁਸੀਂ ਅਵੇਅਰ ਰਹੋ, ਆਪਣੇ ਰਾਈਟਸ ਦਾ। LTV ਲੈਂਡਲੋਰਡ ਐਂਡ ਟੈਨੈਂਟ ਬੋਰਡ ਤੁਹਾਡੇ ਲਈ ਹੈਗਾ, ਲੈਂਡਲੋਰਡਸ ਲਈ ਵੀ ਤੇ ਟੈਨੈਂਟਸ ਲਈ ਵੀ, ਜੇ ਕੁਝ ਹੈਗਾ, ਕੋਈ ਡਿਸਪਿਊਟ ਆ ਜਾਂਦਾ ਕੋਈ। ਤੇ ਆਪਾਂ ਨੈਕਸਟ ਵੀਕ ਆਪਾਂ ਕਿਸੇ ਨਵੇਂ ਟੌਪਿਕ 'ਤੇ ਆਪਾਂ ਗੱਲ ਕਰਾਂਗੇ। ਉਹ ਟੌਪਿਕ ਜਿਹੜਾ ਤੁਹਾਨੂੰ ਅਫੈਕਟ ਕਰਦਾ ਜਾਂ ਤੁਹਾਡੇ ਲਈ ਮੈਟਰ ਕਰਦਾ, ਸਾਡੇ ਲਈ ਜਿਹੜਾ ਮੈਟਰ ਕਰਦਾ ਸੀਗਾ ਜਾਂ ਹੁਣ ਵੀ ਕਰਦਾ ਹੈਗਾ, ਤੇ ਉਹ ਆਪਾਂ ਲੈ ਕੇ ਨੈਕਸਟ ਵੀਕ ਆਪਾਂ ਹਾਜ਼ਰ ਹੋਵਾਂਗੇ ਫਿਰ।
ਮੈਂ ਤੇ ਹੈਰੀ ਤੇ ਅੰਟਿਲ ਦੈਨ ਗੁੱਡ ਲੱਕ ਐਂਡ ਬੀ ਸੇਫ एवरीवन थैंक यू ਬਾਏ, ਟੇਕ ਕੇਅਰ।